ਮੈਂ ਜੋ ਸਮਝਿਆ ਉਹਨਾਂ ਦਾ ਚੈਨਲ ਦੇਖ ਕੇ, ਇੱਦਾਂ ਦੇ ਹੋਰ ਵੀ ਚੈਨਲ ਹੈਗੇ ਨੇ, ਇੱਕ ਥੈਂਕਸ ਭਾਰਤ ਵੀ ਹੈਗਾ ਸੀ। ਇਹਨਾਂ ਦਾ ਟੋਟਲ ਜੇ ਤੁਸੀਂ ਐਡੀਟੋਰੀਅਲ ਏਜੰਡਾ ਸਮਝੋ, ਉਹ ਇੱਕ ਇਹੀ ਹੈਗਾ ਕਿ ਹਿੰਦੂਤਵ ਸੁਪਰੀਮੇਸੀ, ਇਹਨੂੰ ਹਿੰਦੂ ਤਾਲਿਬਾਨਿਜ਼ਮ ਵੀ ਕਹਿ ਦਈਏ ਤੇ ਗਲਤ ਨਹੀਂ ਹੋਏਗਾ, ਜਿਵੇਂ ਇੱਕ ਇਸਲਾਮਿਕ ਤਾਲਿਬਾਨਿਜ਼ਮ ਹੈ, ਹਿੰਦੂਤਵ ਤਾਲਿਬਾਨਿਜ਼ਮ ਹੈ। ਹਿੰਦੂਤਵ ਸੁਪਰੀਮੇਸੀ ਤੇ ਸਾਰੇ ਜਿਹੜੇ ਰਿਲੀਜਨ ਹੈਗੇ ਨੇ, ਜਾਂ ਤੇ ਉਹ ਹਿੰਦੂ ਧਰਮ ਦੀ ਬ੍ਰਾਂਚ ਨੇ, ਤੇ ਜਿਹੜੇ ਮੁਸਲਮਾਨ ਤੇ ਕ੍ਰਿਸਚਨ ਜਾਂ ਹੋਰ ਜਿਹੜੇ ਹੈਗੇ ਨੇ, ਇਹ ਸਾਰੇ ਐਂਟੀ ਨੇਸ਼ਨ ਨੇ, ਇਹ ਐਂਟੀ ਇੰਡੀਅਨ ਨੇ ਤੇ ਇਹ ਫੋਰਨਰ ਨੇ। ਬੇਸਿਕਲੀ ਉਹਨਾਂ ਦੀ ਜਿਹੜੀ ਸਾਰੀ ਥਿਉਰੀ ਦਾ ਜਿਹੜਾ ਸਾਰ ਹੈ ਨਾ, ਉਹ ਇਹੀ ਹੈ। ਹੁਣ ਇਹ ਜਿਹੜਾ ਚੈਨਲ ਹੈ ਨਾ, ਖਾਸ ਤੌਰ ਦੇ ਉੱਤੇ ਮੇਰੇ ਖਿਆਲ ਕਿ ਜੈਪੁਰ ਡਾਇਲੌਗ ਇਸ ਤਰ੍ਹਾਂ, ਉਹਦੇ ਤੁਸੀਂ ਦੇਖੋ ਜਿਹੜੇ ਕਮੈਂਟਸ ਆਉਂਦੇ, ਉਹਦੇ ਅਦਰ ਪ੍ਰੋਗਰਾਮਸ ਦੇਖੋ ਤੁਸੀਂ। ਹਾਂਜੀ, ਜਿਵੇਂ ਅੱਜ ਦੇਸ਼ ਦੇ ਵਿੱਚ ਇੱਕ ਨਫ਼ਰਤ ਵਾਲਾ ਮਾਹੌਲ ਬਣਾਇਆ ਜਾ ਰਿਹਾ, ਉਹਦੇ ਵਿੱਚ ਇੱਕ ਬੜਾ ਵੱਡਾ ਯੋਗਦਾਨ ਉਹਦਾ ਵੀ ਹੁੰਦਾ। ਜਿਹੜੇ ਮੈਂ ਤੇ ਉਹਨਾਂ ਦੀ ਲਫ਼ਜ਼ ਯੂਜ਼ ਕਰਾਂਗਾ, ਡਿਸਗਾਈਜ਼ ਸਿੱਖ ਨੇ। ਉਹ ਸਿੱਖ ਨਹੀਂ ਹੈਗੇ, ਉਹ ਪੱਗ ਬੰਨ ਲੈਂਦੇ ਨੇ ਤੇ ਉਹ ਉਸ ਤੋਂ ਬਾਅਦ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਹੈ ਕਿ ਸਾਨੂੰ ਸਿੱਖੀ ਦੀ ਬੜੀ ਨੌਲੇਜ ਹੈ, ਅਸੀਂ ਸਿੱਖ ਐਕਸਪਰਟ ਹੈਗੇ ਹਾਂ ਸਿੱਖ ਹਿਸਟਰੀ ਦੇ, ਤੇ ਉਹ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਜਿਹੜਾ ਸਿੱਖ ਧਰਮ ਹੈ ਸਨਾਤਨ ਧਰਮ ਦਾ ਹੀ ਅੰਗ ਹੈ, ਤੇ ਸਨਾਤਨੀ ਹੀ ਸਿੱਖ ਅਸਲ ਲਫ਼ਜ਼ ਹੈ। ਜਿਹੜਾ ਹੈ ਸਿੱਖ ਇੱਕ ਅਲੱਗ ਕੌਮ ਹੈ ਜਾਂ ਸਿੱਖ ਇੱਕ ਵੱਖਰੀ ਕੌਮ ਹੈ, ਇਹ ਇੱਕ ਨੈਰੇਟਿਵ ਬ੍ਰਿਟਿਸ਼ਰਸ ਦਾ ਹੈਗਾ। ਇਹ ਗੁਰਬਾਣੀ ਵਿੱਚ ਤੋਂ ਆਉਂਦੀ ਹੈ, ਜੋ ਹੋਵੇ ਭਾਂਡੇ ਵਿੱਚ ਵਸਤ ਸਾਰ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਜਿਹੜੀ ਭਾਂਡੇ ਚੀਜ਼ ਪਾਈ ਉਹ ਹੀ ਨਿਕਲਣੀ ਹੈ ਨਾ। ਉਹਨਾਂ ਦੇ ਭਾਂਡੇ ਦੇ ਵਿੱਚ ਉਹ ਪਿਆ ਹੋਇਆ, ਉਹ ਗੁਰਮਤ ਦੇ ਪ੍ਰਮਾਣ ਦੇ ਕੇ ਤੇ ਉਧਰ ਕੰਪੈਰੀਜ਼ਨ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਉਹਦੇ ਪ੍ਰਮਾਣ ਦੇ ਕੇ ਤੇ ਗੁਰਮਤ ਨੂੰ ਉਹਦੇ ਉੱਤੇ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਵਿਦਵਾਨ ਨੇ, ਮੈਂ ਉਸ ਗੱਲ ਨੂੰ ਇਨਕਾਰੀ ਨਹੀਂ ਕਰ ਰਿਹਾ, ਬਹੁਤ ਵਿਦਵਾਨ ਨੇ, ਲੇਕਿਨ ਉਹ ਆਧਾਰ ਬਣਾਉਂਦੇ ਨੇ ਵੇਦਾਂ ਨੂੰ, ਉਹਦੇ ਉੱਤੇ ਗੁਰਬਾਣੀ ਦੀਆਂ ਕੁਝ ਪੰਕਤੀਆਂ ਲੈ ਕੇ ਤੁਹਾਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਤੁਸੀਂ ਤਾਂ ਕਹਿ ਰਹੇ ਹੋ ਜਿਵੇਂ ਉਹ ਪਹਿਲੇ ਕਮਿਊਨਿਸਟ ਵਿਚਾਰਧਾਰਾ ਦਾ ਮੈਨੂੰ ਨਹੀਂ ਇਹ ਗੱਲ ਪਤਾ ਸੀ, ਹੁਣ ਤੇ ਉਹ ਪੱਗ ਵੀ ਭਗਵਾ ਵਾਲੀ ਬੰਨਦੇ ਆ, ਤੇ ਹੁਣ ਤੇ ਉਹ ਕੋਈ ਏਦਾਂ ਦੀ ਕਸਰ ਨਹੀਂ ਛੱਡਦੇ ਜਿਹਦੀ ਸਾਬਿਤ ਕਰਨ ਦੀ ਕੋਸ਼ਿਸ਼ ਨਾ ਕਰਨ ਕਿ ਸਿੱਖ ਹਿੰਦੂ ਧਰਮ ਦਾ ਪਾਰਟ ਨੇ। ਨਹੀਂ, ਉਹ ਹਿੰਦੂ ਧਰਮ ਦਾ ਨਹੀਂ ਕਹਿੰਦੇ, ਉਹ ਸਨਾਤਨ ਦਾ ਕਹਿੰਦੇ ਨੇ, ਲੇਕਿਨ ਉਹਨਾਂ ਨੇ ਅੱਜ ਤੱਕ ਇਹ ਨਹੀਂ ਦੱਸਿਆ ਕਿ ਸਨਾਤਨ ਤੇ ਹਿੰਦੂ ਧਰਮ 'ਚ ਕੀ ਫਰਕ ਹੈ। ਹੁਣ ਇਸ ਤਰ੍ਹਾਂ ਤੇ ਇੱਕ ਡਿਸਕਸ਼ਨ ਦੇ ਵਿੱਚ ਪ੍ਰੋਫੈਸਰ ਜਗਬੀਰ ਸਿੰਘ ਹੋਰਾਂ ਨੇ ਕਿਹਾ ਕਿ ਜੀ ਸਿੱਖ ਕੌਮ, ਖਾਲਸਾ ਪੰਥ, ਬੁੱਧ ਮਤ, ਜੈਨ ਮਤ ਤੇ ਹਿੰਦੂ ਮਤ, ਇਹ 4 ਇੰਡੀਪੈਂਡੈਂਟ ਰਿਲੀਜਨਸ ਨੇ। ਇੱਕ ਵਾਰੀ ਨਹੀਂ, ਉਹਨਾਂ ਕਈ ਵਾਰੀ ਕਿਹਾ, ਠੀਕ ਹੈ, ਵਰਲਡ ਲੈਵਲ ਦੇ 4 ਰਿਲੀਜਨਸ ਨੇ, ਪਰ ਫਿਰ ਉਹਨੂੰ ਉਹਦੇ 'ਚ ਕਵਰ ਲੈਂਦੇ ਨੇ। ਲੇਕਿਨ ਸਨਾਤਨ ਜਿਹੜਾ ਨਾ ਉਹ ਸਾਰਿਆਂ ਦਾ। ਗੁਰਦੇਵ ਨਿਡਰ ਸਿੰਘ, ਨਿਹੰਗ ਸਿੰਘ ਬਾਣੇ ਦੇ ਵਿੱਚ ਨੇ ਜਿਹੜੇ, ਉਹ ਨੇ ਨਿਹੰਗ ਕਲਚਰ ਦੇ ਵਿੱਚੋਂ। ਨਿਹੰਗ ਕਲਚਰ ਜਿਹੜਾ ਉਹਦੇ ਵਿੱਚ ਇੱਕ ਤਾਂ ਉਹ ਦਸਮ ਗ੍ਰੰਥ ਨੂੰ ਮੰਨਦੇ ਨੇ ਸਾਰਾ, ਔਰ ਦਸਮ ਗ੍ਰੰਥ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਕਿ ਸਿੱਖ ਕੌਮ ਦੇ ਵਿੱਚ ਵਾੜੀ ਗਈ ਹੈ ਸਿੱਖੀ ਨੂੰ ਬਰਬਾਦ ਕਰਨ ਲਈ। ਉਹਦੇ ਰੈਫਰੈਂਸਿਸ ਦੇ ਕੇ ਹੀ ਜਿਹੜਾ ਸਿੱਖੀ ਦਾ ਬੇੜਾ ਡੋਬਣ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਤਰ੍ਹਾਂ ਹੀ ਸਾਡੇ ਅੰਦਰ, ਸਿੱਖ ਕੌਮ ਦੇ ਅੰਦਰ, ਇਹਨਾਂ ਨੇ ਬਹੁਤ ਸਾਰਾ ਲਿਟਰੇਚਰ ਵਾੜਿਆ, ਜਿਨ੍ਹਾਂ ਵਿੱਚ 4 ਕਿਤਾਬਾਂ ਦਾ ਤਾਂ ਮੈਂ ਖਾਸ ਤੌਰ ਤੇ ਨਾਂ ਲਵਾਂਗਾ। ਇੱਕ ਤੇ ਇਹੀ ਜਿਹਨੂੰ ਦਸਮ ਗ੍ਰੰਥ ਕਿਹਾ ਜਾਂਦਾ, ਬਚਿੱਤਰ ਨਾਟਕ ਗ੍ਰੰਥ, ਇੱਕ ਗੁਰਬਿਲਾਸ ਪਾਤਸ਼ਾਹੀ 6ਵੀਂ, ਇੱਕ ਬਾਲੇ ਵਾਲੀ ਜਨਮ ਸਾਖੀ, ਇੱਕ ਉਹ ਗੁਰਪ੍ਰਤਾਪ ਸੂਰਜ ਗ੍ਰੰਥ। ਇਹ ਐਸੀ ਜ਼ਹਿਰ ਹੈ ਜਿਹੜੀ ਸਾਡੇ ਅੰਦਰ ਇੰਜੈਕਟ ਕਰ ਦਿੱਤੀ ਗਈ ਹੈ ਕਿ ਗੁਰੂ ਮਹਿਮਾ ਜਿਹੜੀ ਹੈ ਪਹਿਲਾਂ ਹੋਰ ਕਿਸੇ ਨੇ ਨਹੀਂ ਸੀ ਕਹੀ, ਗੁਰੂ ਸਾਹਿਬਾਨ ਨੇ ਆਪ ਨਹੀਂ ਕਹੀ, ਭਗਤ ਸਾਹਿਬਾਨ ਗੁਰੂ ਸਾਹਿਬ ਤੋਂ ਪਹਿਲਾਂ ਹੋਏ, ਉਹਨਾਂ ਨੇ ਗੁਰੂ ਮਹਿਮਾ ਨਹੀਂ ਕਹੀ, ਇਹਨਾਂ ਨੇ ਗੁਰੂ ਮਹਿਮਾ ਗਾਇਨ ਕੀਤੀ। ਉਹਦੇ ਵਿੱਚ 20 ਪੰਨੇ ਜਿਹੜੇ ਨੇ, 121 ਸਵਈਏ ਜਿਹੜੇ ਨੇ ਉਹ ਦਰਜ ਕਰ ਦਿੱਤੇ ਗਏ, ਪਰ ਉਹਨੂੰ ਇੰਜ ਪੇਸ਼ ਕਰਨਾ ਜਿਸ ਤਰ੍ਹਾਂ ਉਹ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਮੈਨੂੰ ਬੜਾ ਅਜੀਬ ਜਿਹਾ ਲੱਗਾ। ਅੱਜ ਪ੍ਰੋਗਰਾਮ ਰਿਐਲਿਟੀ ਚੈੱਕ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸੋਸ਼ਲ ਮੀਡੀਆ ਉੱਤੇ ਹੋ ਰਹੇ ਪ੍ਰੋਪੋਗੈਂਡਾ ਬਾਰੇ, ਜੋ ਕਿ ਸਿੱਖ ਇਤਿਹਾਸ ਤੇ ਸਿੱਖ ਫਲਸਫੇ ਉੱਤੇ ਇੱਕ ਇੰਟੈਲੈਕਚੁਅਲ ਅਟੈਕ ਹੋ ਰਿਹਾ ਹੈ, ਤੇ ਸਿੱਖਾਂ ਦੇ ਇਤਿਹਾਸ ਤੇ ਸਿੱਖਾਂ ਦੇ ਫਲਸਫੇ ਨੂੰ ਸੈਫਰਨਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੜੇ ਹੀ ਆਰਗੇਨਾਈਜ਼ਡ ਤਰੀਕੇ ਦੇ ਨਾਲ, ਤੇ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖ ਹਿੰਦੂ ਨੇ ਜਾਂ ਸਿੱਖ ਸਨਾਤਨ ਧਰਮ ਦਾ ਪਾਰਟ ਨੇ, ਜਾਂ ਸਨਾਤਨ ਧਰਮ ਦਾ ਅੰਗ ਨੇ, ਜਾਂ ਸਨਾਤਨ ਧਰਮ ਦਾ ਐਕਸਟੈਂਸ਼ਨ ਨੇ। ਤੇ ਇਹ ਸਾਰੀ ਜਿਹੜੀ ਹੈ ਜਿਹੜਾ ਇੱਕ ਪ੍ਰੋਪੋਗੈਂਡਾ, ਫਾਲਸ ਪ੍ਰੋਪੋਗੈਂਡਾ ਜਿਹੜਾ ਇੱਕ ਸਾਡੇ ਸਿੱਖਾਂ ਉੱਤੇ ਅਗੇਂਸਟ ਚੱਲ ਰਿਹਾ ਹੈ ਸੋਸ਼ਲ ਮੀਡੀਆ ਉੱਤੇ, ਇਸ ਨੂੰ ਸਮਝਣ ਦੇ ਲਈ ਤੇ ਇਸ ਤੇ ਜਿਹੜਾ ਅਟੈਕ ਕੀਤਾ ਜਾ ਰਿਹਾ ਹੈ, ਇਸ ਤੇ ਜਵਾਬ ਦੇ ਲਈ, ਕਿਉਂਕਿ ਕਈ ਇਸ ਸਾਡੇ ਲੋਕਾਂ ਨੇ ਸਾਨੂੰ ਕੀਤਾ ਕਿ ਇਹ ਜਿਹੜਾ ਮਿਸ ਪ੍ਰੋਪੋਗੈਂਡਾ ਕੀਤਾ ਜਾ ਰਿਹਾ ਹੈ, ਇੱਕ ਮਿਸ ਇਨਫੋਰਮੇਸ਼ਨ, ਇਸ ਨੂੰ ਬਹੁਤ ਲੋਕੀ ਮਿਸਲੀਡ ਹੋ ਰਹੇ ਨੇ। ਤੇ ਇਸ ਚੀਜ਼ ਨੂੰ ਸਮਝਣ ਲਈ, ਕਲੀਅਰ ਕਰਨ ਲਈ ਸਾਡੇ ਨਾਲ ਮੌਜੂਦ ਨੇ
ਸਿੱਖ ਕੌਮ ਦੇ ਬਹੁਤ ਹੀ ਦਾਨਿਸ਼ ਤੇ ਬਹੁਤ ਹੀ ਮਾਰੂਫ ਸਿੱਖ ਇੰਟੈਲੈਕਚੁਅਲ ਸਰਦਾਰ ਰਜਿੰਦਰ ਸਿੰਘ ਖਾਲਸਾ ਪੰਚਾਇਤ, ਜੋ ਕਿ ਸ਼੍ਰੋਮਣੀ ਖਾਲਸਾ ਪੰਚਾਇਤ ਜਥੇਬੰਦੀ ਦੇ ਪ੍ਰਧਾਨ ਵੀ ਹਨ। ਅੱਜ ਅਸੀਂ ਉਹਨਾਂ ਦੇ ਕੋਲ ਆਏ ਹਾਂ ਚੰਡੀਗੜ੍ਹ ਦੇ ਵਿੱਚ। ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਨੀਤ ਸਿੰਘ ਜੀ। ਸਿੰਘ ਸਾਹਿਬ, ਤੁਸੀਂ ਵੀ ਸੋਸ਼ਲ ਮੀਡੀਆ ਦੇ ਵਿੱਚ ਐਕਟਿਵ ਰਹਿੰਦੇ ਹੋ, ਦੇਖਦੇ ਹੋ ਤੁਸੀਂ ਵੀ। ਇੱਕ ਬੜੀ ਮਿੱਥੇ ਤਰੀਕੇ ਦੇ ਨਾਲ, ਬੜੇ ਆਰਗੇਨਾਈਜ਼ ਤਰੀਕੇ ਦੇ ਨਾਲ ਨਾ ਇੱਕ ਸਿੱਖ ਫੇਸਾਂ ਵੱਲੋਂ ਪਗੜੀਧਾਰੀ ਨੇ, ਸਰੂਪ 'ਚ ਨੇ, ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਸਿੱਖ ਧਰਮ ਹੈ ਉਹ ਹਿੰਦੂ ਧਰਮ ਦਾ ਜਾਂ ਸਨਾਤਨ ਧਰਮ ਦਾ ਇੱਕ ਅੰਗ ਹੈ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਨਹੀਂ ਜਸਨੀਤ ਸਿੰਘ ਜੀ, ਜਿਹੜੀ ਤੁਸੀਂ ਗੱਲ ਕਹੀ ਹੈ ਨਾ ਵੀ ਸਿੱਖ ਫੇਸਿਸ ਵੱਲੋਂ ਇਹ ਕੋਸ਼ਿਸ਼ ਹੋ ਰਹੀ ਹੈ, ਮੈਂ ਇਹਦੇ ਨਾਲ ਸਹਿਮਤ ਨਹੀਂ। ਸਿੱਖ ਫੇਸਿਸ ਨੂੰ ਵਰਤਣ ਦੀ ਕੋਸ਼ਿਸ਼ ਹੋ ਰਹੀ ਹੈ। ਕੁਝ ਚੈਨਲਸ ਵੱਲੋਂ ਕਹਿ ਲਓ, ਕੁਝ ਸੋਸ਼ਲ ਮੀਡੀਆ ਵੱਲੋਂ ਕੁਝ ਸਿੱਖ ਫੇਸਿਸ ਨੂੰ ਬੁਲਾ ਲਓ ਅਤੇ ਉਹਨਾਂ ਦੇ ਕੋਲੋਂ ਐਸੀਆਂ ਗੱਲਾਂ ਕਹਾਓ ਕਿ ਜਿਹਦੇ ਨਾਲ ਉਹਨਾਂ ਦੀ ਗੱਲ ਪ੍ਰੂਵ ਹੋ ਜਾਏ ਕਿ ਹਾਂ ਜੀ ਇਹ ਤਾਂ ਜਿਹੜੀ ਹੈ ਹਿੰਦੂ ਕੌਮ ਦਾ ਹੀ ਸ਼ੱਕ ਹੈ। ਜਿਹਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਅੱਜ ਕੱਲ੍ਹ ਉਹਨੂੰ ਇੱਕ ਨਵਾਂ ਨਾਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਨਹੀਂ ਜੀ ਇਹ ਸਨਾਤਨ ਧਰਮ ਦੀ ਗੱਲ ਹੋ ਰਹੀ ਹੈ, ਸਨਾਤਨ ਵਿਚਾਰਧਾਰਾ ਦੀ ਗੱਲ ਹੋ ਰਹੀ ਹੈ। ਉਹ ਬੜੇ ਤਰੀਕੇ ਨਾਲ ਕੁਝ ਇੱਕ ਫੇਸਿਸ ਨੇ ਜਿਨ੍ਹਾਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਜੇ ਇਹ ਦੂਸਰੇ ਕਹਿੰਦੇ ਨੇ ਅਤੇ ਉਹਨਾਂ ਪ੍ਰਭਾਵ ਨਹੀਂ ਪੈਂਦਾ। ਉਹ ਗੱਲਾਂ ਕਿਸੇ ਸਿੱਖ ਨੂੰ ਲੁਕਵਾ ਦਿੱਤੀਆਂ ਜਾਂਦੀਆਂ ਨੇ ਅਤੇ ਉਹ ਲੋਕਾਂ ਨੂੰ ਲੱਗਦਾ ਕਿ ਜ਼ਿਆਦਾ ਪ੍ਰਮਾਣਿਕ ਹੈ, ਦੇਖੋ ਜੀ ਸਿੱਖ ਆਪ ਕਹਿ ਰਹੇ। ਸੋ ਇਸ ਤਰ੍ਹਾਂ ਕੁਝ ਸਿੱਖ ਫੇਸਿਸ ਨੂੰ ਵਰਤਣ ਦੀ ਕੋਸ਼ਿਸ਼ ਹੋ ਰਹੀ ਹੈ, ਮੈਂ ਇਹ ਕਹਾਂਗਾ। ਉਹ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਨੇ ਕਈ ਸਿੱਖ ਫੇਸਾਂ ਵੱਲੋਂ, ਜਿਹੜੇ ਕੁਝ ਵੱਡੀਆਂ ਪੋਸਟਾਂ 'ਤੇ ਹੈਗੇ ਨੇ, ਯੂਨੀਵਰਸਿਟੀਜ਼ ਦੇ ਵਿੱਚ ਹੈਗੇ ਨੇ, ਉਹਨਾਂ ਵੱਲੋਂ, ਅਤੇ ਕਈ ਜਿਹੜੇ ਮੈਂ ਤਾਂ ਉਹਨਾਂ ਦੀ ਲਫ਼ਜ਼ ਯੂਜ਼ ਕਰਾਂਗਾ ਡਿਸਗਾਈਜ਼ ਸਿੱਖ ਨੇ। ਉਹ ਸਿੱਖ ਨਹੀਂ ਹੈਗੇ, ਉਹ ਪੱਗ ਬੰਨ੍ਹ ਲੈਂਦੇ ਨੇ ਅਤੇ ਉਹ ਉਸ ਤੋਂ ਬਾਅਦ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਹੈ ਕਿ ਸਾਨੂੰ ਸਿੱਖੀ ਦੀ ਬੜੀ ਨੌਲੇਜ ਹੈ, ਅਸੀਂ ਸਿੱਖ ਐਕਸਪਰਟ ਹੈਗੇ ਹਾਂ ਸਿੱਖ ਹਿਸਟਰੀ ਦੇ। ਅਤੇ ਉਹ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਜਿਹੜਾ ਸਿੱਖ ਧਰਮ ਹੈ ਸਨਾਤਨ ਧਰਮ ਦਾ ਹੀ ਅੰਗ ਹੈ ਅਤੇ ਸਨਾਤਨੀ ਹੀ ਸਿੱਖ ਅਸਲ ਲਫ਼ਜ਼ ਹੈ। ਜਿਹੜਾ ਹੈ ਸਿੱਖ ਇੱਕ ਅਲੱਗ ਕੌਮ ਹੈ ਜਾਂ ਸਿੱਖ ਇੱਕ ਵੱਖਰੀ ਕੌਮ ਹੈ, ਇਹ ਇੱਕ ਨੈਰੇਟਿਵ ਬ੍ਰਿਟਿਸ਼ਰਸ ਦਾ ਹੈਗਾ। ਇਸ ਦੇ ਵਿੱਚ ਕੀ ਸੱਚਾਈ ਹੈ ਅਤੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਮੈਂ ਤੁਹਾਡੀ ਗੱਲ ਸਮਝ ਗਿਆ। ਤੁਸੀਂ ਜਿਹੜਾ ਇਸ਼ਾਰਾ ਕਰ ਰਹੇ ਹੋ ਨਾ, ਹਾਂਜੀ, 3 ਫੇਸਿਸ ਸਾਹਮਣੇ ਆਏ ਨੇ ਖਾਸ ਤੌਰ 'ਤੇ। ਹਾਂਜੀ। ਇੱਕ ਪੁਨੀਤ ਸਾਹਨੀ ਨਾਂ ਦਾ ਬੰਦਾ ਹੈ, ਇੱਕ ਨਿਹੰਗ ਸਿੰਘ ਬਾਣੀ 'ਚ ਹੈ, ਗੁਰੂ ਨਿਡਰ ਸਿੰਘ, ਹਾਂਜੀ, ਇੰਗਲੈਂਡ ਤੋਂ। ਤੀਸਰੇ ਨੇ ਇੱਕ ਪ੍ਰੋਫੈਸਰ ਜਗਬੀਰ ਸਿੰਘ, ਹਾਂਜੀ, ਯੂਨੀਵਰਸਿਟੀ ਚਾਂਸਲਰ। ਹਾਂ, ਉਹ ਕਿਸੇ ਯੂਨੀਵਰਸਿਟੀ ਦੇ ਵਿੱਚ ਚਾਂਸਲਰ ਵੀ ਰਹੇ ਨੇ। ਤਿੰਨਾਂ ਦੀ ਨਾ ਬਿਲਕੁਲ ਅਲੱਗ-ਅਲੱਗ ਅਵਸਥਾ ਹੈ। ਮੈਂ ਗੱਲ ਕਰਾਂ ਪਹਿਲਾਂ ਡਾਕਟਰ ਜਗਬੀਰ ਸਿੰਘ ਤੋਂ। ਮੈਂ ਵਿਦਆਊਟ ਐਨੀ ਹੈਜ਼ੀਟੇਸ਼ਨ ਕਹਾਂਗਾ ਕਿ ਬਹੁਤ ਲਰਨਡ ਆਦਮੀ ਹੈ, ਬਹੁਤ ਇੰਟੈਲੀਜੈਂਟ ਆਦਮੀ ਹੈ। ਉਹਨਾਂ ਦੀ ਨੌਲੇਜ ਨੂੰ ਨਹੀਂ ਚੈਲੰਜ ਕੀਤਾ ਜਾ ਸਕਦਾ ਕਿ ਉਹਨਾਂ ਦੀ ਨੌਲੇਜ ਘੱਟ ਹੈ। ਫਿਰ ਉੱਥੇ ਪ੍ਰੋਬਲਮ ਕੀ ਹੈ ਕਿ ਉਹਨਾਂ ਦਾ ਆਧਾਰ ਜਿਹੜਾ ਹੈ ਉਹ ਸਨਾਤਨੀ ਵਿਚਾਰਧਾਰਾ ਹੈ। ਉਹਨਾਂ ਦਾ ਬੇਸ ਸਨਾਤਨੀ ਵਿਚਾਰਧਾਰਾ ਹੈ। ਉਹਨਾਂ ਨੇ ਗੁਰਬਾਣੀ ਦੀ ਬਹੁਤ ਘੱਟ ਸਟੱਡੀ ਕੀਤੀ ਹੈ, ਮੈਂ ਇਹ ਕਹਾਂਗਾ। ਜਿੰਨੀ ਖਾਸ ਉਹਨਾਂ ਨੂੰ ਜਸਟੀਫਾਈ ਕਰਨ ਲਈ ਲੋੜ ਹੈ ਉਨੀ ਕੁ ਕੀਤੀ ਹੈ। ਹਾਲੇ ਕਿ ਉਹਨਾਂ ਨੇ ਆਪ ਦੱਸਿਆ ਕਿ ਮੈਂ ਆਪਣਾ ਜਿਹੜਾ ਪਹਿਲਾ ਥੀਸਿਸ ਹੈ ਉਹ ਵੀ ਜਿਹੜਾ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਉੱਤੇ ਲਿਖਿਆ ਸੀ। ਲੇਕਿਨ ਉਹ ਆਪ ਇੱਕ ਡਿਸਕਸ਼ਨ ਦੇ ਵਿੱਚ ਕਹਿੰਦੇ ਨੇ ਕਿ ਮੈਂ ਪਹਿਲਾਂ ਕਮਿਊਨਿਸਟ ਵਿਚਾਰਧਾਰਾ ਦਾ ਸੀ, ਉਹਦੇ ਬਾਅਦ ਮੈਂ ਇੱਧਰ ਜਦੋਂ ਆਇਆ ਅਤੇ ਮੈਂ ਆਪਣਾ ਥੀਸਿਸ ਲਿਖਿਆ। ਉਸ ਥੀਸਿਸ ਨੂੰ ਮੈਂ ਗੁਰੂ ਨਾਨਕ ਸਾਹਿਬ ਦੇ ਵਿਚਾਰਧਾਰਾ ਦੇ ਉੱਤੇ ਕੀਤਾ, ਉਹ ਸਟੱਡੀ ਕੀਤਾ। ਲੇਕਿਨ ਜਿਸ ਵੇਲੇ ਅਸੀਂ ਉਹਨਾਂ ਦੀ ਸਾਰੀ ਗੱਲਬਾਤ ਸੁਣਦੇ ਹਾਂ ਨਾ, ਉਹਨਾਂ ਦੀ ਬਹੁਤੀ ਸਟੱਡੀ ਜਿਹੜੀ ਹੈ ਉਹ ਵੇਦਾਂ ਦੇ ਉੱਤੇ, ਵੇਦਾਂ ਦੇ ਉੱਤੇ, ਸਿਮਰਤੀਆਂ ਦੇ ਉੱਤੇ, ਪੁਰਾਣਾਂ ਦੇ ਉੱਤੇ, ਉਹਨਾਂ ਦੀ ਜ਼ਿਆਦਾ। ਹੁਣ ਉਹਨਾਂ ਦਾ ਆਧਾਰ ਉਹ ਬਣਿਆ ਹੋਇਆ। ਇਹ ਗੁਰਬਾਣੀ ਵਿੱਚ ਤੋਂ ਆਉਂਦੀ ਹੈ, ਜੋ ਹੋਵੇ ਭਾਂਡੇ ਵਿੱਚ ਵਸਤ ਸਾਰ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਜਿਹੜੀ ਭਾਂਡੇ ਚੀਜ਼ ਪਾਈ ਉਹ ਹੀ ਨਿਕਲਣੀ ਹੈ ਨਾ। ਉਹਨਾਂ ਦੇ ਭਾਂਡੇ ਦੇ ਵਿੱਚ ਉਹ ਪਿਆ ਹੋਇਆ। ਉਹ ਗੁਰਮਤਿ ਦੇ ਪ੍ਰਮਾਣ ਦੇ ਕੇ ਅਤੇ ਉਧਰ ਕੰਪੈਰੀਜ਼ਨ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਉਹਦੇ ਪ੍ਰਮਾਣ ਦੇ ਕੇ ਅਤੇ ਗੁਰਮਤਿ ਨੂੰ ਉਹਦੇ ਉੱਤੇ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਵਿਦਵਾਨ ਨੇ, ਮੈਂ ਉਸ ਗੱਲ ਨੂੰ ਇਨਕਾਰੀ ਨਹੀਂ ਕਰ ਰਿਹਾ, ਬਹੁਤ ਵਿਦਵਾਨ ਨੇ। ਲੇਕਿਨ ਉਹ ਆਧਾਰ ਬਣਾਉਂਦੇ ਨੇ ਵੇਦਾਂ ਨੂੰ, ਉਹਦੇ ਉੱਤੇ ਗੁਰਬਾਣੀ ਦੀਆਂ ਕੁਝ ਪੰਕਤੀਆਂ ਲੈ ਕੇ ਤੁਹਾਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਨੇ।
ਬਟ ਸੌਰੀ ਮੈਂ ਤੁਹਾਨੂੰ ਇੱਕ ਸੈਕਿੰਡ ਇੰਟਰਰਪਟ ਕਰਾਂਗਾ, ਇਹਨੂੰ ਤੇ ਇੰਟੈਲੈਕਚੁਅਲ ਡਿਸਓਨੈਸਟੀ ਨਹੀਂ ਕਵਾਂਗੇ? ਨਹੀਂ, ਤੁਸੀਂ ਇਹਨੂੰ ਇੱਕ ਤਰੀਕੇ ਨਾਲ ਤੁਸੀਂ ਕਿਸੇ ਹੋਰ ਦੀ ਚੀਜ਼ ਨੂੰ ਤੁਸੀਂ ਇੱਕ ਤਰੀਕੇ ਨਾਲ ਮਿਸ ਇੰਟਰਪ੍ਰੀਟ ਹੀ ਕਰ ਰਹੇ ਹੋ ਨਾ। ਗੁਰਬਾਣੀ ਨਾਲ ਤੁਸੀਂ ਪਗੜੀ ਧਾਰੀ ਹੋ ਕੇ ਤੁਸੀਂ ਤਾਂ ਕਹਿ ਰਹੇ ਹੋ ਜਿਵੇਂ ਉਹ ਪਹਿਲੇ ਕਮਿਊਨਿਸਟ ਵਿਚਾਰਧਾਰਾ ਦਾ ਮੈਨੂੰ ਨਹੀਂ ਇਹ ਗੱਲ ਪਤਾ ਸੀ, ਹੁਣ ਤੇ ਉਹ ਪੱਗ ਵੀ ਭਗਵਾ ਵਾਲੀ ਬੰਨਦੇ ਆ, ਤੇ ਹੁਣ ਤੇ ਉਹ ਕੋਈ ਏਦਾਂ ਦੀ ਕਸਰ ਨਹੀਂ ਛੱਡਦੇ ਜਿਹਦੀ ਸਾਬਿਤ ਕਰਨ ਦੀ ਕੋਸ਼ਿਸ਼ ਨਾ ਕਰਨ ਕਿ ਸਿੱਖ ਹਿੰਦੂ ਧਰਮ ਦਾ ਪਾਰਟ ਨੇ। ਨਹੀਂ, ਉਹ ਹਿੰਦੂ ਧਰਮ ਦਾ ਨਹੀਂ ਕਹਿੰਦੇ, ਉਹ ਸਨਾਤਨ ਦਾ ਕਹਿੰਦੇ ਨੇ। ਲੇਕਿਨ ਉਹਨਾਂ ਨੇ ਅੱਜ ਤੱਕ ਇਹ ਨਹੀਂ ਦੱਸਿਆ ਕਿ ਸਨਾਤਨ ਤੇ ਹਿੰਦੂ ਧਰਮ 'ਚ ਕੀ ਫਰਕ ਹੈ। ਮਾਫ ਕਰਨਾ, ਮੈਂ ਜਿਹੜੀ ਗੱਲ ਸਮਝਦਾ, ਠੀਕ ਹੈ, ਇਹ ਸਨਾਤਨ ਵਾਲੀ ਗੱਲ ਬੜੀ ਲੇਟੈਸਟ ਚੱਲੀ ਹੈ। ਓਕੇ, ਕਿਉਂਕਿ ਇਹ ਹਿੰਦੂ ਧਰਮ ਨੂੰ ਸਨਾਤਨ ਦੇ ਪਿੱਛੇ ਲੁਕਾ ਕੇ ਅਟੈਕ ਕਰਨਾ ਚਾਹੁੰਦੇ ਨੇ, ਉਹਦੀ ਕਬਰ ਦੇ ਵਿੱਚ ਅਟੈਕ ਕਰਨਾ ਚਾਹੁੰਦੇ ਨੇ। ਹੁਣ ਇਸ ਤਰ੍ਹਾਂ ਦੇ ਇੱਕ ਡਿਸਕਸ਼ਨ ਦੇ ਵਿੱਚ ਪ੍ਰੋਫੈਸਰ ਜਗਬੀਰ ਸਿੰਘ ਹੋਰਾਂ ਨੇ ਕਿਹਾ ਕਿ ਜੀ ਸਿੱਖ ਕੌਮ, ਖਾਲਸਾ ਪੰਥ, ਬੁੱਧ ਮਤ, ਜੈਨ ਮਤ ਤੇ ਹਿੰਦੂ ਮਤ, ਇਹ 4 ਇੰਡੀਪੈਂਡੈਂਟ ਰਿਲੀਜਨਸ ਨੇ। ਇੱਕ ਵਾਰੀ ਨਹੀਂ, ਉਹਨਾਂ ਕਈ ਵਾਰੀ ਕਿਹਾ, ਠੀਕ ਹੈ, ਵਰਲਡ ਲੈਵਲ ਦੇ 4 ਰਿਲੀਜਨਸ ਨੇ। ਪਰ ਫਿਰ ਉਹਨੂੰ ਉਹਦੇ 'ਚ ਕਵਰ ਲੈਂਦੇ ਨੇ। ਲੇਕਿਨ ਸਨਾਤਨ ਜਿਹੜਾ ਨਾ ਉਹ ਸਾਰਿਆਂ ਦਾ, ਅੰਡਰ ਦਾ ਅੰਬ੍ਰੇਲਾ ਆਫ ਸਨਾਤਨ, ਅੰਡਰ ਦਾ ਅੰਬ੍ਰੇਲਾ ਆਫ ਸਨਾਤਨ ਜਿਹੜਾ ਹੈ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਜਿਸ ਵੇਲੇ ਇਹ ਪਤਾ ਹੋਵੇ ਕਿ ਮੈਨੂੰ ਵਰਤਣ ਦੀ ਕੋਸ਼ਿਸ਼ ਹੋ ਰਹੀ ਹੈ ਇਸ ਪਰਪਸ ਵਾਸਤੇ, ਇੱਕ ਵਿਦਵਾਨ ਆਦਮੀ ਨੂੰ ਸੋਭਦਾ ਨਹੀਂ ਕਿ ਉਹ ਵਰਤਿਆ ਜਾਵੇ। ਉਹਨੂੰ ਸਮਝਣਾ ਚਾਹੀਦਾ ਕਿ ਮੈਨੂੰ ਵਰਤਣ ਦੀ ਕੋਸ਼ਿਸ਼ ਹੋ ਰਹੀ ਹੈ ਔਰ ਮੇਰੀ ਆਪਣੀ ਕੌਮ ਦੇ ਅਗੇਂਸਟ ਵਰਤਣ ਦੀ ਕੋਸ਼ਿਸ਼ ਹੋ ਰਹੀ ਹੈ। ਔਰ ਇਹ ਵੀ ਦੇਖੋ, ਗੱਲ ਇਹ ਹੈ, ਮੈਂ ਇੱਥੇ ਸਾਰਿਆਂ ਸਾਹਮਣੇ ਐਡਮਿਟ ਕਰਦਾ, ਮੇਰੀ ਹਿੰਦੂ ਧਰਮ ਗ੍ਰੰਥਾਂ ਬਾਰੇ ਬਹੁਤ ਸਟੱਡੀ ਨਹੀਂ, ਬੜੀ ਲਿਮਿਟਿਡ ਸਟੱਡੀ ਹੈ। ਜਿੰਨੀ ਕਿ ਮੈਨੂੰ ਕੰਪੈਰੇਟਿਵ ਸਟੱਡੀ ਵਾਸਤੇ ਲੋੜ ਹੈ, ਮੇਰੀ ਉਹਨੂੰ ਇੱਕ ਲੋੜ ਹੈ ਸਟੱਡੀ। ਮੇਰੀ ਸਟੱਡੀ ਜਿਹੜੀ ਹੈ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਹੈ। ਮੇਰੀ ਗੱਲਬਾਤ ਦਾ ਆਧਾਰ ਜਿਹੜਾ ਹੋਏਗਾ ਨਾ, ਕਿਉਂਕਿ ਮੇਰੀ ਸਟੱਡੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਹੈ, ਮੇਰੀ ਗੱਲਬਾਤ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੋਏਗੀ। ਉਹਨਾਂ ਦੀ ਸਟੱਡੀ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਬਾਰੇ ਲਿਮਿਟਿਡ ਹੈ, ਜਿਵੇਂ ਮੇਰੀ ਹਿੰਦੂ ਗ੍ਰੰਥਾਂ ਬਾਰੇ ਲਿਮਿਟਿਡ ਹੈ, ਤੇ ਜ਼ਿਆਦਾ ਉਹਨਾਂ ਦੀ ਉਹ ਹਿੰਦੂ ਧਰਮ ਗ੍ਰੰਥਾਂ ਬਾਰੇ ਹੈ ਜਾਂ ਸਨਾਤਨੀ ਧਰਮ ਗ੍ਰੰਥਾਂ ਬਾਰੇ ਕਹਿ ਲਓ, ਕਿ ਜਿਹੜਾ ਉਹ ਲਫ਼ਜ਼ ਯੂਜ਼ ਕਰਦੇ ਨੇ, ਮੈਂ ਉਹਨਾਂ ਦਾ ਲਫ਼ਜ਼ ਯੂਜ਼ ਕਰ ਰਿਹਾ। ਤੇ ਉਹਦੇ ਉੱਤੇ ਉਹ ਗੁਰਬਾਣੀ ਨੂੰ ਕਿਤੇ ਕਿਤੇ ਜਿਹੜਾ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਇੱਕ ਮਿੰਟ, ਤਿੰਨਾਂ ਦੀ ਗੱਲ ਹੋ ਰਹੀ ਸੀ ਨਾ ਜੀ। ਹਾਂਜੀ ਹਾਂਜੀ, ਇੱਕ ਤੇ ਹੋਏ ਪ੍ਰੋਫੈਸਰ ਜਗਬੀਰ ਸਿੰਘ, ਹਾਂਜੀ, ਦੂਸਰਾ ਇੱਕ ਉਹ ਗੁਰਦੇਵ ਨਿਡਰ ਸਿੰਘ, ਨਿਹੰਗ ਸਿੰਘ ਬਾਣੇ ਦੇ ਵਿੱਚ ਨੇ ਜਿਹੜੇ, ਉਹ ਨੇ ਨਿਹੰਗ ਕਲਚਰ ਦੇ ਵਿੱਚੋਂ। ਨਿਹੰਗ ਕਲਚਰ ਜਿਹੜਾ ਉਹਦੇ ਵਿੱਚ ਇੱਕ ਤਾਂ ਉਹ ਦਸਮ ਗ੍ਰੰਥ ਨੂੰ ਮੰਨਦੇ ਨੇ ਸਾਰਾ, ਔਰ ਦਸਮ ਗ੍ਰੰਥ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਕਿ ਸਿੱਖ ਕੌਮ ਦੇ ਵਿੱਚ ਵਾੜੀ ਗਈ ਹੈ ਸਿੱਖੀ ਨੂੰ ਬਰਬਾਦ ਕਰਨ ਲਈ। ਉਹਦੇ ਰੈਫਰੈਂਸਿਸ ਦੇ ਕੇ ਹੀ ਜਿਹੜਾ ਸਿੱਖੀ ਦਾ ਬੇੜਾ ਡੋਬਣ ਦੀ ਕੋਸ਼ਿਸ਼ ਹੋ ਰਹੀ ਹੈ। ਔਰ ਇਹ ਮਤਲਬ ਕੋਈ ਨਵੀਂ ਗੱਲ ਨਹੀਂ, ਮੈਂ ਇਹਦੇ ਨਾਲ ਥੋੜ੍ਹਾ ਲਿੰਕ ਹੈ ਪਰ ਉਹ ਗੱਲ ਤੁਹਾਨੂੰ ਦੱਸਣਾ ਚਾਹਾਂਗਾ। ਅੱਜ ਜਿਹੜੀ ਬਾਬਰੀ ਮਸਜਿਦ ਢਾਈ ਗਈ ਤੇ ਅੱਜ ਉੱਥੇ ਰਾਮ ਮੰਦਿਰ ਬਣ ਰਿਹਾ, ਮੈਨੂੰ ਕੋਈ ਇਤਰਾਜ਼ ਨਹੀਂ, ਜ਼ਰੂਰ ਬਣੇ, ਮੈਨੂੰ ਤੇ ਕੋਈ ਇਤਰਾਜ਼ ਨਹੀਂ। ਲੇਕਿਨ ਇਹਦੀ ਨੀਂਹ ਜਿਹੜੀ ਰੱਖੀ ਗਈ ਸੀ ਨਾ 1949 ਦੇ ਵਿੱਚ ਰੱਖੀ ਗਈ ਸੀ। 1949 ਦੇ ਵਿੱਚ ਰਾਮਚੰਦਰ ਜੀ ਦੀਆਂ ਕੁਝ ਮੂਰਤੀਆਂ ਜਿਹੜੀਆਂ ਉਹ ਰਾਤ ਦੇ ਟਾਈਮ ਲੁਕਾ ਕੇ ਬਾਬਰੀ ਮਸਜਿਦ ਟਿਕਾਈਆਂ ਗਈਆਂ। ਉਹਦੇ ਬਾਅਦ ਰੌਲਾ ਪਾਇਆ ਗਿਆ ਕਿ ਉੱਥੇ ਮੂਰਤੀਆਂ ਜਿਹੜੀਆਂ ਪ੍ਰਗਟ ਹੋ ਗਈਆਂ। ਇਹ ਮੇਰੇ ਖਿਆਲ 23 ਜੂਨ ਦੀ ਹੈ ਜਾਂ 23 ਦਸੰਬਰ ਦੀ, ਮੈਨੂੰ ਡੇਟ ਨਹੀਂ ਐਗਜ਼ੈਕਟਲੀ ਯਾਦ, 1949 ਦਾ ਹੈ। ਅਗਲੇ ਦਿਨ ਜਿਸ ਦਿਨ ਰੱਖੀਆਂ ਗਈਆਂ FIR ਦਰਜ ਹੋਈ। ਉਹ ਕੇਸ ਜਿਹੜਾ ਕੋਰਟ ਦੇ ਵਿੱਚ ਚਲਾ ਗਿਆ, ਕੋਰਟ ਨੇ ਸਟੇਟਸ ਕਿਉਂ ਕਰਤਾ ਵੀ ਉੱਥੋਂ ਮੂਰਤੀਆਂ ਨੂੰ ਹਟਾਉਣਾ ਨਹੀਂ ਜੀ, ਉਹ ਆਧਾਰ ਬਣ ਗਿਆ। ਉਹ 1949 ਦਾ ਚੱਲਦਾ ਇੰਨੇ ਸਾਲਾਂ ਬਾਅਦ ਹੁਣੇ ਹੋਇਆ ਵੀ ਉਹ ਬਾਬਰੀ ਮਸਜਿਦ ਢਾਹ ਦਿੱਤੀ ਗਈ ਤੇ ਉਹ ਜਗ੍ਹਾ ਜਿਹੜੀ ਹੈ ਮੰਦਿਰ ਬਣ ਗਿਆ। ਇਸ ਤਰ੍ਹਾਂ ਹੀ ਸਾਡੇ ਅੰਦਰ, ਸਿੱਖ ਕੌਮ ਦੇ ਅੰਦਰ, ਇਹਨਾਂ ਨੇ ਬਹੁਤ ਸਾਰਾ ਲਿਟਰੇਚਰ ਵਾੜਿਆ, ਜਿਨ੍ਹਾਂ ਵਿੱਚ 4 ਕਿਤਾਬਾਂ ਦਾ ਤਾਂ ਮੈਂ ਖਾਸ ਤੌਰ 'ਤੇ ਨਾਂ ਲਵਾਂਗਾ। ਇੱਕ ਤੇ ਇਹੀ ਜਿਹਨੂੰ ਦਸਮ ਗ੍ਰੰਥ ਕਿਹਾ ਜਾਂਦਾ, ਬਚਿੱਤਰ ਨਾਟਕ ਗ੍ਰੰਥ, ਇੱਕ ਗੁਰਬਿਲਾਸ ਪਾਤਸ਼ਾਹੀ 6ਵੀਂ, ਇੱਕ ਬਾਲੇ ਵਾਲੀ ਜਨਮ ਸਾਖੀ, ਇੱਕ ਉਹ ਗੁਰਪ੍ਰਤਾਪ ਸੂਰਜ ਗ੍ਰੰਥ। ਇਹ ਐਸੀ ਜ਼ਹਿਰ ਹੈ ਜਿਹੜੀ ਸਾਡੇ ਅੰਦਰ ਇੰਜੈਕਟ ਕਰ ਦਿੱਤੀ ਗਈ ਹੈ, ਜਿਹਨੇ ਹੌਲੀ ਹੌਲੀ ਸਾਡੇ ਸਰੀਰ ਨੂੰ ਜਿਹੜਾ ਖਾਣਾ ਹੈ ਔਰ ਉਹਨੂੰ ਵਰਤਿਆ ਜਾ ਰਿਹਾ। ਉਹ ਕਹਿ ਸਕਦੇ ਆ ਉਹ ਜੋ ਵੀ ਉਸ ਸਮੇਂ ਲਿਖਿਆ ਗਿਆ, ਜੋ ਵੀ ਸਿੱਖ ਫਿਲਾਸਫੀ ਦੇ ਅਗੇਂਸਟ ਸੀ, ਉਸ ਕੰਟੈਂਟ ਨੂੰ, ਚਾਹੇ ਉਹ ਗੋਰਿਆਂ ਦੇ ਟਾਈਮ ਲਿਖਿਆ ਗਿਆ, ਚਾਹੇ ਉਹ ਬ੍ਰਾਹਮਣਾਂ ਵੱਲੋਂ ਲਿਖਵਾਇਆ ਗਿਆ, ਚਾਹੇ ਉਹ ਨਿਰਮਲਾ ਨੇ ਲਿਖਿਆ, ਉਸ ਐਂਟੀ ਸਿੱਖ ਲਿਟਰੇਚਰ ਨੂੰ
ਅੱਜ ਦੇ ਟਾਈਮ ਸਿੱਖ ਲਿਟਰੇਚਰ ਪੇਸ਼ ਕਰਕੇ ਸਾਬਿਤ ਕੀਤਾ ਜਾ ਰਿਹਾ ਤੇ ਸਿੱਖਾਂ ਦੀ ਹੋਂਦ ਤੇ ਅਟੈਕ ਕੀਤਾ ਜਾ ਰਿਹਾ। ਬਿਲਕੁਲ ਐਗਜ਼ੈਕਟਲੀ। ਉਹਦੇ ਵਿੱਚ ਜਿਹੜੇ ਉਹ ਨਿਡਰ ਸਿੰਘ ਆਉਂਦੇ ਨੇ ਨਾ, ਪਹਿਲੀ ਗੱਲ ਤਾਂ ਇਹ ਹੈ ਕਿ ਮੈਨੂੰ ਇੱਕ ਬੜਾ ਇਤਰਾਜ਼ ਹੈ। ਜਿਹੜੀ ਮੈਂ ਉਹਨਾਂ ਦੀ ਇੰਟਰਵਿਊ ਦੇਖੀ, ਉਹਦੇ ਵਿੱਚ ਇੱਕ ਲੇਡੀ ਉਹਨਾਂ ਨੂੰ ਇੰਟਰਵਿਊ ਕਰ ਰਹੀ ਸੀ। ਉਹਨਾਂ ਦਾ ਸਵਾਰਥ ਹੈ, ਉਹਨਾਂ ਨੇ ਉਹਨਾਂ ਨੂੰ ਪੰਪ ਕਰਨਾ ਹੈ। ਉਹ ਪੰਪ ਕਰਨ ਲਈ ਬਾਰ-ਬਾਰ ਗੁਰੂ ਦੇਵ ਜੀ ਕਹਿ ਰਹੀ ਸੀ। ਸਿੱਖ ਕੌਮ ਦਾ ਗੁਰੂ ਇੱਕ ਗੁਰੂ ਗ੍ਰੰਥ ਸਾਹਿਬ ਜੀ ਹੈ, ਹੋਰ ਕਿਸੇ ਨੂੰ ਗੁਰੂ ਅਖਵਾਉਣ ਦਾ ਅਧਿਕਾਰ ਨਹੀਂ। ਅਗਰ ਉਹ ਕਿਸੇ ਨਿਹੰਗ ਸਿੰਘ ਜਥੇਬੰਦੀ ਦੇ ਨੇ ਤੇ ਜਥੇਦਾਰ ਹੋ ਸਕਦੇ ਨੇ, ਅਗਰ ਉਹ ਕਿਸੇ ਗੱਤਕੇ ਵਾਲੇ ਅਖਾੜੇ ਦੇ ਵੀ ਨੇ ਤੇ ਅਖਾੜੇ ਦੇ ਜਥੇਦਾਰ ਹੋ ਸਕਦੇ ਨੇ, ਉਸਤਾਦ ਹੋ ਸਕਦੇ ਨੇ। ਔਰ ਉਹਨਾਂ ਨੇ ਇੱਕ ਵਾਰੀ ਵੀ ਇਤਰਾਜ਼ ਨਹੀਂ ਕੀਤਾ ਕਿ ਮੈਨੂੰ ਗੁਰੂ ਨਾ ਕਹੋ। ਪਹਿਲਾਂ ਤੇ ਇਹ ਸਿੱਖ ਸਿਧਾਂਤਾਂ ਦੇ ਬਿਲਕੁਲ ਉਲਟ ਗੱਲ ਹੈ। ਔਰ ਉਹਨਾਂ ਦਾ ਸਾਰਾ ਜਿਹੜਾ ਆਧਾਰ ਹੈ ਨਾ ਗੱਲਬਾਤ ਦਾ, ਸਾਰਾ ਜਿਹੜਾ ਗਰਾਊਂਡ ਹੈ, ਸਾਰੀ ਜਿਹੜੀ ਬੇਸ ਹੈ, ਉਹ ਦਸਮ ਗ੍ਰੰਥ ਹੈ। ਔਰ ਸਿਰਫ ਸਨਾਤਨ ਅਸੀਂ ਸਨਾਤਨੀ ਹਾਂ ਇਹ ਸਾਬਤ ਕਰਨ ਦੇ ਵਾਸਤੇ ਉਹ ਬੜੇ ਬੇਤੁਕੇ ਜਿਹੇ ਦਲੀਲਾਂ ਦਿੰਦੇ ਨੇ। ਮੈਂ ਉਹ ਆਪਾਂ ਅੱਗੋਂ ਗੱਲ ਕਰ ਲਾਂਗੇ, ਮੈਂ ਹੁਣ ਉਸ ਪਾਸੇ ਨਾ ਜਾਵਾਂ। ਤੀਸਰਾ ਜਿਹੜਾ ਫੇਸ ਸਾਹਮਣੇ ਆਇਆ ਉਹ ਹੈ ਪੁਨੀਤ ਸਾਹਨੀ ਜੀ। ਅਸਲ ਦੇ ਵਿੱਚ ਇਹੋ ਜਿਹੇ ਬੰਦੇ ਦੇ ਬਾਰੇ ਗੱਲ ਕਰਨਾ, ਡਿਸਕਸ ਕਰਨਾ ਵੀ ਜਿਹੜਾ ਨਾ, ਉਹ ਬੜੀ ਸ਼ਰਮ ਦੀ ਗੱਲ ਹੈ। ਉਹ ਬੰਦਾ ਤਾਂ ਬੜੇ ਹੀ ਹਲਕੇ ਜਿਹੇ ਪੱਧਰ ਦਾ ਹੈ। ਮੈਂ ਕੋਈ ਇਹੋ ਜਿਹਾ ਲਫ਼ਜ਼ ਨਹੀਂ ਵਰਤਣਾ ਚਾਹੁੰਦਾ, ਲੇਕਿਨ ਮਜਬੂਰੀ 'ਚ ਇਹ ਗੱਲ ਮੈਨੂੰ ਕਹਿਣੀ ਪੈ ਰਹੀ ਹੈ। ਬਹੁਤ ਹੀ ਹਲਕੇ ਜਿਹੇ ਪੱਧਰ ਦਾ। ਤੁਸੀਂ ਉਹਦਾ ਪਹਿਰਾਵਾ ਨਹੀਂ ਦੇਖਿਆ? ਜਿਸ ਬੰਦੇ ਨੂੰ ਆਪਣੀ ਲਾਇਲਟੀ ਸਾਬਤ ਕਰਨੀ ਪਵੇ, ਉਹ ਤਿਰੰਗਾ ਝੰਡਾ ਜਿਹੜਾ ਦੇਸ਼ ਦਾ ਝੰਡਾ ਹੈ, ਔਰ ਉਹਦੀ ਯੋਗ ਜਗ੍ਹਾ 'ਤੇ ਵਰਤੋਂ ਹੁੰਦੀ ਹੈ, ਉਹਦੇ ਕੋਈ ਇਤਰਾਜ਼ ਨਹੀਂ। ਲੇਕਿਨ ਕੋਈ ਬੰਦਾ ਹਰ ਵੇਲੇ ਜਿਸ ਵੇਲੇ ਸਕਰੀਨ 'ਤੇ ਆਵੇ, ਸੋਸ਼ਲ ਮੀਡੀਆ 'ਤੇ ਆਵੇ ਅਤੇ ਇੱਕ ਪੱਗ ਉਹ ਜਿਹੀ ਬੰਨ੍ਹ ਕੇ ਆਵੇ, ਇਹਦਾ ਮਤਲਬ ਹੈ ਉਹ ਆਪਣੀ ਲਾਇਲਟੀ ਪ੍ਰੂਵ ਕਰ ਰਿਹਾ। ਜਿਵੇਂ ਮੈਂ ਬੜਾ ਪੱਕਾ ਦੇਸ਼ ਭਗਤ ਹਾਂ। ਇਹੋ ਜਿਹਾ ਜਿਹੜਾ ਪੱਧਰ ਹੁੰਦਾ ਬੜੇ ਨੀਵੇਂ ਬੰਦੇ ਦਾ ਹੁੰਦਾ। ਬਿਲਕੁਲ ਦੋ ਤਰ੍ਹਾਂ ਦੇ ਬੰਦੇ ਹੁੰਦੇ ਨੇ। ਇੱਕ ਜਿਨ੍ਹਾਂ ਦੇ ਅੰਦਰ ਇਨਫੀਰੀਅਰਿਟੀ ਕੰਪਲੈਕਸ ਹੋਵੇ, ਆਪਣੇ ਆਪ ਨੂੰ ਵੱਡਾ ਸਾਬਤ ਕਰਨਾ ਚਾਹੁੰਦੇ ਨੇ ਉਹ। ਇੱਕ ਜਿਹੜੇ ਦੂਜਿਆਂ ਦੇ ਸਾਹਮਣੇ ਦੱਸਣਾ ਚਾਹੁੰਦੇ ਨੇ ਕਿ ਮੈਂ ਬੜਾ ਵੱਡਾ ਦੇਸ਼ ਭਗਤ ਹਾਂ। ਉਹ ਉਸ ਪੱਧਰ ਦਾ ਬੰਦਾ ਹੈ। ਉਹਦੇ ਬਾਰੇ ਗੱਲ ਕਰਨੀ ਮੈਂ ਤਾਂ ਸਮਝਣਾ ਸਾਨੂੰ ਸੋਭਦੀ ਨਹੀਂ। ਮੈਂ ਤੁਹਾਨੂੰ ਪਹਿਲੀ ਗੱਲ, ਉਹ ਸਿੱਖ ਨਹੀਂ ਹੈ, ਉਹ ਪੱਗ ਉਹ ਹਿੰਦੂ ਹੈਗਾ। ਉਹਦੀ ਪੁਰਾਣੀ ਆਪਾਂ ਵੀਡੀਓ ਦੇਖ ਲਓ, ਹਿੰਦੂ ਪਰਿਵਾਰ ਤੋਂ, ਹਿੰਦੂ ਖੱਤਰੀ ਪਰਿਵਾਰ ਤੋਂ ਹੈਗਾ। ਉਹ ਜਾਣ ਬੁੱਝ ਕੇ ਤਿਰੰਗੇ ਵਾਲੀ ਪੱਗ ਸਾਬਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਅਸੀਂ ਜਿਹੜੇ ਸੱਚੇ ਸਿੱਖ ਹੈਗੇ ਨੇ ਉਹ ਸਨਾਤਨੀ ਸਿੱਖ ਨੇ ਤੇ ਅਸੀਂ ਦੇਸ਼ ਪੈਟਰੀਓਟਿਕ ਹਾਂ। ਉਹਦਾ ਇਹ ਥਾਟ ਪ੍ਰੋਸੈਸ ਹੈ। ਹੀ ਇਜ਼ ਨਾਟ ਅ ਸਿੱਖ, ਹੀ ਟਰਾਈਜ਼ ਟੂ portray himself that I am the flag bearer of Sanatani Sikhs. He has coined a new term ਕਿ ਸਨਾਤਨੀ ਸਿੱਖ ਹੀ ਅਸਲ ਸਿੱਖ ਹੈ। ਜਿਹੜੇ ਸਿੱਖ ਆਪਣੇ ਆਪ ਨੂੰ ਕਹਿੰਦੇ ਨੇ, ਜਿਹੜੇ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦਾ ਫਾਲੋਅਰ ਕਹਿੰਦੇ ਆ, ਜਿਹੜੇ ਅੰਮ੍ਰਿਤ ਛਕਦੇ ਆ, ਗੁਰੂ ਦੀ ਮਰਿਆਦਾ ਨੂੰ ਫੋਲੋ ਕਰਦੇ ਆ, ਖੰਡੇ ਬਾਟੇ ਦੀ ਪਹੁਲ ਲੈਂਦੇ ਨੇ, 10 ਗੁਰੂਆਂ ਨੂੰ ਮੰਨਦੇ ਨੇ, ਗੁਰੂ ਗ੍ਰੰਥ, ਇਹ ਜਿਹੜਾ ਸਿਧਾਂਤ ਜਿਹੜਾ ਅੰਮ੍ਰਿਤ ਛਕਣ ਦਾ ਹੈਗਾ, ਇਹ ਮੈਕੌਲਿਫ ਦੀ ਸਿੱਖੀ, ਜਿਹੜਾ 19th ਸੈਂਚੁਰੀ ਦਾ ਸਕਾਲਰ ਸੀਗਾ, ਇਹ ਉਹਦੇ ਸਿੱਖ ਨੇ। ਅਸਲ ਸਿੱਖ ਤੇ ਸਨਾਤਨੀ ਸਿੱਖ ਹੈ। ਤੇ ਸਨਾਤਨੀ ਸਿੱਖ ਸਨਾਤਨ ਧਰਮ ਵੇਦਾਂ ਨੂੰ ਮੰਨਦਾ, ਉਪਨਿਸ਼ਦਾਂ ਨੂੰ ਮੰਨਦਾ, ਦੇਵੀ ਦੇਵਤਿਆਂ ਨੂੰ ਮੰਨਦਾ। ਤੇ ਉਹ ਗੁਰੂਆਂ ਨੇ ਜਿਹੜਾ ਸਾਨੂੰ ਸਿਧਾਂਤ ਦਿੱਤਾ, ਕਹਿੰਦਾ ਉਹ ਗਊ, ਗਰੀਬ ਤੇ ਹਿੰਦੂਆਂ ਤੇ ਬ੍ਰਾਹਮਣਾਂ ਦੀ ਰਕਸ਼ਾ ਲਈ ਬਣਿਆ। ਉਹਦਾ ਇਹ ਥਾਟ ਪ੍ਰੋਸੈਸ ਹੈ। ਨਹੀਂ, ਉਹਦਾ ਥਾਟ ਪ੍ਰੋਸੈਸ ਨਹੀਂ ਹੈ। ਇਹ ਉਹਦੀ ਡਿਊਟੀ ਹੈ। ਉਹ ਇਸ ਕੰਮ ਲਈ ਲਾਇਆ ਹੋਇਆ, ਉਹਨੂੰ ਇਸ ਕੰਮ ਲਈ ਵਰਤਿਆ ਜਾ ਰਿਹਾ। ਉਹ ਇਹ ਗੱਲਾਂ ਨਹੀਂ ਕਰੇਗਾ, ਉਹਨੂੰ ਕੌਣ ਉੱਥੇ ਬਿਠਾਏਗਾ? ਓਕੇ, ਉਹ ਸੋਸ਼ਲ ਮੀਡੀਆ ਦੇ ਉੱਤੇ ਜਾਂ ਟੀਵੀ ਦੇ ਉੱਤੇ ਕਿਸੇ ਚੈਨਲ ਦੇ ਉੱਤੇ ਤਾਂ ਹੀ ਆ ਰਿਹਾ ਕਿਉਂਕਿ ਉਹ ਸਿੱਖ ਕੌਮ ਦੇ ਖਿਲਾਫ ਜਿੰਨਾ ਕਿ ਜ਼ਹਿਰ ਉਗਲ ਸਕਦਾ ਉਹ ਉਗਲ ਰਿਹਾ। ਤਾਂ ਇੱਕ ਡਮੀ, ਇਹਨੂੰ ਆਪਾਂ ਡਮੀ ਸਿੱਖ ਕਹਿ ਲਈਏ। ਡਮੀ ਹੈ, ਡਮੀ ਸਿੱਖ ਬੋਲਦਾ ਹੋਇਆ ਡਮੀ। ਤੁਸੀਂ, ਮੈਨੂੰ ਨਹੀਂ ਸੀ ਪਤਾ ਉਹਦਾ ਬੈਕਗਰਾਉਂਡ ਕੀ ਹੈ, ਪਰ ਤੁਸੀਂ ਜਿਹੜਾ ਦੱਸਿਆ ਕਿ ਉਹ ਸਿੱਖ ਪਰਿਵਾਰ ਚੋਂ ਹੈ ਹੀ ਨਹੀਂ, ਹਿੰਦੂ ਖੱਤਰੀ ਪਰਿਵਾਰ ਤੋਂ। ਹਾਂ, ਚਲੋ ਖੈਰ, ਹਿੰਦੂ ਖੱਤਰੀ ਪਰਿਵਾਰ ਚੋਂ ਹੋਵੇ। ਦੇਖੋ, ਹਿੰਦੂ ਵੀਰ ਵੀ ਬਹੁਤ ਸਾਰੇ ਨੇ ਜਿਹੜੇ ਬਹੁਤ ਚੰਗੇ ਨੇ। ਬਿਲਕੁਲ, ਸਿੱਖ ਕੌਮ ਦਾ ਬੜਾ ਸਤਿਕਾਰ ਕਰਦੇ ਨੇ। ਹਾਂਜੀ, ਉਹਨਾਂ ਨੂੰ ਸੱਚਾਈਆਂ ਪਤਾ ਨੇ। ਉਹਨਾਂ ਦੇ ਸਾਹਮਣੇ ਤੁਸੀਂ ਸਿੱਖ ਕੌਮ ਦੇ ਖਿਲਾਫ ਕੋਈ ਗੱਲ ਕਰੋ ਤੇ ਬੜਾ ਇਤਰਾਜ਼ ਕਰਦੇ ਨੇ। ਬਿਲਕੁਲ, ਲੇਕਿਨ ਕੁਝ ਹੈ ਨੇ ਜਿਹੜੇ ਸਿਰ ਫਿਰੇ ਵੀ ਨੇ। ਜੀ ਜੀ। ਹੁਣ ਇਹ ਜਿਹੜਾ ਚੈਨਲ ਹੈ ਨਾ, ਖਾਸ ਤੌਰ ਦੇ ਉੱਤੇ ਮੇਰੇ ਖਿਆਲ ਕਿ ਜੈਪੁਰ ਡਾਇਲੌਗ, ਇਸ ਤਰ੍ਹਾਂ ਉਹਦੇ ਤੁਸੀਂ ਦੇਖੋ ਜਿਹੜੇ ਕਮੈਂਟਸ ਆਉਂਦੇ, ਉਹਦੇ ਅਦਰ ਪ੍ਰੋਗਰਾਮਸ ਦੇਖੋ ਤੁਸੀਂ। ਹਾਂਜੀ, ਜਿਵੇਂ ਅੱਜ ਦੇਸ਼ ਦੇ ਵਿੱਚ ਇੱਕ ਨਫ਼ਰਤ ਵਾਲਾ ਮਾਹੌਲ ਬਣਾਇਆ ਜਾ ਰਿਹਾ, ਉਹਦੇ ਵਿੱਚ ਇੱਕ ਬੜਾ ਵੱਡਾ ਯੋਗਦਾਨ ਉਹਦਾ ਵੀ ਹੁੰਦਾ। ਹਾਂਜੀ, ਉਸ ਚੈਨਲ ਦਾ ਵੀ। ਬਿਲਕੁਲ, ਸਿੱਖਾਂ ਬਾਰੇ ਹੀ ਨਹੀਂ,
ਵੈਸੇ ਹੀ ਦੇਸ਼ 'ਚ ਜਿਹੜਾ ਨਫ਼ਰਤ ਵਾਲਾ ਮਾਹੌਲ ਬਣਾਇਆ ਜਾ ਰਿਹਾ। ਔਰ ਜਿਹੜੇ ਉਹਦੇ ਨਾਲ ਕਮੈਂਟਸ ਹੁੰਦੇ ਨੇ, ਇੱਕ ਜਿਸ ਦਿਨ ਇਹ ਪ੍ਰੋਫੈਸਰ ਜਸਬੀਰ ਸਿੰਘ ਹੋਰਾਂ ਦਾ ਪ੍ਰੋਗਰਾਮ ਹੁੰਦਾ ਹੈ, ਉਸ ਦਿਨ ਕੁਝ ਕਮੈਂਟਸ ਜਿਹੜੇ ਨੇ ਉਹ ਰੀਜ਼ਨੇਬਲ ਹੁੰਦੇ ਨੇ। ਅਦਰਵਾਈਜ਼ ਉਹ ਕਮੈਂਟਸ ਜਿਹੜੇ ਨੇ ਉੱਥੋਂ ਪਤਾ ਲੱਗਦਾ ਵੀ ਉਹ ਕਿਸ ਪਰਪਸ ਲਈ ਕੀਤਾ ਜਾ ਰਿਹਾ। ਸਾਰਾ ਕਮੈਂਟਸ ਦੇ ਵਿੱਚੋਂ ਲੋਕਾਂ ਦੇ ਉੱਤੇ ਕੀ ਪ੍ਰਭਾਵ ਜਾ ਰਿਹਾ, ਬੜਾ ਕੁਝ ਉੱਥੋਂ ਜਿਹੜਾ ਜਾਗਰ ਹੁੰਦਾ। ਇਹ ਬਦਕਿਸਮਤੀ ਦੀ ਗੱਲ ਹੈ ਕਿ ਕੁਝ ਲੋਕ ਜਿਹੜੇ ਨੇ ਇਹ ਨਫ਼ਰਤ ਵਾਲਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਔਰ ਕੁਝ ਸਿੱਖੀ ਰੂਪ ਵਾਲੇ ਜਿਹੜੇ ਨੇ ਉਹ ਵਰਤੇ ਜਾ ਰਹੇ ਨੇ, ਉਹ ਆਪਣੇ ਆਪ ਨੂੰ ਅਲਾਉ ਕਰ ਰਹੇ ਨੇ ਵਰਤਿਆ ਜਾਣਾ। ਉਹ ਮੈਂ ਜੋ ਸਮਝਿਆ ਉਹਨਾਂ ਦਾ ਚੈਨਲ ਦੇਖ ਕੇ, ਇੱਦਾਂ ਦੇ ਹੋਰ ਵੀ ਚੈਨਲ ਹੈਗੇ ਨੇ, ਇੱਕ ਥੈਂਕਸ ਭਾਰਤ ਵੀ ਹੈਗਾ ਸੀ। ਇਹਨਾਂ ਦਾ ਟੋਟਲ ਜੇ ਤੁਸੀਂ ਐਡੀਟੋਰੀਅਲ ਏਜੰਡਾ ਸਮਝੋ, ਉਹ ਇੱਕ ਇਹੀ ਹੈਗਾ ਕਿ ਹਿੰਦੂਤਵ ਸੁਪਰੀਮੇਸੀ, ਜਿਹਨੂੰ ਹਿੰਦੂ ਤਾਲਿਬਾਨਿਜ਼ਮ ਵੀ ਕਹਿ ਦਈਏ ਤੇ ਗਲਤ ਨਹੀਂ ਹੋਏਗਾ, ਜਿਵੇਂ ਇੱਕ ਇਸਲਾਮਿਕ ਤਾਲਿਬਾਨਿਜ਼ਮ ਹੈ, ਹਿੰਦੂਤਵ ਤਾਲਿਬਾਨਿਜ਼ਮ ਹੈ। ਹਿੰਦੂਤਵ ਸੁਪਰੀਮੇਸੀ ਤੇ ਸਾਰੇ ਜਿਹੜੇ ਰਿਲੀਜਨ ਹੈਗੇ ਨੇ, ਜਾਂ ਤੇ ਉਹ ਹਿੰਦੂ ਧਰਮ ਦੀ ਬ੍ਰਾਂਚ ਨੇ, ਤੇ ਜਿਹੜੇ ਮੁਸਲਮਾਨ ਤੇ ਕ੍ਰਿਸਚਨੀਅਤ ਹੋਰ ਜਿਹੜੇ ਹੈਗੇ ਨੇ, ਇਹ ਸਾਰੇ ਐਂਟੀ ਨੇਸ਼ਨ ਨੇ, ਇਹ ਐਂਟੀ ਇੰਡੀਅਨ ਨੇ ਤੇ ਇਹ ਫੋਰਨਰ ਨੇ। ਬੇਸਿਕਲੀ ਉਹਨਾਂ ਦੀ ਜਿਹੜੀ ਸਾਰੀ ਥਿਉਰੀ ਦਾ ਜਿਹੜਾ ਸਾਰ ਹੈ ਨਾ, ਉਹ ਇਹੀ ਹੈਗਾ, ਜਾਂ ਤੇ ਤੁਸੀਂ ਹਿੰਦੂ ਧਰਮ ਦੀ ਸ਼ਾਖਾ ਹੋ, ਨਹੀਂ ਤੇ ਤੁਸੀਂ ਦੇਸ਼ ਧਰੋਹੀ ਹੋ। ਇਹ ਉਹਨਾਂ ਦੀ ਪੂਰੀ ਉਹਦਾ, ਜਿਹੜਾ ਬੰਦਾ ਕਹੇਗਾ ਨਹੀਂ ਮੈਂ ਪ੍ਰਾਊਡ ਇੰਡੀਅਨ ਹਾਂ ਤੇ ਮੇਰਾ ਰਿਲੀਜਨ ਅਲੱਗ ਹੈ, ਮੈਂ ਅਲੱਗ ਹਾਂ, ਤੇ ਕਹਿਣਗੇ ਇਹ ਖਾਲਿਸਤਾਨੀ ਹੈ। ਸੋ ਇਹ ਉਹਨਾਂ ਦੀ ਪੂਰੀ ਥਿਉਰੀ ਦਾ, ਜੇ ਆਪਾਂ ਕਹਿ ਲਈਏ, ਸਕੂਪ ਹੈ। ਗੱਲ ਹੋਰ ਪਾਸੇ ਚਲੀ ਜਾਏਗੀ। ਤੁਸੀਂ ਇਹ ਗੱਲ ਕੀਤੀ ਹੈ ਨਾ ਜਿਹੜੀ, ਇੱਕ ਮੈਂ ਉਹਨਾਂ ਦੀ ਵੀਡੀਓ ਦੇਖੀ ਜਿਹਦੇ ਵਿੱਚ ਉਹ ਬਾਰ-ਬਾਰ ਪੁੱਛ ਰਿਹਾ ਹੈ ਜਿਹੜਾ ਐਂਕਰ ਹੈ ਕਿ ਜੀ ਥੋੜੀ ਅੰਮ੍ਰਿਤਪਾਲ ਬਾਰੇ ਬਾਤ ਕੀजिए, ਅੰਮ੍ਰਿਤਪਾਲ ਬਾਰੇ ਬਤਾਈਏ, ਖਾਲਿਸਤਾਨ ਬਾਰੇ ਬਤਾਈਏ। ਉਹ ਅੱਗੋਂ ਬੜਾ ਮਜ਼ਾਕ ਉਡਾਉਂਦਾ ਵੀ ਪੁਲਿਸ ਆ ਗਈ, ਡਰ ਕੇ ਭੱਜ ਗਏ, ਇਹ ਹੋ ਗਿਆ, ਉਹ ਹੋ ਗਿਆ। ਪਹਿਲਾਂ ਜਿਸ ਵੇਲੇ ਤੁਸੀਂ ਸਿੱਖਾਂ ਦੇ ਮਨ ਦੇ ਵਿੱਚ ਇਹ ਭਰੋ ਕਿ ਤੁਸੀਂ ਉਹਨਾਂ ਦੇ ਖਿਲਾਫ ਜ਼ਹਿਰ ਉਗਲ ਰਹੇ ਹੋ, ਤੇ ਉਹਦੇ ਨਾਲ ਉਹ ਖਾਲਿਸਤਾਨ ਵੱਲ ਜਾਣਗੇ ਕਿ ਤੁਹਾਡੇ ਵੱਲ ਆਉਣਗੇ। ਜਿਸ ਵੇਲੇ ਸਿੱਖਾਂ ਦੇ ਅੰਦਰ ਇਹ ਸੋਚ ਹੋਵੇ ਵੀ ਇਹ ਸਾਨੂੰ ਨਫ਼ਰਤ ਕਰਦੇ ਨੇ, ਇਹ ਸਾਡੇ ਬਾਰੇ ਮਾੜਾ ਬੋਲਦੇ ਨੇ, ਇਹ ਸਾਡੇ ਧਰਮ ਨੂੰ ਖ਼ਤਮ ਕਰਨਾ ਚਾਹੁੰਦੇ ਨੇ, ਸਾਡੀ ਕੌਮ ਨੂੰ ਜਜ਼ਬ ਕਰਨਾ ਚਾਹੁੰਦੇ ਨੇ, ਤੇ ਉਹਨਾਂ 'ਚ ਇੱਕ ਰੋਸ ਪੈਦਾ ਹੋਣਾ ਸੁਭਾਵਿਕ ਹੈ। ਮੈਂ ਇੱਕ ਮਿੰਟ ਦੀ ਗੱਲ ਮੈਨੂੰ ਪੂਰੀ ਕਰ ਲੈਣ ਦਿਓ। ਉਹਦੇ ਬਾਅਦ ਜਿਹੜੀ ਉਹਨੇ ਗੱਲ ਕਹੀ ਜੀ ਉਹ ਭੱਜ ਗਏ। ਜੇ ਤੁਸੀਂ ਸਿੱਖਾਂ ਦੀ ਬਹਾਦਰੀ ਦੀ ਗੱਲ ਕਰਨੀ ਹੈ ਨਾ, ਤੇ ਉਹਦਾ ਮੁਜੱਸਮਾ ਅੰਮ੍ਰਿਤਪਾਲ ਨਹੀਂ ਹੈ, ਉਹਦਾ ਮੁਜੱਸਮਾ ਜਨਰਲ ਜਗਜੀਤ ਸਿੰਘ ਅਰੋੜਾ, ਜਿਨੇ ਪਾਕਿਸਤਾਨ ਦੀਆਂ 93,000 ਫੌਜਾਂ ਦੇ ਕੋਲੋਂ ਹਥਿਆਰ ਸਟਾਤੇ। ਔਰ ਜਸਨੀਤ ਸਿੰਘ ਜੀ, ਸ਼ਾਇਦ ਤੁਹਾਨੂੰ ਪਤਾ ਹੈ ਕਿ ਨਹੀਂ, ਇਹ ਹਿਸਟੋਰੀਕਲ ਫੈਕਟ ਹੈ ਜੋ ਮੈਂ ਕਹਿ ਰਿਹਾ ਕਿ ਪਾਕਿਸਤਾਨ ਦੀਆਂ ਫੌਜਾਂ ਕੋਲ ਅਜੇ 5-6 ਦਿਨ ਦਾ ਰਾਸ਼ਨ ਵੀ ਸੀ ਤੇ ਗੋਲੀ ਸਿੱਕਾ ਵੀ ਸੀ। ਉਸ ਵੇਲੇ ਉਹ ਹਾਲਾਤ ਪੈਦਾ ਕਰਦੇ ਨੇ ਕਿ 93,000 ਬੰਦਾ ਹਥਿਆਰ ਸੁੱਟ ਦੇਵੇ। ਇਹ ਆਪਣੇ ਆਪ ਦੇ ਵਿੱਚ ਇੱਕ ਦੁਨੀਆ ਦੇ ਵਿੱਚ ਇੱਕ ਐਗਜ਼ਾਮਪਲ ਹੈ। ਜੇ ਸਿੱਖਾਂ ਦੀ ਬਹਾਦਰੀ ਦੀ ਗੱਲ ਕਰਨੀ ਹੈ ਨਾ, ਤੇ ਜਨਰਲ ਹਰਬਖਸ਼ ਸਿੰਘ ਦੀ ਗੱਲ ਕਰੋ। 65 ਦੀ ਜੰਗ ਵੇਲੇ ਪਾਕਿਸਤਾਨ ਸਾਡੇ ਅੰਦਰ ਵੜਿਆ ਰਿਹਾ ਸੀ, ਖੇਮ ਕਰਨ ਤੱਕ ਆ ਗਏ ਸੀ ਐਗਜ਼ੈਕਟਲੀ। ਔਰ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਬਿਆਸ ਦੇ ਪਿੱਛੇ ਆ ਜਾਓ। ਸਿੱਖ ਫੌਜੀਆਂ ਨੇ ਛਾਤੀ ਤੇ ਐਂਟੀ ਮਾਈਨ ਮਾਰਨ ਕੇ ਟੈਂਕਾਂ ਤੇ, ਜਿਹੜੇ ਪੈਂਟਾ ਟੈਂਕ ਸੀਗੇ, ਪੈਂਟਨ ਟੈਂਕ ਅਮਰੀਕਾ ਦੇ, ਪੈਟਨ ਟੈਂਕ, ਉਹ ਫਾੜੇ ਸੀ। ਔਰ ਜਨਰਲ ਹਰਬਖਸ਼ ਸਿੰਘ ਨੇ ਕਿਹਾ ਸੀ ਕਿ 1 ਇੰਚ ਨਹੀਂ ਆਪਣੀ ਧਰਤੀ ਦੀ ਜਾਣ ਦਿਆਂਗਾ। ਸਾਡਾ ਦਰਬਾਰ ਸਾਹਿਬ ਹੈ ਇੱਥੇ ਅੰਮ੍ਰਿਤਸਰ ਦੇ ਵਿੱਚ, ਅਸੀਂ ਪਹਿਲੇ ਅਰਦਾਸ ਕਰਨੇ ਆ ਵੀ ਜਿਹੜੇ ਗੁਰਦੁਆਰੇ ਜਿਨ੍ਹਾਂ ਤੋਂ ਵਿਛੋੜਿਆ ਗਿਆ, 1 ਇੰਚ ਨਹੀਂ ਜਾਣ ਦਿਆਂਗੇ, ਅਸੀਂ ਮਰ ਜਾਵਾਂਗੇ, ਸਾਡੇ ਮਰਨ ਤੋਂ ਬਾਅਦ ਇੱਥੇ ਕੋਈ ਕਬਜ਼ਾ ਕਰੇਗਾ। ਔਰ ਤਾਕੇ ਪਿੱਛੇ ਪਾਕਿਸਤਾਨ ਦਾ ਕਿੰਨੀ ਟੈਰੀਟਰੀ ਕਵਰ ਕਰ ਲਈ ਸੀ ਬਾਅਦ ਦੇ ਵਿੱਚ ਤਾਸ਼ਕੰਦ ਐਗਰੀਮੈਂਟ ਦੇ ਅਗੇਂਸਟ, ਜਿਹੜੀ ਉਹਨਾਂ ਨੂੰ ਦੇ ਦਿੱਤੀ ਗਈ। ਬਹਾਦਰੀ ਕਰਨੀ ਸਿੱਖਾਂ ਦੀ ਗੱਲ ਕਰਨੀ ਹੈ ਨਾ, ਤੇ ਜਿਹੜੇ ਰੋਜ਼ ਜੰਮੂ ਕਸ਼ਮੀਰ ਦੇ ਵਿੱਚੋਂ ਜਿੰਨੀਆਂ ਲਾਸ਼ਾਂ ਆਉਂਦੀਆਂ ਨੇ ਸ਼ਹੀਦ ਫੌਜੀਆਂ ਦੀਆਂ, ਉਹਨਾਂ ਵਿੱਚੋਂ ਕਿੰਨੀਆਂ ਸਿੱਖਾਂ ਦੇ ਹੁੰਦੀਆਂ ਨੇ, ਕਦੀ ਹਿਸਾਬ ਤੇ ਲਾ ਕੇ ਵੇਖੋ। ਉੱਥੇ ਬਹਿ ਕੇ ਮਜ਼ਾਕ ਉਡਾ ਦੇਣਾ ਕਿਸੇ ਅੰਮ੍ਰਿਤਪਾਲ ਦੇ ਨਾਂ ਦੇ ਉੱਤੇ, ਸ਼ਰਮ ਆਉਣੀ ਚਾਹੀਦੀ ਇਹੋ ਜਿਹੇ ਬੰਦਿਆਂ ਨੂੰ। ਅਜੇ ਪਿੱਛੇ ਮੈਨੂੰ ਬਹੁਤ ਹਰਟ ਹੋਇਆ ਜੀ, ਔਰ ਦੁੱਖ ਲੱਗਾ। ਅਜੇ ਪਿੱਛੇ ਇੱਕ ਸਿੱਖ ਜਿਹੜਾ ਚੀਨੀਆਂ ਨੂੰ ਚੱਕ ਕੇ ਕਿੰਨੇ, ਉਹ ਜਿਹੜਾ ਸ਼ਹੀਦ ਹੋਇਆ ਸੀ, ਮੈਂ ਕਿਹਾ 21-22 ਸਾਲ ਦਾ ਮੁੰਡਾ ਸੀ, ਗੁਰਤੇਜ ਸਿੰਘ। ਉਹ ਮੇਰੇ ਖਿਆਲ 21-22 ਸਾਲ ਦਾ ਸੀਗਾ, ਤੇ ਕਿੰਨੇ ਚੀਨੀਆਂ ਨੂੰ ਮਾਰ ਗਿਆ ਸੀਗਾ। ਲਾਲ ਬਹਾਦਰ ਸ਼ਾਸਤਰੀ ਨੇ ਕਿਹਾ ਸੀ ਸਿੱਖਾਂ ਨੂੰ ਦੇਸ਼ ਦੇ ਰਖਵਾਲੇ 1965 ਦੀ ਜੰਗ ਤੋਂ ਬਾਅਦ। ਸੋ ਮੈਂ ਪ੍ਰੋਫੈਸਰ ਖਾਲਸਾ ਜੀ, ਜਿਹੜਾ ਇਹ ਲਫ਼ਜ਼ ਇਹ ਬੋਲਦੇ ਨੇ
ਤੁਸੀਂ ਮੈਂ ਪ੍ਰੋਫੈਸਰ ਜਗਬੀਰ ਸਿੰਘ ਉਹਨਾਂ ਤੇ ਦੁਬਾਰਾ ਆਉਣਾ ਚਾਹਾਂਗਾ। ਤੁਸੀਂ ਕਿਹਾ ਕਿ ਉਹਨਾਂ ਦੀ ਜਿਹੜੀ ਪਕੜ ਹੈਗੀ ਉਹ ਵੇਦਾਂ ਤੇ ਹਿੰਦੂ ਸਕ੍ਰਿਪਚਰਸ ਤੇ ਜ਼ਿਆਦਾ ਹੈ, ਸਿੱਖ ਧਰਮ ਦੇ ਬਾਰੇ ਨਹੀਂ ਜਾਣਦੇ, ਵੈਸੇ ਇਜ਼ ਅ ਲਰਨਡ ਪਰਸਨ। ਠੀਕ ਹੈ ਸਿੰਘ ਸਾਹਿਬ, ਇੱਕ ਨਾ ਸਾਈਕੋਲੋਜੀ ਵਿੱਚ ਇੱਕ ਉਹ ਹੁੰਦੀ ਹੈ ਟਰਮ ਜਿਹਨੂੰ ਅਸੀਂ ਕਹਿੰਦੇ ਹਾਂ, ਇੱਕ ਥਾਟ ਪ੍ਰੋਸੈਸ ਹੁੰਦਾ, ਉਹਨੂੰ ਅਸੀਂ ਲੀਗਲ ਦੇ ਵਿੱਚ ਵੀ ਯੂਜ਼ ਹੁੰਦਾ ਤੇ ਸਾਈਕੋਲੋਜਿਸਟ ਵੀ ਯੂਜ਼ ਦੇ ਵਿੱਚ ਵੀ ਆਉਂਦਾ। ਉਹਨੂੰ ਕਹਿੰਦੇ ਕਨਫਰਮੇਸ਼ਨ ਬਾਇਸ। ਮੈਂ ਇਹਦੇ ਬਾਰੇ ਆਪਣੇ ਵਿਊਅਰਸ ਨੂੰ ਵੀ ਦੱਸਣਾ ਚਾਹਾਂਗਾ। ਕਨਫਰਮੇਸ਼ਨ ਬਾਇਸ ਇੱਕ ਐਡ ਮੈਂਟਲੀ ਬੰਦਾ ਫਿਨੋਮੀਨਾ ਹੁੰਦਾ ਹੈ ਜਿਹਦੇ ਵਿੱਚ ਬੰਦਾ ਉਹੀ ਚੀਜ਼ ਲੱਭਦਾ ਹੈ ਜੋ ਉਹਦੇ ਆਲਰੇਡੀ ਐਗਜ਼ਿਸਟਿੰਗ ਥਾਟ ਨੂੰ ਸੈਟੀਸਫਾਈ ਕਰੇ। ਫੋਰ ਐਗਜ਼ਾਮਪਲ, ਜੇ ਕੋਈ ਇਨਵੈਸਟੀਗੇਟਿੰਗ ਆਫਿਸਰ ਹੈ, ਉਹ ਇੱਕ ਰੇਪ ਕੇਸ ਨੂੰ ਇਨਵੈਸਟੀਗੇਟ ਕਰ ਰਿਹਾ ਤੇ ਉਹਨੇ ਕਿਤੇ ਨਾ ਕਿਤੇ ਮੰਨ ਲਿਆ ਕਿ ਲੜਕਾ ਹੀ ਗਲਤ ਹੈ ਤੇ ਕੁੜੀ ਠੀਕ ਹੈ, ਤੇ ਉਹ ਉਹੀ ਕੇਸ ਦੱਬੇਗਾ ਜਿਹਦੀ ਉਹ ਸਾਬਿਤ ਕਰਨ ਦੀ ਕੋਸ਼ਿਸ਼ ਕਰੇਗਾ ਕਿ ਹਾਂ ਇਹ ਕਿ ਉਹ ਵਾਲੇ ਕੇਸ ਦੇਖੇਗਾ ਹੀ ਨਹੀਂ, ਉਹ ਵਾਲਾ ਐਸਪੈਕਟ ਦੇਖਣ ਦੀ ਕੋਸ਼ਿਸ਼ ਹੀ ਨਹੀਂ ਕਰੇਗਾ ਕਿ ਕੁੜੀ ਨੇ ਕਨਕੌਕਸ਼ਨ ਕੀਤੀ ਹੋ ਸਕਦੀ ਹੈ ਜਾਂ ਕੁਝ ਕ੍ਰੀਏਟ ਕੀਤਾ ਹੋ ਸਕਦਾ ਹੈ ਜਾਂ ਵਾਈਸ ਵਰਸਾ। ਇਹਨੂੰ ਕਹਿੰਦੇ ਕਨਫਰਮੇਸ਼ਨ ਬਾਇਸ। ਇਹ ਲੀਗਲ ਲਾਇਰਸ ਦੇ ਵਿੱਚ ਵੀ ਪੜ੍ਹਾਇਆ ਜਾਂਦਾ ਹੈ। ਸੋ ਮੈਨੂੰ ਤੁਹਾਨੂੰ ਲੱਗਦਾ ਕਿ ਜਿਹੜੇ ਜੇ ਇੰਨੇ ਲਰਨਡ ਪਰਸਨ ਨੇ ਜਿਵੇਂ ਤੁਸੀਂ ਦੱਸ ਰਹੇ ਹੋ, ਉਹ ਵੀ ਕਿਸੇ ਕਨਫਰਮੇਸ਼ਨ ਬਾਇਸ ਦੇ, ਕਿਉਂਕਿ ਉਹਨਾਂ ਦਾ ਫਾਊਂਡੇਸ਼ਨ ਜਿਹੜੀ ਹੈਗੀ ਉਹ ਹਿੰਦੂ ਮਤ ਹੈਗੀ ਹੈ ਤੇ ਉਹ ਲਾ ਕੇ ਫਿੱਟ ਕਰ ਰਹੇ ਨੇ ਕਿ ਸਿੱਖ ਹਿੰਦੂ ਵੇਦ ਦਾ ਧਰਮ ਦਾ ਪੜ੍ਹਨੇ, ਕਿ ਉਹ ਕਨਫਰਮੇਸ਼ਨ ਬਾਇਸ ਦੇ ਸ਼ਿਕਾਰ ਤੇ ਨਹੀਂ। ਦੈਟ ਇਜ਼ ਕਿਉਂਕਿ ਉਹਨੇ ਪ੍ਰੈਜੁਡਿਸ ਥਿੰਕਿੰਗ ਨੇ, ਨਹੀਂ ਤੇ ਇੱਕ ਓਪਨਨੈਸ ਤੇ ਇੱਕ ਇੰਟੈਲੈਕਚੁਅਲ ਦੇ ਵਿੱਚ ਹੁੰਦੀ ਹੈ, ਉਹ ਇੰਨੀ ਕਦੀ ਬਾਇਸ ਸਟੇਟਮੈਂਟ ਨਹੀਂ ਦਿੰਦਾ। ਐਗਜ਼ੈਕਟਲੀ, ਬਿਲਕੁਲ ਤੁਹਾਡੀ ਗੱਲ ਜਿਹੜੀ ਹੈ ਨਾ 16 ਨੇ ਸਹੀ ਹੈ। ਹਾਂਜੀ, ਅਸਲ ਦੇ ਵਿੱਚ ਸੇਮ ਵਰਡ ਨੇ ਜਿਹੜੇ ਗੁਰਬਾਣੀ ਵਿੱਚ ਵੀ ਆਉਂਦੇ ਨੇ ਤੇ ਹਿੰਦੂ ਸਕ੍ਰਿਪਚਰਸ ਦੇ ਵਿੱਚ ਵੀ ਆਉਂਦੇ ਨੇ, ਬਟ ਕੰਟੈਕਸਟ ਅਲੱਗ ਹੈ। ਕੰਟੈਕਸਟ ਅਲੱਗ ਹੈ। ਐਗਜ਼ੈਕਟਲੀ, ਕੰਟੈਕਸਟ ਬਿਲਕੁਲ ਅਲੱਗ ਹੈ। ਅਲੱਗ ਹੈ। ਜਿਵੇਂ ਹੁਣ ਇੱਕ ਓੰਕਾਰ ਦੀ ਉਹ ਬੜੀ ਉਹਨਾਂ ਨੇ ਚਰਚਾ ਕੀਤੀ ਹੈ। ਹਾਂਜੀ, ਹਾਂ, ਮੈਂ ਉਸੇ ਤੇ ਆ ਰਿਹਾ ਸੀ ਕਿ ਉਹ ਕਹਿੰਦੇ ਨੇ ਓਮਕਾਰਾ ਤੇ ਇੱਕ ਓੰਕਾਰ ਇੱਕੋ ਹੀ ਗੱਲ ਹੈ। ਹੁਣ ਇਸ ਨੂੰ ਤੁਸੀਂ ਕਿਵੇਂ ਦੇਖਦੇ? ਦੇਖੋ, ਗੱਲ ਇਹ ਹੈ ਵੀ ਉਹਨਾਂ ਦਾ ਜਿਹੜਾ ਕਨਸੈਪਟ ਹੈ ਨਾ, ਉਹ ਇਹ ਹੈ ਕਿ ਓਮ ਲਫ਼ਜ਼ ਜਿਹੜਾ ਬ੍ਰਹਮ ਵਾਸਤੇ ਵਰਤਿਆ ਜਾਂਦਾ ਹੈ। ਹਾਂਜੀ, ਤੇ ਗੁਰਬਾਣੀ ਵੀ ਬ੍ਰਹਮ ਨੂੰ ਮੰਨਦੀ ਹੈ। ਹਾਂਜੀ, ਬ੍ਰਹਮ ਦਿਸੈ ਬ੍ਰਹਮ ਸੁਣੀ ਹੈ, ਗੁਰਬਾਣੀ ਕਹਿੰਦੀ ਹੈ। ਜੋ ਬ੍ਰਹਮ ਵਿਚਾਰੇ ਸੋ ਬ੍ਰਹਮਨ ਕੀ ਹੈ ਹਮਾਰਾ। ਗੁਰਬਾਣੀ ਦੇ ਬਹੁਤ ਪ੍ਰਮਾਣ ਨੇ। ਹਾਂਜੀ, ਹਾਂਜੀ, ਲੇਕਿਨ ਗੁਰਬਾਣੀ ਦੇ ਵਿੱਚ ਤੇ ਇੰਨੇ ਨਾਂ ਲਏ ਨੇ ਅਕਾਲ ਪੁਰਖ ਦੇ, ਇੱਕ ਬ੍ਰਹਮ ਤੇ ਨਹੀਂ ਇਕੱਲਾ ਲਿਆ। ਰਾਮ ਵੀ ਲਿੱਤਾ ਗਿਆ ਹੈ, ਗੋਪਾਲ ਵੀ ਲਿਖਿਆ ਗਿਆ, ਰਹੀਮ ਲਿੱਤਾ ਗਿਆ, ਗੋਪਾਲ, ਅੱਲਾ, ਖੁਦਾਏ ਖੁਦਾ, ਪਰਵਰਦਗਾਰ, ਦੈਨ ਤੁਹਾਡਾ ਗੋਬਿੰਦ, ਗੋਪਾਲ, ਟੋਟਲ ਜਿਹੜੇ ਨੇ ਤੁਸੀਂ ਹੈਰਾਨ ਹੋਵੋਗੇ ਕਿ ਦੇ ਆਰ ਮੋਰ ਦੈਨ 60 ਨੇਮਸ ਜਿਹੜੇ ਲਏ ਨੇ। ਸਿੱਖ ਕੌਮ ਦੇ ਵਿੱਚ ਨਾਂ ਦਾ ਤਾਂ ਮਸਲਾ ਹੀ ਕੋਈ ਨਹੀਂ। ਸਾਡੇ ਸਤਿਗੁਰੂ ਨੇ ਇੱਕ ਫੈਸਲਾ ਕਰਤਾ, ਕੀਰਤਮ ਨਾਮ ਜਪੇ ਤੇਰੇ ਜੇ ਬਸ ਸਤ ਨਾਮ ਤੇਰਾ ਬੜਾ ਪੂਰਬਲਾ। ਅਸੀਂ ਜਿਹੜੇ ਤੁਹਾਡੇ ਗੁਣ ਵੇਖੇ ਅਕਾਲ ਪੁਰਖ ਦੇ, ਉਹਦੇ ਹਿਸਾਬ ਨਾਲ ਅਸੀਂ ਉਹਦੇ ਨਾਂ ਰੱਖ ਲਏ। ਅਸੀਂ ਵੇਖਿਆ ਕਿ ਉਹ ਧਰਤੀ ਦਾ ਸਹਾਰਾ ਹੈ ਤੇ ਉਹਨੂੰ ਗੋਪਾਲ ਦੇ ਹੈ, ਅਸੀਂ ਉਹਨੂੰ ਗੋਬਿੰਦ ਕਹਿਤਾ। ਗੋ ਧਰਤੀ, ਬਿੰਦ ਉਹਦਾ ਸਹਾਰਾ। ਅਸੀਂ ਕਿਹਾ ਵੀ ਸਾਰੀ ਧਰਤੀ ਦੀ ਪਾਲਣਾ ਉਹ ਕਰ ਰਿਹਾ ਸੀ, ਉਹਦਾ ਨਾਂ ਗੋਪਾਲ ਰੱਖ ਲਿਆ। ਆਪਾਂ ਡਿਟੇਲ 'ਚ ਉਹਦੇ ਨਾਂ ਜਾਈਏ। ਠੀਕ ਹੈ। ਉਹਨਾਂ ਵਿੱਚੋਂ ਇੱਕ ਨਾਂ ਬ੍ਰਹਮ ਹੈ। ਸਵਾਲ ਤੇ ਹੈ ਕਿ ਅਪਰੋਚ ਕੀ ਹੈ। ਠੀਕ ਹੈ, ਬਿਲਕੁਲ। ਅਸੀਂ ਪਹੁੰਚਣਾ ਕਿੱਥੇ ਚਾਹੁੰਦੇ ਹਾਂ। ਹੁਣ ਇੱਕ ਦੋ ਮੈਂ ਵੇਖਿਆ ਪ੍ਰੋਫੈਸਰ ਜਗਬੀਰ ਸਿੰਘ ਹੋਰਾਂ ਨੇ ਤਾਂ ਪੂਰਾ ਮੂਲ ਮੰਤਰ ਵੀ ਬੋਲਿਆ। ਉਹ ਜਾਂਦੇ ਨੇ ਤੇ ਨਿਰਭਉ ਨਿਰਵੈਰ ਦੇ ਕੋਲ ਜਾ ਕੇ ਫਿਰ ਜਿਹੜਾ ਨਾ ਅੱਗੋਂ ਚੁੱਪ ਕਰ ਜਾਂਦੇ ਨੇ। ਜੇ ਇੱਕ ਅਕਾਲ ਪੁਰਖ ਹੈ, ਸਾਡਾ ਜਿਹੜਾ ਕਨਸੈਪਟ ਹੈ, ਸਾਡਾ ਕਨਸੈਪਟ ਮੂਲ ਮੰਤਰ 'ਚ ਕਲੀਅਰ ਹੈ। ਬਿਲਕੁਲ। ਇੱਕ ਓੰਕਾਰ, ਸਤਨਾਮ ਕਰਤਾ ਪੁਰਖ, ਇੱਕ ਅਕਾਲ ਪੁਰਖ ਵਾਹਿਗੁਰੂ ਹੈ ਔਰ ਇੱਕ ਰਸ ਹੈ, ਕਾਰ, ਇੱਕ ਰਸ ਹੈ। ਹੁਣ ਜਿਹੜਾ ਇੱਥੇ ਹੀ ਮੈਂ ਗੱਲ ਕਰਾਂ, ਜਿਹੜਾ ਵੈਦਿਕ ਕਨਸੈਪਟ ਹੈ ਉਹ ਇਹ ਹੈ ਕਿ 4 ਯੁੱਗ ਨੇ। 4 ਯੁੱਗਾਂ ਦੇ ਵਿੱਚ ਧਰਮ ਜਿਹੜਾ ਉਹ ਘਟਦਾ ਰਹਿੰਦਾ। ਸਤਯੁੱਗ ਦੇ ਵੀ ਧਰਮ ਦੇ 4 ਪੈਰ ਹੁੰਦੇ ਨੇ, ਫਿਰ ਤ੍ਰੇਤੇ ਵਿੱਚ 3 ਹੋ ਜਾਂਦੇ ਨੇ, ਦੁਆਪਰ 'ਚ 2 ਹੋ ਜਾਂਦੇ ਨੇ, ਕਲਯੁੱਗ ਅੱਜ ਕਹਿੰਦੇ ਨੇ ਵੀ ਅੱਜ ਕੱਲ੍ਹ ਕਲਯੁੱਗ ਹੈ ਤੇ 1 ਪੈਰ ਹੈ। ਸਭ ਤੋਂ ਪਹਿਲਾਂ ਤਾਂ ਗੁਰਬਾਣੀ ਆ ਯੁੱਗਾਂ ਵਾਲੇ ਕਨਸੈਪਟ ਨੂੰ ਨਹੀਂ ਮੰਨਦੀ। ਕਈ ਕਹਿਣਗੇ ਵੀ ਗੁਰਬਾਣੀ ਦੇ ਵਿੱਚ ਤਾਂ ਬੜੀ ਵਾਰੀ ਯੁੱਗਾਂ ਦੀ ਗੱਲ ਆਉਂਦੀ ਹੈ, ਪਰ ਗੁਰਬਾਣੀ ਕਹਿੰਦੀ ਸਤਯੁਗ ਰਥ ਸੰਤੋਖ ਕਾ ਧਰਮ ਅੱਗੇ ਰਥਵਾ। ਤੁਸੀਂ ਜੇ ਆਪਣਾ ਜੀਵਨ ਸੰਤੋਖ ਵਾਲਾ ਬਤੀਤ ਕਰ ਰਹੇ ਹੋ ਤੇ ਧਰਮ ਅਨੁਸਾਰ ਬਤੀਤ ਕਰ ਰਹੇ ਹੋ, ਅੱਜ ਵੀ ਸਤਯੁਗ 'ਚ ਜੀ ਰਹੇ ਹੋ। ਜੇ ਤੁਸੀਂ ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾ,
ਜੇ ਤੁਸੀਂ ਤ੍ਰਿਸ਼ਨਾ ਦੇ ਮਾਰੇ ਹੋਏ ਜੀਵਨ ਜੀ ਰਹੇ ਹੋ ਤੇ ਝੂਠ ਦਾ ਸਹਾਰਾ ਲਿਆ ਹੋਇਆ ਤੇ ਤੁਸੀਂ ਕਲਯੁਗ ਦੇ ਵਿੱਚ ਜੀ ਰਹੇ ਹੋ। ਉਹ ਜੇ ਅਸੀਂ ਉਹਨਾਂ ਦੀ ਉਸ ਗੱਲ ਦੀ ਗੱਲਬਾਤ ਕਰੀਏ ਤੇ ਜਿਸ ਯੁੱਗ ਨੂੰ ਸਤਯੁਗ ਕਿਹਾ ਜਾਂਦਾ ਉਹਦੇ 'ਚ ਹਰਨਾਕਸ਼ ਨਹੀਂ ਸੀ। ਜਿਹਨੂੰ ਤ੍ਰੇਤਾ ਕਿਹਾ ਜਾਂਦਾ ਜੇ ਰਾਮਚੰਦਰ ਸਨ ਤੇ ਰਾਵਣ ਵੀ ਸੀ। ਜਿਹਨੂੰ ਦੁਆਪਰ ਕਿਹਾ ਜਾਂਦਾ ਜੇ ਕ੍ਰਿਸ਼ਨ ਜੀ ਸਨ ਤੇ ਕੰਸ ਵੀ ਸੀ। ਔਰ ਸਿਰਫ ਕੰਸ ਹੀ ਨਹੀਂ ਸੀ, ਜਿਹੜਾ ਮਹਾਭਾਰਤ ਦਾ ਜੰਗ ਹੋਇਆ, ਮੈਂ ਉਹਦੇ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਕੀ ਉਹਨਾਂ ਲੋਕਾਂ ਦੇ ਆਚਰਣ ਬਾਰੇ ਕਹੋਗੇ? ਸਹੀ ਗੱਲ। ਜਿਹੜੇ ਕਿ ਆਪਣੇ ਘਰ ਦੀ ਇੱਕ ਧੀ ਨੂੰ ਦਰਬਾਰ 'ਚ ਨੰਗੀ ਕਰਕੇ ਕਹਿੰਦੇ ਮੇਰੇ ਪੱਟ ਤੇ ਬਿਠਾ ਕਿ ਉਹਨਾਂ ਦੇ ਆਚਰਣ ਦੀ ਗੱਲ ਕਰੋਗੇ? ਕਿਹੜਾ ਧਰਮ ਸੀ ਉਸ ਵੇਲੇ? ਔਰ ਜਿਹੜੇ ਧਰਮ ਦੇ ਮੁੱਖ ਦਾਅਵੇਦਾਰ ਉਹ ਤਾਂ ਉੱਥੇ ਬੈਠੇ ਸਨ ਸਾਹਮਣੇ। ਗੁਰਬਾਣੀ ਇਸ ਕਨਸੈਪਟ ਨੂੰ ਨਹੀਂ ਮੰਨਦੀ। ਉਹ ਤਾਂ ਗੁਰਬਾਣੀ ਜਿਹੜਾ ਟ੍ਰਿਨਿਟੀ ਦਾ ਕਨਸੈਪਟ ਹੈ, ਬ੍ਰਹਮਾ ਵਿਸ਼ਨੂੰ ਮਹੇਸ਼ ਦਾ, ਉਹਨੂੰ ਸ਼ਰੇਆਮ ਰਿਜੈਕਟ ਕਰਦੀ ਹੈ ਕਿ ਬ੍ਰਹਮਾ ਕਰਤਾ ਕ੍ਰੀਏਟਰ ਹੈ, ਵਿਸ਼ਨੂੰ ਫੂਡ ਸਪਲਾਈ ਵਾਲਾ ਹੈਗਾ ਤੇ ਜਿਹੜਾ ਸ਼ਿਵ ਹੈ ਉਹ ਮਾਰਨ ਦਾ ਡਿਪਾਰਟਮੈਂਟ ਹੈ। ਗੁਰਬਾਣੀ ਤੇ ਇਸ ਟ੍ਰਿਨਿਟੀ ਦੇ ਕਨਸੈਪਟ ਨੂੰ ਮੰਨਦੀ ਨਹੀਂ। ਐਗਜ਼ੈਕਟਲੀ ਮੈਂ ਪਹਿਲਾਂ ਉਹ ਗੱਲ ਕਰ ਰਿਹਾ ਸੀ ਕਾਰ ਦੀ। ਹਾਂਜੀ, ਕਾਰ ਦਾ ਮਤਲਬ ਹੈ ਇੱਕ ਰਸ। ਅਕਾਲ ਪੁਰਖ ਇੱਕ ਰਸ ਹੈ, ਉਹ ਨਾ ਕਦੇ ਵੱਧਦਾ ਨਾ ਕਦੇ ਘਟਦਾ। ਤੁਹਾਡਾ ਉਹ ਕਨਸੈਪਟ ਜਿਹੜਾ ਇਹਦੇ ਉੱਤੇ ਫਿੱਟ ਹੀ ਨਹੀਂ ਬੈਠਦਾ। ਬਿਲਕੁਲ। ਉਸ ਤੋਂ ਬਾਅਦ ਜਿੱਥੇ ਆ ਕੇ ਖਲੋ ਜਾਂਦੇ ਨੇ, ਚਾਹੇ ਸਨਾਤਨੀ ਵਿਚਾਰਧਾਰਾ ਕਹਿ ਲਓ ਤੇ ਚਾਹੇ ਹਿੰਦੂ ਕੌਮ ਦੀ ਵਿਚਾਰਧਾਰਾ ਕਹਿ ਲਓ, ਮੈਨੂੰ ਤੈਨੂੰ ਸਮਝਣ ਦੇ ਵਿੱਚ ਸਮਾਂ ਲੱਗੇਗਾ, ਕਿਉਂਕਿ ਮੈਨੂੰ ਅਜੇ ਤੱਕ ਤਾਂ ਇੰਝ ਜਾਪਦਾ ਹੈ ਵੀ ਸਨਾਤਨ ਸ਼ਬਦ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਹੋ ਰਹੀ ਹੈ, ਹੋਰ ਕੁਝ ਨਹੀਂ। ਸਾਡਾ ਕਨਸੈਪਟ ਹੈ ਕਿ ਅਕਾਲ ਪੁਰਖ ਵਾਹਿਗੁਰੂ ਜਿਹੜਾ ਕਦੀ ਜੂਨਾਂ 'ਚ ਨਹੀਂ ਆਉਂਦਾ। ਸਾਡਾ ਕਨਸੈਪਟ ਹੈ ਅਜੂਨੀ ਸਹਿਭੰਗ। ਆਪਣੇ ਆਪ ਪ੍ਰਕਾਸ਼ਮਾਨ ਹੋਇਆ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਔਰ ਅਜੂਨੀ ਕਦੀ ਜੂਨਾਂ 'ਚ ਨਹੀਂ ਆਉਂਦਾ। ਆਪੀ ਨੇ ਆਪਨ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ। ਉਹਨੇ ਆਪਣੇ ਆਪ ਨੂੰ ਖੁਦ ਬਣਾਇਆ, ਉਹ ਆਪਣੇ ਆਪ 'ਚ ਕ੍ਰੀਏਟਰ ਹੈ। ਸਹਿਭੰਗ ਸਨਾਤਨ ਵਿਚਾਰਧਾਰਾ ਵਿੱਚ ਵੀ ਮੰਨਿਆ ਜਾਂਦਾ ਹੈ। ਲੇਕਿਨ ਜੇ ਸਨਾਤਨੀ ਵਿਚਾਰਧਾਰਾ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਤੇ ਫਿਰ ਇਹ ਅਵਤਾਰਵਾਦ ਕਿੱਥੋਂ ਆ ਗਿਆ? ਬਿਲਕੁਲ। ਫਿਰ ਬ੍ਰਹਮਾ ਵਿਸ਼ਨੂੰ ਮਹੇਸ਼ ਕਿੱਥੋਂ ਆ ਗਏ? ਹੁਣ ਬ੍ਰਹਮਾ ਵਿਸ਼ਨੂੰ ਮਹੇਸ਼ ਬਾਰੇ ਗੁਰਬਾਣੀ ਜਿਹੜੀ ਕਹਿੰਦੀ ਹੈ ਨਾ, ਜਪ ਬਾਣੀ ਦੇ ਵਿੱਚ ਆਉਂਦਾ ਹੈ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾ। ਅਸਲ ਦੇ ਵਿੱਚ ਕੀ ਹੈ? ਉਹ ਕਹਿੰਦੇ ਨੇ ਕਿ ਏਕਾ ਮਾਈ, ਇੱਕ ਮਾਂ ਮਾਈ ਪ੍ਰਗਟ ਹੋਈ, ਜੁਗਤ ਵਿਆਈ, ਕਿਸੇ ਤਰੀਕੇ ਨਾਲ ਉਹਨੇ ਬੱਚੇ ਪੈਦਾ ਕੀਤੇ। ਉਹ ਤਿੰਨ ਚੇਲੇ ਪ੍ਰਵਾਨ, ਤਿੰਨ ਬੱਚੇ ਪੈਦਾ ਕੀਤੇ। ਜੁਗਤ ਵਿਆਈ, ਵਿਆਹਨ ਦਾ ਮਤਲਬ ਹੁੰਦਾ ਬੱਚਾ ਪੈਦਾ ਕਰਨਾ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ। ਉਹਨਾਂ ਦੇ ਵਿੱਚੋਂ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਇੱਕ ਸੰਸਾਰ ਨੂੰ ਪੈਦਾ ਕਰ ਰਿਹਾ ਬ੍ਰਹਮਾ, ਦੂਜਾ ਜਿਹੜਾ ਫੂਡ ਸਪਲਾਈ ਕਰ ਰਿਹਾ ਵਿਸ਼ਨੂੰ, ਤੇ ਤੀਜਾ ਜਿਹੜਾ ਉਹਦਾ ਸੰਘਾਰ ਕਰ ਰਿਹਾ, ਮਾਰਨ ਦਾ ਡਿਪਾਰਟਮੈਂਟ ਸ਼ਿਵ ਜਾਂ ਮਹਾਦੇਵ ਜਿਹਨੂੰ ਕਹਿੰਦੇ। ਇਹ ਤਿੰਨ ਸਾਰੇ ਸੰਸਾਰ ਦਾ ਸਿਲਸਿਲਾ ਚਲਾ ਰਹੇ ਨੇ। ਇਹ ਲੋਕੀ ਮੰਨਦੇ ਆ, ਬਟ ਸਿੱਖੀ ਕਹਿੰਦੀ ਹੈ ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੇ ਫਰਮਾਨ। ਐਗਜ਼ੈਕਟਲੀ ਇਹ ਸਿੱਖ ਕਨਸੈਪਟ ਨਹੀਂ ਹੈ। ਇਸ ਨੂੰ ਖੰਡਨ ਕਰਕੇ ਗੁਰੂ ਸਾਹਿਬ ਕਹਿ ਰਹੇ ਨੇ ਇਹ ਵਾਲਾ ਅਸਲ 'ਚ ਹੈਗਾ, ਇਸ ਉੱਤੇ ਵਾਲੇ ਨੂੰ ਨਹੀਂ ਮੰਨਦੇ। ਹਾਂ, ਅਸਲ ਦੇ ਵਿੱਚ ਕੀ ਹੈ? ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੇ ਫਰਮਾਨ। ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹ ਵਿਡਾਨ। ਸਤਿਗੁਰੂ ਕਹਿੰਦੇ ਆਦੇਸ਼ ਤਿਸੈ ਆਦੇਸ਼, ਮੇਰਾ ਨਮਸਕਾਰ ਹੈ ਉਹਨਾਂ ਤਿੰਨਾਂ ਨੂੰ ਨਹੀਂ, ਉਸ ਅਕਾਲ ਪੁਰਖ ਨੂੰ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ। ਕਿਵੇਂ ਚਲਾ ਰਿਹਾ ਉਹ ਆਪ ਜਾਣਦਾ। ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੇ ਫਰਮਾਨ। ਕੋਈ ਨਹੀਂ ਜਾਣਦਾ ਕਿਵੇਂ ਚਲਾ ਰਿਹਾ, ਉਹਨੂੰ ਮੇਰਾ ਨਮਸਕਾਰ ਹੈ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਦ, ਜੁਗ ਜੁਗ ਏਕੋ ਵੇਸ, ਜਿਹੜਾ ਸਦਾ ਤੋਂ ਇੱਕੋ ਜਿਹਾ। ਹੁਣ ਖਾਲਸਾ ਜੀ ਮੈਂ ਇੱਕ ਸੈਕਿੰਡ ਆਓ ਜੀ ਨੂੰ ਰੋਕਣਾ ਚਾਹਾਂਗਾ। ਹੁਣ ਫਿਰ ਤੁਸੀਂ ਕਹੋਗੇ ਪ੍ਰੋਫੈਸਰ ਜਗਵੀਰ ਤੇ ਦੁਬਾਰਾ ਆ ਜਾਂਦਾ। ਹੁਣ ਉਹ ਤੁਸੀਂ ਖੁਦ ਕਹਿੰਦੇ ਲਰਨਡ ਪਰਸਨ ਨੇ। ਹੁਣ ਮੈਂ ਇਹ ਨਹੀਂ ਮੰਨ ਸਕਦਾ ਜੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਉੱਤੇ ਤੁਸੀਂ ਕਿਹਾ ਥੀਸਿਸ ਲਿਖਿਆ ਸੀ ਤੇ ਉਹਨਾਂ ਨੇ ਕਦੀ ਜਪਜੀ ਸਾਹਿਬ ਨਹੀਂ ਪੜ੍ਹਿਆ ਹੋਏਗਾ। ਹੁਣ ਜਪਜੀ ਸਾਹਿਬ ਦੇ ਮੈਂ ਕਿਹਾ ਟੀਕੇ ਹੋਏ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਦੇ ਵੀ 100 ਸਾਲ ਹੋ ਹੀ ਗਏ ਨੇ, ਇਫ ਆਈ ਐਮ ਨਾਟ ਰੋਂਗ, 100 ਸਾਲ ਹੋ ਗਏ ਨੇ ਦਰਪਣ ਹੋਏ। ਤੇ ਮੈਂ ਨਹੀਂ ਮੰਨਦਾ ਕਿ ਕਦੀ ਉਹਨਾਂ ਨੇ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਦਾ ਜਾਂ ਉਹਨਾਂ ਨੂੰ ਐਕਸਪੋਜਰ ਨਹੀਂ ਰਿਹਾ ਹੋਗਾ ਜਾਂ ਯੂਨੀਵਰਸਿਟੀ 'ਚ ਰਹੇ ਨੇ ਤੇ ਉਹਨਾਂ ਨੇ ਕਦੀ ਪੜ੍ਹਿਆ ਨਹੀਂ ਹੋਏਗਾ। ਇਹਦੇ ਵਿੱਚ ਤੇ ਪ੍ਰੋਫੈਸਰ ਸਾਹਿਬ ਸਿੰਘ ਸ਼ਰੇਆਮ ਲਿਖ ਰਹੇ ਨੇ ਕਿ ਇਹਨਾਂ ਤਿੰਨਾਂ ਬ੍ਰਹਮਾ ਵਿਸ਼ਨੂੰ ਮਹੇਸ਼ ਨੇ ਗੁਰਬਾਣੀ ਰਿਜੈਕਟ ਕਰੀ ਤੇ ਗੁਰਬਾਣੀ ਕੇ ਅਕਾਲ ਪੁਰਖ ਦੀ ਗੱਲ ਕਰੀ, ਗੁਰਬਾਣੀ ਅਜੂਨੀ ਸਹਿਭੰਗ ਦੀ ਗੱਲ ਕਰ ਰਹੀ ਹੈ। ਫਿਰ ਉਹਨਾਂ ਦੀ ਇਹ ਇੰਟੈਲੈਕਚੁਅਲ ਬੈਂਕਰਪਸੀ ਕਿਉਂ? ਨਹੀਂ ਬੈਂਕਰਪਸੀ ਨਹੀਂ। ਮੈਂ ਫਿਰ ਉਸ ਗੱਲ ਜਿਹੜੀ ਪਹਿਲਾਂ ਮੈਂ ਕਹੀ ਹੈ ਨਾ ਉਹ ਤੋਂ ਵਾਪਸ ਆ ਰਿਹਾ। ਉਹ ਇਹਦੇ ਵਿੱਚੋਂ ਰਿਗਵੇਦ ਦੇ ਪ੍ਰਮਾਣ ਦਿੰਦੇ ਨੇ ਕਿ ਰਿਗਵੇਦ ਦੇ ਵਿੱਚ ਇਹੀ ਲਿਖਿਆ। ਇੱਕ ਦੀ ਗੱਲ ਵੀ ਲਿਖੀ ਹੈ ਤੇ ਆਪਣਾ ਬ੍ਰਹਮ ਦੀ ਗੱਲ ਵੀ ਲਿਖੀ ਹੈ। ਲੇਕਿਨ ਹੋ ਕੀ ਰਿਹਾ ਹੈ? ਪ੍ਰੈਕਟੀਕਲ ਕੀ ਹੈ? ਸੰਸਾਰ ਦੇ ਸਾਹਮਣੇ ਕੀ ਆ ਰਿਹਾ? ਕੀ ਇੱਕ ਦੀ ਗੱਲ ਹੋ ਰਹੀ ਹੈ? ਕੀ ਹਿੰਦੂ ਫਿਲਾਸਫੀ ਜਿਹੜੀ ਹੈ ਇੱਕ ਨੂੰ ਮੰਨਦੀ ਹੈ? ਉੱਥੇ ਤਾਂ
ਫਿਲਾਸਫੀ ਉਹ ਇਹ ਹੈ ਕਿ ਵਿਸ਼ਨੂੰ ਜਿਹੜਾ ਬਾਰ-ਬਾਰ ਅਵਤਾਰ ਧਾਰਦਾ, ਸਾਰੇ ਅਵਤਾਰ ਧਾਰਦੇ ਨੇ, ਵਾਰ-ਵਾਰ ਅਵਤਾਰ ਧਾਰਦੇ ਨੇ। ਉਹਨਾਂ ਦਾ ਤਾਂ ਇਹ ਕਨਸੈਪਟ ਹੈ ਕਿ ਜਦੋਂ ਸੰਸਾਰ ਦੇ ਉੱਤੇ ਜ਼ੁਲਮ ਹੁੰਦਾ ਹੈ, ਮੈਂ ਸੰਸਾਰ ਦੇ ਉੱਤੇ ਆਉਣਾ ਅਲੱਗ-ਅਲੱਗ ਰੂਪ ਧਾਰਨ ਕਰਕੇ। ਮੈਂ ਉਹ ਸੰਸਕ੍ਰਿਤ ਦਾ ਸ਼ਲੋਕ ਹੈ, ਮੈਨੂੰ ਤਾਂ ਯਾਦ ਨਹੀਂ ਰਹਿੰਦਾ, ਤੇ ਗੀਤਾ ਦੇ ਵਿੱਚੋਂ ਹੈ, ਭਗਵਦ ਗੀਤਾ ਦੇ ਵਿੱਚੋਂ ਹੈ। ਉਹ ਅਕਾਲ ਪੁਰਖ ਤੇ ਕਿਤੇ ਗਿਆ ਹੀ ਨਹੀਂ, ਤੇ ਉਹਨੇ ਵਾਪਸ ਕਿੱਥੋਂ ਆਉਣਾ? ਮਤਲਬ ਉਹ ਤੇ ਸਰੀਰ ਧਾਰਨ ਹੀ ਨਹੀਂ ਕਰਦਾ। ਤੇ ਮਤਲਬ ਸਿੱਖ ਫਿਲਾਸਫੀ ਦੇ ਬਿਲਕੁਲ ਉਲਟਾ ਉਹ ਚੀਜ਼। ਤੇ ਇਹ ਗੱਲ ਹੁਣ ਮੈਂ ਮੰਨ ਕੇ ਚੱਲਦਾ, ਜੋ ਇਹਨੇ ਲਰਨਡ ਪਰਸਨ ਉਹਨੂੰ ਪਤਾ ਹੋਏਗਾ, ਤੇ ਫਿਰ ਉਹਨਾਂ ਦੀ ਕੀ ਮਜਬੂਰੀ ਹੈ ਇਹ ਮਿਸ ਇੰਟਰਪ੍ਰੀਟੇਸ਼ਨ ਦੀ? ਮਜਬੂਰੀ ਤੇ ਮੈਂ ਤੁਹਾਨੂੰ ਦੱਸਦੀ ਹੈ ਪਹਿਲਾਂ ਹੀ, ਬਈ ਬੇਈਮਾਨੀ ਤੇ ਹੈਗੀ ਹੈ ਸਿੱਖ ਫਲਸਫੇ ਨਾਲ। ਨਹੀਂ, ਦੇਖੋ, ਸਿੱਖ ਫਲਸਫੇ ਨਾਲ ਹੀ ਨਹੀਂ, ਸਿੱਖ ਕੌਮ ਨਾਲ ਵੀ ਬੇਈਮਾਨੀ ਹੈ। ਕਿਉਂਕਿ ਜਿਸ ਵੇਲੇ ਇਹ ਪਤਾ ਹੋਵੇ ਕਿ ਮੈਨੂੰ ਇੱਕ ਪਰਪਸਲੀ ਵਰਤਿਆ ਜਾ ਰਿਹਾ ਤੇ ਬੰਦਾ ਵਰਤਿਆ ਜਾਂਦੇ ਰਿਹਾ ਹੋਵੇ, ਉੱਥੇ ਥੋੜ੍ਹਾ ਜਿਹਾ ਬੜਾ ਦੁੱਖ ਲੱਗਦਾ। ਪਰ ਇਹੋ ਜਿਹਾ ਵਿਦਵਾਨ ਆਦਮੀ, ਇਹੋ ਜਿਹਾ ਪੜ੍ਹਿਆ ਲਿਖਿਆ, ਇਹੋ ਜਿਹਾ ਇੰਟੈਲੀਜੈਂਟ ਆਦਮੀ ਉਹ ਇੰਨੀ ਗੱਲ ਨਾ ਸਮਝੇ, ਬੜੇ ਦੁੱਖ ਦੀ ਗੱਲ ਹੈ। ਤੁਸੀਂ ਇੱਕ ਪਾਸੇ ਆਪ ਕਹਿੰਦੇ ਹੋ ਕਿ ਸਿੱਖ ਕੌਮ ਜਿਹੜੀ ਹੈ ਇੱਕ ਇੰਡੀਪੈਂਡੈਂਟ ਰਿਲੀਜਨ ਹੈ, ਔਰ ਮਜ਼ੇਦਾਰ ਗੱਲ ਤੁਹਾਨੂੰ ਦੱਸਾਂ, ਉਹ ਜਿਹੜਾ ਨਿਡਰ ਸਿੰਘ ਹੈ, ਹਾਂਜੀ, ਉਹ ਵੀ ਆਪਣੀ ਡਿਸਕਸ਼ਨ ਦੇ ਵਿੱਚ ਸਨਾਤਨ ਦੀ ਵਿਚਾਰ ਕਰਦਾ ਬਾਅਦ ਵਿੱਚ ਆਉਂਦਾ ਹੈ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਖਾਲਸਾ ਸਭ ਜਗਤ ਤੋਂ ਨਿਆਰਾ ਹੈ। ਫਿਰ ਉਹਨੂੰ ਧਿਆਨ ਆਉਂਦਾ ਵੀ ਮੈਂ ਤਾਂ ਇੱਥੇ ਗੱਲ ਕਰ ਰਿਹਾ ਸਨਾਤਨ ਦੀ, ਤੇ ਹੁਣ ਮੈਂ ਕਹਿਤਾ ਵੀ ਖਾਲਸਾ ਸਾਰੇ ਜਗਤ ਤੋਂ ਨਿਆਰਾ ਹੈ, ਪਰ ਇੰਨਾ ਨਿਆਰਾ ਵੀ ਨਹੀਂ। ਤੁਸੀਂ ਸੁਣ ਲੈਣਾ ਐਗਜ਼ੈਕਟਲੀ, ਉਹ ਕਹਿੰਦਾ ਸਭ ਤੋਂ ਨਿਆਰਾ ਹੈ, ਪਰ ਇੰਨਾ ਨਿਆਰਾ ਵੀ ਨਹੀਂ। ਫਿਰ ਉਹ ਉੱਥੇ ਜਿਹੜਾ ਵਾਪਸ ਆਉਣਾ ਚਾਹੁੰਦਾ। ਸੋ ਇੱਥੋਂ ਪਤਾ ਲੱਗਦਾ ਵੀ ਉਹਨਾਂ ਦੀ ਅਸਲੀਅਤ ਜਿਹੜੀ ਹੈ। ਉਹ ਇਸੇ ਗੱਲ 'ਚ ਬੜੇ ਖੁਸ਼ ਨੇ ਵੀ ਸਾਨੂੰ ਬੁਲਾ ਕੇ ਇੱਥੇ ਡਿਸਕਸ਼ਨ ਕੀਤਾ ਜਾ ਰਿਹਾ ਹੈ। ਇੱਕ ਬੜੇ ਮਿੱਠਾ ਬੋਲਣ ਵਾਲੀ ਖੂਬਸੂਰਤ ਜੀ ਬੱਚੀ ਜਿਹੜੀ ਹੈ, ਉਹ ਮੈਨੂੰ ਬੜੇ ਮਾਣ ਨਾਲ ਬੁਲਾ ਰਹੀ ਹੈ, ਗੁਰੂਦੇਵ ਜੀ। ਉਹ ਇਸ ਗੱਲ 'ਚ ਖੁਸ਼ ਨੇ। ਖਾਲਸਾ ਜੀ, ਇਹਨਾਂ ਦੇ ਪਿੱਛੇ ਮੋਟਿਵ ਕੀ ਹੈ? ਇਹਨਾਂ ਪਿੱਛੇ ਜਿਹੜਾ ਥਾਟ ਪ੍ਰੋਸੈਸ ਹੈ ਉਹ ਕੀ ਕੰਮ ਕਰ ਰਿਹਾ? ਕੋਈ ਆਰਗੇਨਾਈਜੇਸ਼ਨ ਹੈ ਜਾਂ ਕਿ ਇਹਦੇ ਵਿੱਚ ਕਿਹਨੂੰ ਕਿਵੇਂ ਦੇਖਦੇ ਹੋ? ਕੋਈ ਸੋਚੀ ਸਮਝੀ ਦੇਖੋ, ਇਹ ਜਿਹੜੀ ਹੈ ਨਾ, ਇੱਕ ਫਿਰ ਮੈਂ ਗੱਲ ਪ੍ਰੋਫੈਸਰ ਗੁਰਦੇਵ ਸਿੰਘ ਹੋਰਾਂ ਤੇ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਅਬ੍ਰਾਹਮਣਿਕ ਰਿਲੀਜਨ ਨੇ, ਤਿੰਨਾਂ ਨੂੰ ਅਬ੍ਰਾਹਮਣਿਕ ਰਿਲੀਜਨ ਕਹਿੰਦੇ ਨੇ, ਜੁਡਿਜ਼ਮ, ਇਸਲਾਮ ਤੇ ਕ੍ਰਿਸਚੀਅਨਿਟੀ। ਠੀਕ ਹੈ, ਉਹਦੇ 'ਚ ਕੋਈ ਸ਼ੱਕ ਨਹੀਂ। ਅਸੀਂ ਤਾਂ ਉਹਨਾਂ ਹੱਦਾਂ ਤੋਂ ਬਹੁਤ ਅੱਗੇ ਚਲੇ ਗਏ ਹਾਂ। ਸਾਡੇ ਸਤਿਗੁਰੂ ਦੇ ਸਾਰੀ ਸ੍ਰਿਸ਼ਟੀ ਨੂੰ ਕਲਾਵੇ 'ਚ ਲੈਂਦੇ ਨੇ। ਜਿਹੜੇ ਇੱਕ ਬ੍ਰਹਮ ਦੀ ਗੱਲ ਆ ਜਾਂਦੀ ਹੈ, ਉਹਨਾਂ ਦੀ ਮਾਨਤਾ ਕਿ ਉਹ ਕਿਤੇ 14 ਆਕਾਸ਼ਾਂ ਦੇ ਉੱਪਰ ਬੈਠਾ ਹੈ ਤੇ ਅੱਗੋਂ ਪੈਗੰਬਰ ਜਿਹੜਾ ਸਭ ਕੁਝ ਕਰ ਰਿਹਾ ਹੈ, ਉਹਨਾਂ ਦੀ ਮਾਨਤਾ ਹੋ ਸਕਦੀ? ਉਹ ਇੱਕ ਨੂੰ ਤੇ ਮੰਨਦੇ ਨੇ। ਤੁਸੀਂ ਸਨਾਤਨੀ ਵਿਚਾਰਧਾਰਾ ਦੇ ਗ੍ਰੰਥਾਂ ਦਾ ਰੈਫਰੈਂਸ ਦੇ ਕੇ ਕਹਿ ਰਹੇ ਹੋ ਵੀ ਇੱਥੇ ਵੀ ਇੱਕ ਦੀ ਗੱਲ ਆਉਂਦੀ ਹੈ, ਪਰ ਮੰਨਿਆ ਕਿਹਨੂੰ ਜਾ ਰਿਹਾ, ਕਿੰਨਿਆਂ ਨੂੰ ਜਾ ਰਿਹਾ ਹੈ? ਮੇਨ ਚੀਜ਼ ਤੇ ਇਹ ਹੈ ਕਿ ਉਹਦੇ ਪ੍ਰੈਕਟੀਕਲ ਰੂਪ ਕੀ ਉੱਭਰ ਕੇ ਸਾਹਮਣੇ ਆ ਰਿਹਾ। ਗੁਰਬਾਣੀ ਜਿੰਨੀ ਹੈ ਨਾ, ਇੱਕ ਤੇ ਕਿਸੇ ਵਿਅਕਤੀ ਨੂੰ, ਕਿਸੇ ਕੌਮ ਨੂੰ ਮਾੜਾ ਨਹੀਂ ਕਿਹਾ ਗਿਆ ਗੁਰਬਾਣੀ ਦੇ ਵਿੱਚ, ਸਿਸਟਮ ਨੂੰ ਮਾੜਾ ਕਿਹਾ ਗਿਆ। ਗੁਰਬਾਣੀ ਜਿਹੜੀ ਹੈ ਸਾਰੇ ਬ੍ਰਹਮਣਿਕਲ ਸਿਸਟਮ ਨੂੰ ਚੈਲੰਜ ਕਰਦੀ ਹੈ। ਇੱਕ ਇਹਨਾਂ ਦੇ ਡਿਸਕਸ਼ਨ ਦੇ ਵਿੱਚ ਹੀ ਬੜੀ ਇੰਟਰਸਟਿੰਗ ਗੱਲ ਹੈ। ਕਹਿੰਦੇ ਨੇ ਕਿ ਜਿਹੜੇ ਦਲਿਤਾਂ ਦੀ ਗੱਲ ਹੋ ਰਹੀ ਹੈ, ਵੀ ਜਿਹੜੇ ਇਸ ਤਰ੍ਹਾਂ ਲੋੜਵੰਦ ਸੀ, ਉਹਨਾਂ ਲਈ ਸਪੈਸ਼ਲ ਲਾਅ ਬਣਾਇਆ ਗਿਆ, ਉਹਨਾਂ ਨੂੰ ਸਪੈਸ਼ਲ ਫੈਸਿਲਿਟੀਜ਼ ਦਿੱਤੀਆਂ ਗਈਆਂ। ਵੈਸਰ ਸਾਹਿਬ, ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਉਹਨਾਂ ਦਾ ਸਟੇਟਸ ਇਨ ਸੁਸਾਇਟੀ ਚੇਂਜ ਹੋ ਗਿਆ, ਦਲਿਤ ਨਹੀਂ ਰਹੇ। ਕਿੰਨੇ ਬਣਾਇਆ ਇਹ ਸਿਸਟਮ? ਤੁਸੀਂ ਉਸ ਸਿਸਟਮ ਦੇ ਖਿਲਾਫ ਕਿਉਂ ਨਹੀਂ ਬੋਲਦੇ? ਮੇਰੇ ਸਤਿਗੁਰੂ ਤਾਂ ਉਸ ਸਿਸਟਮ ਦੇ ਖਿਲਾਫ ਬੋਲਦੇ ਨੇ। ਦਲਿਤ ਨੂੰ ਦਲਿਤ ਬਾਬਾ ਕਬੀਰ ਜੀ ਗੁਰੂ ਗ੍ਰੰਥ ਸਾਹਿਬ 'ਚ ਕਹਿੰਦੇ ਨੇ, ਜੋ ਤੋਂ ਬਾਹਮਣੀ ਜਾਇਆ ਤੋਂ ਆਣ ਬਾਟ ਕਾਹੇ ਨਹੀਂ ਆਇਆ। ਜੰਮਣ ਦਾ ਵੀ ਕੋਈ ਤਰੀਕਾ ਹੋਰ ਲੱਭ ਲੈਣਾ ਸੀ। ਹਮ ਕਬ ਲੋਹੂ ਤੁਮ ਕਬ ਦੁੱਧ, ਤੂੰ ਦੁੱਧ ਤੇਰੇ ਰਗਾਂ 'ਚ ਚੱਲ ਰਿਹਾ, ਸਾਡੇ ਰਗਾਂ ਦੇ ਵਿੱਚ। ਐਡਾ ਵੱਡਾ ਬੇਇਨਸਾਫੀ ਮਨੁੱਖਤਾ ਦੇ ਵਿੱਚ, ਉਹਨੂੰ ਤੁਸੀਂ ਇੰਜ ਕਵਰ ਕਰ ਦਿੱਤਾ। ਤੁਸੀਂ ਇੱਕ ਗੱਲ ਨਹੀਂ ਕੀਤੀ ਇਹਦੇ ਬਾਰੇ। ਇੱਕ ਐਸਾ ਜ਼ੁਲਮ ਜਿਹੜਾ ਭਾਰਤ ਦੀ ਧਰਤੀ 'ਤੇ ਸਦੀਆਂ ਤੋਂ ਹੋ ਰਿਹਾ, ਕਿਹੜੇ ਸਿਸਟਮ ਦੇ ਵਿੱਚ ਹੈ? ਇਹ ਕਿਹੜੇ ਗ੍ਰੰਥ ਦੇ ਵਿੱਚ ਇਹਨੂੰ ਜਸਟੀਫਾਈ ਕਰੋਗੇ? ਜੇ ਬ੍ਰਾਹਮਣ ਪਰਮਾਤਮਾ ਵੱਲੋਂ ਬ੍ਰਾਹਮਣ ਬਣਾ ਕੇ ਭੇਜਿਆ ਜਾਂਦਾ ਤੇ ਸ਼ੂਦਰ ਜਿਹੜਾ ਸ਼ੂਦਰ ਬਣਾ ਕੇ ਭੇਜਿਆ ਜਾਂਦਾ, ਉਹ ਸਾਰੇ ਫਿਰ ਭਾਰਤ ਦੀ ਧਰਤੀ 'ਤੇ ਹੀ ਕਿਉਂ ਪੈਦਾ ਹੁੰਦੇ ਨੇ? ਜੇ ਅੱਜ ਕਿਤੇ ਦੂਸਰੇ ਮੁਲਕਾਂ ਦੇ ਵਿੱਚ ਪੈਦਾ ਹੋ ਰਹੇ ਨੇ, ਤੇ ਉਹ ਹੋ ਰਹੇ ਨੇ ਜਿੱਥੋਂ ਭਾਰਤ ਤੋਂ ਜਿਹੜੇ ਗਏ, ਉਹਨਾਂ ਦੀ ਅੱਗੋਂ ਜਿਹੜੀ ਸੰਤਾਨ ਹੋ ਰਹੀ ਹੈ, ਉਹਨਾਂ ਦਾ ਤਾਂ ਫਲਸਫਾ ਨਹੀਂ ਹੈ ਇਹ।
ਈਵਨ ਗੀਤਾ ਨੂੰ ਜਿਹਨੂੰ ਇਹ ਮੰਨਦੇ ਹੈ, ਗੀਤਾ ਹੀ ਤੇ ਕਾਸਟ ਸਿਸਟਮ ਨੂੰ ਬਰਥ ਦਿੰਦੀ ਹੈ। ਗੀਤਾ ਹੀ ਜਿਹੜੀ ਕ੍ਰਿਸ਼ਨ ਦੀ ਜਿਹੜੀ ਗੀਤਾ ਮੰਨੀ ਜਾਂਦੀ ਹੈ, ਜਿਹੜੀ ਮਹਾਭਾਰਤ ਤੋਂ ਆਈ ਹੈ, ਉਹੀ ਤੇ ਕਾਸਟ ਸਿਸਟਮ ਨੂੰ ਬਰਥ ਦਿੰਦੀ ਹੈ। ਤੇ ਕਾਸਟ ਸਿਸਟਮ ਤੇ ਹਿੰਦੂਇਜ਼ਮ ਦਾ ਜਿਹੜਾ ਬੇਸਿਕ ਸਟਰਕਚਰ ਹੈਗਾ, ਚਲੋ ਉਹਨਾਂ ਨੂੰ ਮੁਬਾਰਕ। ਪਰ ਦੁੱਖ ਦੀ ਗੱਲ ਸਿੰਘ ਸਾਹਿਬ ਉੱਥੇ ਆਉਂਦੀ ਹੈ ਜਦੋਂ ਸਿੱਖਾਂ ਨੂੰ ਉਹ ਹਿੰਦੂ ਦੇ ਉਹਦੇ ਵਿੱਚ ਅੰਬਰੇਲਾ ਵਿੱਚ ਲੈਣ ਦੀ ਕੋਸ਼ਿਸ਼ ਕਰਦੇ। ਨਹੀਂ ਦੇਖੋ, ਮੈਂ ਇੱਥੇ ਥੋੜਾ ਜਿਹਾ ਤੁਹਾਡਾ ਡਿਫਰ ਕਰਾਂਗਾ। ਜਿਹੜਾ ਤੁਸੀਂ ਕਿਹਾ ਨਾ ਉਹਨਾਂ ਨੂੰ ਮੁਬਾਰਕ, ਹਾਂਜੀ, ਉਹ ਕਿਸੇ ਨੂੰ ਪੂਜਣ ਉਹਨਾਂ ਨੂੰ ਮੁਬਾਰਕ, ਬਿਲਕੁਲ ਕਿਸੇ ਵਿਚਾਰਧਾਰਾ ਮੁਤਾਬਕ ਜੀਣ ਉਹਨਾਂ ਨੂੰ ਮੁਬਾਰਕ। ਬਿਲਕੁਲ ਠੀਕ ਹੈ, ਹਰ ਇੱਕ ਨੂੰ ਆਪਣੀ ਵਿਚਾਰਧਾਰਾ ਅਨੁਸਾਰ ਜੀਣ ਦਾ ਪੂਰਾ ਅਧਿਕਾਰ ਹੈ, ਸਾਨੂੰ ਕੋਈ ਨਹੀਂ। ਬਿਲਕੁਲ ਲੇਕਿਨ ਜਿਹੜਾ ਇਹ ਜ਼ਾਤ-ਪਾਤੀ ਸਿਸਟਮ ਹੈ, ਇਹ ਨਹੀਂ ਮੈਂ ਮੁਬਾਰਕ ਕਹਿ ਸਕਦਾ। ਉਹ ਗੱਲ ਤਾਂ ਠੀਕ ਹੈ। ਨਹੀਂ ਜਿਨ੍ਹਾਂ ਨੂੰ ਇਹ ਤੇ ਇੱਕ ਮਨੁੱਖਤਾ ਦੇ ਉੱਤੇ ਜ਼ੁਲਮ ਹੈ। ਨਹੀਂ ਦੇਖੋ, ਮੈਂ ਅੰਬੇਡਕਰ ਸਾਹਿਬ ਨੂੰ ਉਹ ਜਾਤ ਪਾਤ ਦੇ ਉਸ ਤੋਂ ਨਿਕਲਣਾ ਸੀ, ਉਹਨਾਂ ਨੇ ਉਹ ਧਰਮ ਛੱਡਤਾ। ਉਹਨਾਂ ਨੇ ਮਨੁੱਖ ਉਹਨਾਂ ਦੇ ਸਮਾਜ ਨੇ ਉਹਨਾਂ ਨੂੰ ਛੱਡਤਾ ਤੇ ਉਹਨਾਂ ਨੇ ਆਪਣਾ ਬੁੱਧ ਧਰਮ ਅਡਾਪਟ ਕਰ ਲਿਆ। ਸੋ ਜਿਨ੍ਹਾਂ ਨੂੰ ਉਹ ਧਰਮ ਨਹੀਂ ਮੁਬਾਰਕ, ਜਿਨ੍ਹਾਂ ਨੂੰ ਉਹ ਵਿਚਾਰਧਾਰਾ ਨਹੀਂ ਪਸੰਦ, ਜਿਨ੍ਹਾਂ ਨੂੰ ਉਹ ਕਾਸਟ ਸਿਸਟਮ ਇੱਕ ਐਂਟੀ ਹਿਊਮਨ ਲੱਗਦਾ ਹੈ ਕਿ ਉਹ ਇਨਸਾਨੀਅਤ ਦੇ ਖਿਲਾਫ ਹੈ, ਉਹ ਛੱਡ ਦੇਣ। ਪਰ ਜਿਨ੍ਹਾਂ ਨੂੰ ਮੰਨਣਾ ਉਹ ਮੰਨੀ ਜਾਣ। ਹੁਣ ਜੇ ਕੋਈ ਨਸ਼ਾ ਕਰਦਾ ਹੈ, ਉਹਨੂੰ ਕਰਨਾ ਕਰੀ ਜਾਏ, ਉਹਨੂੰ ਮੁਬਾਰਕ ਹੈ। ਪਰ ਦੂਜੇ ਨੂੰ ਮਿਸ ਇੰਟਰਪ੍ਰੇਟ ਕਰਕੇ ਆਪਣੇ ਖੁਦ ਵਿੱਚ ਲੈ ਕੇ ਆਣਾ, ਇਹ ਤੇ ਕੋਈ ਇਮਾਨਦਾਰੀ ਨਾ ਹੋਈ ਨਾ। ਇਹਨਾਂ ਦੀ ਡਿਸਕਸ਼ਨ ਦੀਆਂ ਨਾ ਦੋ ਕੁ ਗੱਲਾਂ ਬੜੀਆਂ ਮੈਨੂੰ ਖਾਸ ਯਾਦ ਨੇ। ਹਾਂਜੀ, ਇੱਕ ਤੇ ਉੱਥੇ ਉਹ ਸ਼ਿਵ ਸ਼ਕਤੀ ਦੀ ਗੱਲ ਕੀਤੀ ਗਈ ਸੀ। ਕਿਹਨਾਂ ਦੀ ਗੱਲ ਕਰ ਰਹੇ ਹੋ ਤੁਸੀਂ? ਜਿਹਦੇ ਵਿੱਚ ਇਹ ਵੀ ਸ਼ਾਮਲ ਸੀ ਪੁਨੀਤ ਸਾਨੀ। ਹਾਂਜੀ ਹਾਂਜੀ ਹਾਂਜੀ, ਇੱਕੋ ਉਹ ਇਹ ਹੈਗਾ ਉਹ ਕਿ ਗੁਰੂ ਸਾਹਿਬ ਦੇਵੀ ਦੇ ਉਪਾਸ਼ਕ ਸਨ। ਨਹੀਂ, ਦੇਵੀ ਦੇ ਉਪਾਸਕ ਵਾਲੀ ਗੱਲ ਜਿਹੜੀ ਹੈ ਨਾ, ਉਹ ਬਾਅਦ ਦੇ ਵਿੱਚ ਹੈ। ਦੇਵੀ ਵਾਲੇ ਦੂਸਰੇ ਉਹਨਾਂ ਦੀ ਵੀਡੀਓ ਹੈ ਕੋਈ। ਹਾਂਜੀ, ਇੱਕ ਸੀਗਾ ਸ਼ਿਵ ਸ਼ਕਤੀ ਦਾ, ਵੀ ਸ਼ਿਵ ਸ਼ਕਤੀ ਦੀ ਗੱਲ, ਗੁਰਬਾਣੀ ਸ਼ਿਵ ਸ਼ਕਤੀ ਦੀ ਗੱਲ ਕਰਦੀ ਹਾਂਜੀ, ਹੈ। ਗੁਰਬਾਣੀ ਸ਼ਿਵ ਸ਼ਕਤੀ। ਹੁਣ ਗੁਰਬਾਣੀ ਜਿਹੜੀ ਸ਼ਿਵ ਸ਼ਕਤੀ ਦੀ ਗੱਲ ਕਰਦੀ ਹੈ, ਤੇ ਜਿਹੜਾ ਬ੍ਰਾਹਮਣੀ ਫਿਲਾਸਫੇ ਦੇ ਵਿੱਚ ਸ਼ਿਵ ਸ਼ਕਤੀ ਦੀ ਗੱਲ ਹੈ, ਉਹਦੇ ਜ਼ਮੀਨ ਅਸਮਾਨ ਦਾ ਫਰਕ ਹੈ। ਸ਼ਕਤੀ ਨੂੰ ਉਹ ਵੀ ਮਾਇਆ ਕਹਿੰਦੇ ਨੇ, ਲੇਕਿਨ ਸ਼ਿਵ ਨੂੰ ਜੋੜਦੇ ਨੇ ਸ਼ਿਵ ਜੀ ਨਾਲ। ਜਿਸ ਵੇਲੇ ਗੁਰਬਾਣੀ ਦੇ ਵਿੱਚ ਸ਼ਿਵ ਸ਼ਕਤੀ ਦੀ ਗੱਲ ਆਉਂਦੀ ਹੈ ਨਾ, ਤੇ ਗੁਰਬਾਣੀ ਦੇ ਵਿੱਚ ਸ਼ਿਵ ਹੈ ਆਤਮਾ ਤੇ ਸ਼ਕਤੀ ਹੈ ਮਾਇਆ। ਇਹਦੇ ਵਿੱਚ ਸਤਿਗੁਰੂ ਜੀ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪ੍ਰਮਾਣ ਹੈ, ਸਿਵ ਸਕਤ ਆਪ ਉਪਾਇ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੇ ਬਚਾਏ, ਹੋਵੇ ਮੁਕਤ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਕਿਸ ਬੁਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਅਕਾਲ ਪੁਰਖ ਨੇ ਖੇਲ ਇਹੋ ਜਿਹਾ ਬਣਾਇਆ ਕਿ ਆਤਮਾ ਵੀ ਉਹਨੇ ਪੈਦਾ ਕੀਤੀ ਹੈ ਤੇ ਮਾਇਆ ਵੀ ਉਹਨੇ ਪੈਦਾ ਕੀਤੀ ਹੈ। ਔਰ ਇਨਸਾਨ ਜਿਹੜਾ ਹੈ ਜਿਸ ਵੇਲੇ ਸੰਸਾਰ 'ਚ ਆਉਂਦਾ ਹੈ ਤੇ ਉਸ ਮਾਇਆ ਦੇ ਵਿੱਚ ਜਿਹੜਾ ਆਤਮਾ ਜਿਹੜੀ ਹੈ ਉਹ ਉਲਝ ਜਾਂਦੀ ਹੈ। ਠੀਕ ਹੈ, ਲੇਕਿਨ ਇਹਨੂੰ ਪੈਦਾ ਕਰਨ ਵਾਲਾ ਜਿਹੜਾ ਅਕਾਲ ਪੁਰਖ ਆਪ ਹੈ, ਕਰਤਾ ਆਪੇ ਹੁਕਮ ਵਰਤਾਏ। ਕਰਤਾ ਆਪੇ ਹੁਕਮ ਵਰਤਾਏ। ਇੱਥੇ ਉਸ ਸ਼ਿਵ ਸ਼ਕਤੀ ਦੀ ਗੱਲ ਨਹੀਂ ਹੈ ਜਿਹੜੀ ਹੈ ਗੁਰਬਾਣੀ 'ਚ। ਥਾਂ ਥਾਂ ਹਰ ਜਗ੍ਹਾ ਕਰਤੇ ਦੀ ਗੱਲ ਹੈ, ਇੱਕ ਕ੍ਰੀਏਟਰ ਦੀ ਗੱਲ ਹੈ। ਹਾਂਜੀ, ਹੁਣ ਇਹਦੇ ਵਿੱਚ ਇੱਕ ਹੋਰ ਪ੍ਰਮਾਣ ਹੈ, ਮੈਨੂੰ ਧਿਆਨ ਆ ਰਿਹਾ, ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਘਰ ਵਾਸਾ ਪਾਇਆ, ਏਕ ਵਿਸਾਰਿਆ ਤਾਂ ਪਿੜ ਹਾਰਿਆ, ਅੰਦਰੇ ਨਾਮ ਵਿਸਾਰਾ ਹੈ। ਚਾਰ ਪਦਾਰਥ ਲੈ ਕੇ ਆਇਆ, ਧਰਮ ਅਰਥ ਕਾਮ ਮੋਖ। ਲੇਕਿਨ ਹੋਇਆ ਕੀ, ਸ਼ਿਵ ਸ਼ਕਤੀ ਘਰ ਵਾਸਾ ਪਾਇਆ, ਆਤਮਾ ਜਿਹੜੀ ਉਹ ਮਾਇਆ ਦੇ ਵਿੱਚ ਲੀਨ ਹੋ ਗਈ। ਆਤਮਾ ਦੇ ਮਾਇਆ ਦੇ ਵਿੱਚ ਲੀਨ ਹੋਣ ਦੀ ਵਜ੍ਹਾ ਕਰਕੇ ਕੀ ਹੋਇਆ, ਅਕਾਲ ਪੁਰਖ ਨੂੰ ਵਿਸਾਰਤਾ। ਅਕਾਲ ਪੁਰਖ ਨੂੰ ਵਿਸਾਰਤਾ। ਜਿਹੜਾ ਚਾਰ ਪਦਾਰਥਾਂ ਦੇ ਵਿੱਚੋਂ ਮੁਕਤੀ ਵਾਲਾ ਕੰਮ ਸੀ, ਖਤਮ ਹੋ ਗਿਆ। ਗੁਰਬਾਣੀ ਦੇ ਵਿੱਚ ਇੱਕ ਨਹੀਂ, ਮਤਲਬ ਬੇਅੰਤ ਪ੍ਰਮਾਣ ਨੇ ਜਿਹੜੇ ਆ ਸ਼ਿਵ ਸ਼ਕਤੀ ਦੇ ਗੱਲ ਨੂੰ ਜਿਹੜੇ ਨੇ ਉਹ ਕਲੀਅਰ ਕਰਦੇ ਨੇ। ਹੁਣ ਉਹਦਾ ਉੱਥੇ ਰੈਫਰੈਂਸ ਦਿੱਤਾ ਜਾ ਰਿਹਾ ਵੀ ਸ਼ਿਵ ਸ਼ਕਤੀ ਉਹ ਇੱਕ, ਦੇਖੋ ਮਾਫ ਕਰਨਾ, ਤੁਸੀਂ ਨਾ ਹੋ ਇੱਥੇ, ਮੈਂ ਤੁਹਾਡੇ ਬਾਰੇ ਗੱਲ ਕਰਾਂ, ਤੁਹਾਡਾ ਨਾਂ ਲਵਾਂ ਜਸਨੀਤ ਸਿੰਘ, ਮੈਂ ਇਹ ਵੀ ਕਹਿ ਸਕਦਾ ਜਸਨੀਤ ਸਿੰਘ ਬੜਾ ਵਧੀਆ ਆਦਮੀ ਹੈ। ਖਿਮਾ ਕਰਨਾ, ਮੈਂ ਇਹ ਵੀ ਤਾਂ ਕਹਿ ਸਕਦਾ ਵੀ ਜਸਨੀਤ ਸਿੰਘ ਜਿਹੜਾ ਬੜਾ ਭੈੜਾ ਆਦਮੀ, ਇਹ ਵੀ ਕਹਿ ਸਕਦੇ ਬਿਲਕੁਲ। ਨਾ ਆਉਣ ਦੇ ਨਾਲ, ਇੱਕ ਲਫ਼ਜ਼ ਆਉਣ ਦੇ ਨਾਲ ਉਹਦੀ ਆਥੈਂਟੀਕੇਸ਼ਨ ਨਹੀਂ ਬਣ ਜਾਂਦੀ, ਉਹ ਚੰਗਾ ਨਹੀਂ ਹੋ ਜਾਂਦਾ। ਇਹ ਵੀ ਹੋ ਸਕਦਾ ਕਿ ਜਸਨੀਤ ਸਿੰਘ ਦੇ ਦੋ ਨਾਮ ਹੋਣ, ਦੋ ਬੰਦੇ ਹੋਣ, ਜਸਨੀਤ ਸਿੰਘ ਵਰਗੇ ਦੋ ਬੰਦੇ ਹੋਣ। ਸੋ ਇੱਕ ਚੀਜ਼ ਦੇ ਦੋ ਕੰਟੈਕਸ ਵੀ ਹੋ ਸਕਦੇ ਆ, ਕਈ ਕੰਟੈਕਸ ਹੋ ਸਕਦੇ ਆ। ਗੁਰਬਾਣੀ ਜਿਹੜੀ ਹੈ ਉਹ ਕਿਸ ਰੈਫਰੈਂਸ ਦੇ ਵਿੱਚ ਆ ਰਹੀ ਹੈ ਉਹਨੂੰ ਦੇਖਣਾ ਪਏਗਾ। ਹੁਣ ਇਸੇ ਦੇ ਵਿੱਚ ਹੀ ਇੱਕ ਉਹ ਬਾਰ-ਬਾਰ ਜਿਹੜਾ ਉਹ ਪੁੱਛਦਾ ਹੈ, वो जी वो जो कश्मीर वाला जो है उसका आप बताओ, उसका आप बताओ।
ਉਹਨੇ ਤੇ ਬਤਾਇਆ ਨਹੀਂ, ਮੈਂ ਬਤਾ ਦੇਣਾ। ਠੀਕ ਹੈ। ਜਿਨ੍ਹਾਂ ਦੀ ਇਹ ਗੱਲ ਕਰ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 11 ਪੱਟ ਸਾਹਿਬਾਨ ਦੀ ਬਾਣੀ ਹੈ। ਹਾਂਜੀ ਹਾਂਜੀ ਹਾਂਜੀ। ਉਹ ਪੱਟ ਸਾਹਿਬਾਨ ਜਿਹੜੇ ਨੇ ਸਾਰੇ ਬ੍ਰਾਹਮਣ ਸਨ। ਉਹ ਜਿਹੜੇ 11 ਬ੍ਰਾਹਮਣ ਪੱਟ ਸਾਹਿਬਾਨ ਸਨ, ਉਹਨਾਂ ਨੇ ਪੱਟਾਂ ਦੇ ਸਵਈਏ ਉਚਾਰਨ ਕੀਤੇ ਨੇ। ਹਾਂਜੀ। ਔਰ ਸਾਰੇ ਸਵਈਏ ਜਿਹੜੇ ਨੇ ਨਾ, ਉਹ ਗੁਰੂ ਸਾਹਿਬ ਦੀ ਮਹਿਮਾ ਦੇ ਨੇ। ਹਾਂਜੀ। ਅਕਾਲ ਪੁਰਖ ਦੀ ਮਹਿਮਾ ਤੇ ਨਹੀਂ, ਗੁਰੂ ਸਾਹਿਬ ਦੀ ਮਹਿਮਾ ਦੇ ਨੇ। ਉਹਦੇ ਵਿੱਚ ਉਹਨਾਂ ਕਿਤੇ ਵੀ ਇੱਕ ਹੈ, ਭੱਟ ਜਿਹੜੇ ਨੇ ਇਹ ਬ੍ਰਾਹਮਣ ਲੋਕ ਹੁੰਦੇ ਨੇ ਸਾਰੇ। ਇਹ ਬ੍ਰਾਹਮਣ ਕਨਸੈਪਟ ਦੇ ਵਿੱਚੋਂ ਹੀ ਆਏ ਸਨ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਬਿਲਕੁਲ। ਪਰ ਗੁਰੂ ਨੂੰ ਜਦੋਂ ਮਿਲੇ ਤੇ ਉਸ ਤੋਂ ਬਾਅਦ ਉਹ ਫਿਰ ਉਹਦੇ ਬਾਅਦ ਉਹਨਾਂ ਦੀ ਅਵਸਥਾ ਜਿਹੜੀ ਉੱਚੀ ਹੋ ਗਈ। ਉਹਨਾਂ ਨੇ ਬਹੁਤ ਸਾਰੇ ਲਫ਼ਜ਼ ਜਿਹੜੇ ਨੇ ਉਹ ਬ੍ਰਾਹਮਣ ਕਨਸੈਪਟ ਵਾਲੇ ਜਿਹੜੇ ਨੇ ਉੱਥੇ ਵਰਤੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹਨਾਂ ਨੇ ਬਹੁਤ ਸਾਰੇ ਬ੍ਰਾਹਮਣ ਕਨਸੈਪਟ ਵਾਲੇ ਲਫ਼ਜ਼ ਜਿਹੜੇ ਵਰਤੇ ਨੇ। ਲੇਕਿਨ ਉਹਨਾਂ ਨੇ ਕਿਹਾ ਕਿ ਅਸੀਂ ਇਹ ਸਮਝਦੇ ਰਹੇ ਹਾਂ ਅੱਜ ਤੱਕ, ਲੇਕਿਨ ਅਸਲ ਦੇ ਵਿੱਚ ਸੱਚਾਈ ਕੀ ਹੈ ਕਿ ਇੱਕ ਅਕਾਲ ਪੁਰਖ ਹੀ ਹੈ, ਸਭ ਉਹਦੀ ਉਹ ਕਲਾ ਵਰਤ ਰਹੀ ਸੀ। ਤੇ ਇਹ ਚੀਜ਼ ਸਾਨੂੰ ਗੁਰੂ ਘਰ ਆ ਕੇ ਸਮਝ ਆਈ ਹੈ। ਅੱਜ ਤੱਕ ਅਸੀਂ ਠੋਕਰਾਂ ਖਾ ਰਹੇ ਸੀ। ਮਤਲਬ ਪੁਰਾਣੀ ਆਪਣੀ ਜਿਹੜੀ ਉਹਨਾਂ ਦੀ ਨੌਲੇਜ ਸੀਗੀ, ਉਹਦਾ ਉਹਨਾਂ ਨੇ ਰੈਫਰੈਂਸ ਦੇ ਕੇ ਉਹ ਚੀਜ਼ ਦੱਸੀਆਂ ਨੇ ਜਿਹੜੇ ਉਹਨਾਂ ਦੇ ਪੁਰਾਣੇ ਅੰਡਰਸਟੈਂਡਿੰਗ ਦੀ ਸੀ। ਬਿਲਕੁਲ ਬਿਲਕੁਲ। ਤੇ ਅਖੀਰ 'ਚ ਸਾਰ ਇਹ ਦਿੱਤਾ ਕਿ ਗੁਰੂ ਘਰ ਆ ਕੇ ਸਾਨੂੰ ਇੱਕ ਅਕਾਲ ਪੁਰਖ ਦੀ ਮਹਿਮਾ, ਗੁਰੂ ਘਰ ਆ ਕੇ ਸਾਨੂੰ ਗੁਰੂਆਂ ਤੋਂ ਪਤਾ ਚੱਲੀ ਹੈ। ਹੁਣ ਜਿਹੜੇ ਭੱਟ ਸਾਹਿਬਾਨ ਦੀ ਗੱਲ ਕਰਦੇ ਨੇ ਨਾ, ਹਾਂਜੀ, ਉਹ ਭੱਟ ਸਾਹਿਬਾਨ ਆਪ ਪਤਾ ਕੀ ਕਹਿ ਰਹੇ ਨੇ? ਆਪ ਉਹ ਕਹਿੰਦੇ ਨੇ, ਰਹਿਓ ਸੰਤ ਹਉ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਵਸਰੀ ਮੁਖੋਂ ਇਹ ਪੰਡਤ ਮਿੱਠੇ, ਬਰਸ ਏਕ ਹੋ ਫਿਰਿਓ ਕਿਨੇ ਨੋ ਪਰਚੋ ਲਾਇਓ, ਕਹਿਤ ਕਹੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲਗੇ ਤਿਨ ਕੇ ਗੁਣ ਹੋ ਕਿਆ ਕਹੋ, ਗੁਰਦਏ ਮਿਲਾਇਓ ਪਖਿਆ ਜਿਵ ਤੂੰ ਰੱਖੈ ਤਿਉ ਰਹੋ। ਉਹ ਕਹਿੰਦੇ ਮੈਨੂੰ ਤਾਂ ਸਾਲ ਹੋ ਗਿਆ ਸਾਨੂੰ ਭਟਕਦਿਆਂ ਨੂੰ, ਸਾਡਾ ਕਿਤੇ ਮਨ ਨਹੀਂ ਟਿਕਿਆ। ਜੋਗੀਆਂ ਕੋਲ ਗਏ, ਸਭ ਕੋਲ ਸਭ ਗਏ। ਤੋਂ ਪਹਿਲਾਂ ਗੱਲ ਤੇ ਬ੍ਰਾਹਮਣ ਸਨ ਸਾਰੇ। ਹਾਂਜੀ, ਬ੍ਰਾਹਮਣੀ ਵਿਵਸਥਾ ਦੇ ਵਿੱਚੋਂ ਆਏ ਨੇ। ਹਾਂਜੀ। ਤੇ ਸਤਿਗੁਰੂ ਦੀ ਸ਼ਰਨ ਚ ਆ ਕੇ ਕਹਿੰਦੇ ਨੇ ਵੀ ਇੱਥੇ ਆ ਕੇ ਸਾਨੂੰ ਪਤਾ ਲੱਗਾ ਹੈ, ਇੱਥੇ ਆ ਕੇ ਮਨ ਟਿਕਿਆ, ਸਾਨੂੰ ਤਾਂ ਸਾਲ ਹੋ ਗਿਆ ਭਟਕਦੇ ਆ। ਜਿਨ੍ਹਾਂ ਦੀ ਗੱਲ ਬਾਰ-ਬਾਰ ਪੁੱਛ ਰਹੇ ਨੇ ਨਾ, ਉਹ ਕਹਿ ਰਹੇ ਨੇ। ਉਹ ਇਹ ਵੀ ਦੱਸ ਦਿਓ ਕਿ ਕਿੰਨਾ ਦੀ ਗੱਲ ਕਰੇ ਕਿ ਕਿੰਨਾ ਕੋਲ ਅਸੀਂ ਗਏ ਪਰ ਸਾਡਾ ਕੁਝ ਨਹੀਂ ਫੋਕਟ ਰਿਹਾ। ਸਾਡਾ ਰਹਿਓ ਸੰਤ ਹੋਂ ਟੋਲ ਸਾਧ ਬਹੁਤ ਤੇਰੇ ਡਿੱਠੇ, ਬੜੇ ਸੰਤਾਂ ਕੋਲ ਗਏ, ਬੜੇ ਸਾਧਾਂ ਕੋਲ ਗਏ, ਸੰਨਿਆਸੀ ਤਪੱਸੀ ਮੁੱਖੋਂ ਇਹ ਪੰਡਤ ਮਿੱਠੇ। ਮਤਲਬ ਇਹ ਸਭ ਪਖੰਡੀਆਂ ਕੋਲ ਅਸੀਂ ਹੋ ਕੇ ਆਏ ਆ ਤੇ ਸਾਡਾ ਕੁਝ ਨਹੀਂ ਹਾਂਜੀ ਨਿਪਟਾਰਾ ਹੋਇਆ। ਸਾਰੇ ਸਿਸਟਮ ਨੂੰ ਰਿਜੈਕਟ ਕਰ ਰਹੇ ਨੇ। ਉਹ ਤਾਂ ਨਹੀਂ, ਉਹਨਾਂ ਨੇ ਤਾਂ ਨਹੀਂ ਦੱਸਿਆ ਸੀ ਤੁਹਾਨੂੰ ਦੀਕਸ਼ਿਤ ਸਾਹਿਬ, ਮੈਂ ਤੁਹਾਨੂੰ ਦੱਸ ਦਿੰਦਾ ਉਹਨਾਂ ਨੇ ਕੀ ਕਿਹਾ। ਹੁਣ ਇੱਕ ਉਹਨਾਂ ਨੇ ਉੱਥੇ ਰੈਫਰੈਂਸ ਦਿੱਤਾ 6 ਘਰ 6 ਗੁਰ 6 ਉਪਦੇਸ਼। ਹਾਂਜੀ ਹਾਂਜੀ। ਇਸ ਨੂੰ ਸਿੱਖ ਸਕੂਲ ਆਫ ਇੰਡੀਅਨ ਫਿਲਾਸਫੀ ਦੇ ਨਾਲ ਜਿਹੜੇ 6 ਦਰਸ਼ਨ ਹੈ ਹਿੰਦੂ ਧਰਮ ਦੇ, ਉਹਦੀ ਗੱਲ ਕਰ ਰਹੇ ਨੇ। ਹੁਣ ਗੁਰਬਾਣੀ ਇੱਥੇ ਕੀ ਕਹਿ ਰਹੀ ਹੈ? 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ। ਇਹ ਮੰਨਿਆ ਜਾਂਦਾ ਹੈ ਕਿ 6 ਸ਼ਾਸਤਰ ਨੇ, ਉਹਨਾਂ ਦੇ 6 ਰਚਨਾਲੇ ਨੇ ਤੇ 6 ਵਿਚਾਰਧਾਰਾ ਨੇ। ਇਹ ਬ੍ਰਾਹਮਣੀ ਕਨਸੈਪਟ ਹੈ। ਹਾਂਜੀ। ਸਤਿਗੁਰੂ ਕਹਿੰਦੇ ਨੇ 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ, ਅਸਲ ਦੇ ਵਿੱਚ ਇੱਕੋ ਅਕਾਲ ਪੁਰਖ ਹੈ। ਉਹਦਾ ਵਰਣਨ ਅਲੱਗ-ਅਲੱਗ ਤਰੀਕੇ ਨਾਲ ਕਰ ਰਹੇ ਨੇ, ਅਲੱਗ-ਅਲੱਗ ਲੋਕ ਕਰ ਰਹੇ ਨੇ। ਅਸਲ ਗਿਆਨ ਉਹਦਾ ਹੈ। ਉਸ ਸਿਸਟਮ ਨੂੰ ਸਤਿਗੁਰ ਪ੍ਰਵਾਨ ਨਹੀਂ ਕਰ ਰਹੇ। ਉਹ ਕਹਿੰਦੇ ਨੇ ਵੀ ਇੱਕ ਅਕਾਲ ਪੁਰਖ ਹੈ, ਇੱਕ ਉਹਦਾ ਗਿਆਨ ਹੈ। ਗੁਰ ਇੱਕੋ ਵੇਸ ਅਨੇਕ, ਉਹਦੇ ਅਲੱਗ-ਅਲੱਗ ਵੇਸ ਨੇ ਬਣਾਏ ਹੋਏ ਨੇ। ਹੁਣ ਇਹਦੇ ਵਿੱਚ ਸਿੱਖ ਧਰਮ ਦਾ ਫਲਸਫਾ ਤੇ ਤੁਹਾਡਾ ਫਲਸਫਾ ਬਿਲਕੁਲ ਹੀ ਅਲੱਗ-ਅਲੱਗ ਹੋ ਗਿਆ। ਤੁਹਾਡਾ ਫਲਸਫਾ ਤੇ 6 ਸ਼ਾਸਤਰਾਂ ਦੇ ਉੱਤੇ ਟਿਕਿਆ ਹੋਇਆ ਤੇ ਗੁਰਬਾਣੀ ਰਿਜੈਕਟ ਕਰ ਰਹੀ ਹੈ। ਗੁਰਬਾਣੀ ਰਿਜੈਕਟ ਕਰ ਰਹੀ ਹੈ। ਉਹਦੀ ਇੱਕੋ ਅਕਾਲ ਪੁਰਖ ਹੈ, ਉਹ ਇੱਕੋ ਉਹਦੀ ਵਿਚਾਰਤਾ। ਮਤਲਬ ਜਿਹੜੇ 6 ਇਹਨਾਂ ਦੇ ਹੈਗੇ, ਵੇਦ ਆ ਗਏ, ਉਪਨਿਸ਼ਦ ਆ ਗਏ, ਪੁਰਾਣਸ ਆ ਗਏ, ਜਿਹੜੇ ਵੀ ਇਹ 6 ਇਹਨਾਂ ਦੇ ਸਕੂਲ ਹੈਗੇ ਨੇ, ਇਹਨਾਂ ਨੂੰ ਤੇ ਗੁਰਬਾਣੀ ਰਿਜੈਕਟ ਕਰ ਰਹੀ ਹੈ। ਗੁਰਬਾਣੀ ਤੇ ਕਰਤਾ ਪੁਰਖ ਦੀ ਗੱਲ ਕਰ ਰਹੀ ਹੈ। ਇਹ ਕਰਤਾ ਪੁਰਖ ਦੀ ਗੱਲ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ। ਜਿੱਥੇ ਉਸ ਅਕਾਲ ਪੁਰਖ ਦੀ ਇੱਕ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ। ਔਰ ਇਹ ਭੱਟ ਸਾਹਿਬਾਨ ਦੇ 121 ਸਵਈਏ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨੇ। ਇਹ ਤਕਰੀਬਨ 20 ਪੇਜਿਸ ਨੇ, 20 ਪੇਜਿਸ ਨੇ। ਉਹ ਬੜਾ ਵੱਡਾ ਇਸ ਨੂੰ ਗੱਲ ਨੂੰ ਮਹੱਤਤਾ ਬਣਾ ਰਹੇ ਸੀਗੇ। ਅਸੀਂ ਜਿੰਨਾ ਆਪਣੇ ਗੁਰੂ ਸਾਹਿਬਾਨ ਦਾ ਸਤਿਕਾਰ ਕਰਨੇ ਆ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਨ੍ਹਾਂ ਦੀ ਵੀ ਬਾਣੀ ਹੈ, ਅਸੀਂ ਉਹਨਾਂ ਦਾ ਬਰਾਬਰ ਦਾ ਸਤਿਕਾਰ ਕਰਨੇ ਆ। ਬਿਲਕੁਲ। ਸਾਡੇ ਕੋਈ ਜ਼ਾਤ ਪਾਤ ਵਾਲਾ ਸਿਸਟਮ ਨਹੀਂ।
ਅਸੀਂ ਭਗਤ ਨਾਮਦੇਵ ਜੀ ਨੂੰ ਵੀ ਉਹਨਾਂ ਸਤਿਕਾਰ ਦਿੰਦੇ ਹਾਂ, ਭਗਤ ਰਵਿਦਾਸ ਜੀ ਨੂੰ ਵੀ ਉਹਨਾਂ ਸਤਿਕਾਰ ਦਿੰਦੇ ਹਾਂ, ਭਗਤ ਕਬੀਰ ਜੀ ਨੂੰ ਵੀ ਉਹਨਾਂ ਸਤਿਕਾਰ ਦਿੰਦੇ ਹਾਂ, ਭਗਤ ਰਾਮਾਨੰਦ ਜੀ ਨੂੰ ਵੀ ਉਹਨਾਂ ਸਤਿਕਾਰ ਦਿੰਦੇ ਹਾਂ। ਬਿਲਕੁਲ ਇਸ ਤਰ੍ਹਾਂ ਹੀ 11 ਭੱਟਾਂ ਸਾਹਿਬਾਨ ਨੂੰ ਵੀ ਅਸੀਂ ਓਨਾ ਹੀ ਸਤਿਕਾਰ ਦਿੰਦੇ ਹਾਂ। ਸਾਡੇ ਵਾਸਤੇ ਕੋਈ ਫਰਕ ਨਹੀਂ। ਲੇਕਿਨ ਤੁਸੀਂ ਉਹ ਵੰਡੀਆਂ ਪਾਉਣਾ ਚਾਹੁੰਦੇ ਹੋ ਕਿ ਜੀ ਉਹ ਕਸ਼ਮੀਰ ਤੋਂ ਆਏ ਸੀ, ਜੋ ਬੜੇ ਸਕਾਲਰ ਸੀ, ਬੜੇ ਉਹ ਸੀ। ਹਾਂ, ਸੀ ਸਕਾਲਰ ਸੀਗੇ, ਬਟ ਉਹ ਕਿਸੇ ਨਾਲੋਂ ਵੱਧ ਨਹੀਂ ਨੇ, ਘੱਟ ਨਹੀਂ ਨੇ। 35 ਮਹਾਂਪੁਰਖਾਂ ਦੀ ਸਾਰਿਆਂ ਦੀ ਬਰਾਬਰ ਦੇ ਸਤਿਕਾਰ ਦੇ ਹੱਕਦਾਰ ਨੇ। ਬਿਲਕੁਲ। ਜਦੋਂ ਸਿੱਖ ਮੱਥਾ ਟੇਕਦੇ ਨੇ ਤੇ ਇਹ ਥੋੜਾ ਨਾ ਕਿ ਮੈਂ ਇਹਨਾਂ ਨੂੰ ਟੇਕ ਰਿਹਾ ਤੇ ਇਹਨਾਂ ਨੂੰ ਘੱਟ ਟੇਕ ਰਿਹਾ, ਬਰਾਬਰ ਮੱਥਾ ਟੇਕਦੇ ਆ। ਅਸੀਂ ਤੇ ਜਿਨ੍ਹਾਂ ਦਾ ਇੱਕ ਸ਼ਬਦ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਹਾਂਜੀ, ਉਹਨਾਂ ਨੂੰ ਵੀ ਹੁਣ ਭਗਤ ਸੂਰਦਾਸ ਜੀ ਦੀ ਇੱਕ ਪੰਕਤੀ ਹੈ, ਇੱਕ ਪੰਕਤੀ, ਛਾੜ ਮਨ ਹਰ ਬੇਮੁਖਨ ਕੋ ਸੰਗ। ਅਸੀਂ ਭਗਤ ਸੂਰਦਾਸ ਜੀ ਦੇ ਉਹਨਾਂ ਦਾ ਸਤਿਕਾਰ ਕਰਨੇ ਆ, ਹਾਲੇ ਕਿ ਉਹਨਾਂ ਦੀਆਂ ਬਹੁਤ ਰਚਨਾਵਾਂ ਨੇ ਗੁਰੂ ਗ੍ਰੰਥ ਸਾਹਿਬ 'ਚ ਪ੍ਰਵਾਨ ਨਹੀਂ ਹੋਈਆਂ। ਪਰ ਗੁਰੂ ਗ੍ਰੰਥ ਸਾਹਿਬ ਦੇ ਇਹ ਵਡਿਆਈ ਹੈ ਕਿ ਜਿਹੜੀ ਇੱਕ ਚੰਗੀ ਗੱਲ ਹੈ, ਇੱਕ ਚੰਗਾ ਸੇਧ ਦੇਣ ਵਾਲੀ ਗੱਲ ਹੈ, ਉਹ ਅਗਰ ਇੱਕ ਪੰਕਤੀ ਵੀ ਹੈ ਤਾਂ ਉਹਨੂੰ ਵੀ ਸਤਿਗੁਰੂ ਨੇ ਸੰਭਾਲ ਲਿਆ। ਬਿਲਕੁਲ। ਉਹਦੇ ਕੋਲੋਂ ਵੀ ਅਸੀਂ ਸਿੱਖਿਆ ਲੈਂਦੇ ਹਾਂ ਵੀ ਜਿਹੜੇ ਅਕਾਲ ਪੁਰਖ ਤੋਂ ਬੇਮੁਖ ਹੋਏ ਨੇ, ਜਿਹੜੇ ਪਰਮਾਤਮਾ ਤੋਂ ਟੁੱਟੇ ਹੋਏ ਨੇ, ਉਹਨਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ। ਇੱਕ ਬੜਾ ਉੱਤਮ ਉਪਦੇਸ਼ ਹੈ ਜਿਹੜਾ ਬਾਬਾ ਆਪਣਾ ਭਗਤ ਸੂਰਦਾਸ ਜੀ ਨੇ ਜਿਹੜਾ ਦਿੱਤਾ ਸਾਨੂੰ, ਉਹਨੂੰ ਵੀ ਸੰਭਾਲ ਲਿਆ ਗੁਰੂ ਗ੍ਰੰਥ ਸਾਹਿਬ ਜੀ ਨੇ। ਉਹਦੇ ਵਿੱਚ ਇਹ ਕਰਨਾ ਕਿ ਜਿਵੇਂ ਸ਼ਾਇਦ ਉਹਦੇ ਬਗੈਰ ਗੁਰੂ ਗ੍ਰੰਥ ਸਾਹਿਬ ਅਧੂਰਾ ਸੀ ਜਾਂ ਉਹਦੇ ਨਾਲ ਹੀ ਪੂਰਾ ਹੋਇਆ, ਬਰਾਬਰ ਦੀ ਰਚਨਾ ਹੈ, ਬਿਲਕੁਲ ਉਹਦੇ ਨਾਲ ਪੂਰਾ ਹੋਇਆ, ਉਹਦੇ ਬਗੈਰ ਅਧੂਰਾ ਸੀ। ਕਿਉਂਕਿ ਗੁਰੂ ਮਹਿਮਾ ਜਿਹੜੀ ਹੈ ਪਹਿਲਾਂ ਹੋਰ ਕਿਸੇ ਨੇ ਨਹੀਂ ਸੀ ਕਹੀ, ਗੁਰੂ ਸਾਹਿਬਾਨ ਨੇ ਆਪ ਨਹੀਂ ਕਹੀ। ਭਗਤ ਸਾਹਿਬਾਨ ਗੁਰੂ ਸਾਹਿਬ ਤੋਂ ਪਹਿਲਾਂ ਹੋਏ, ਉਹਨਾਂ ਨੇ ਗੁਰੂ ਮਹਿਮਾ ਨਹੀਂ ਕਹੀ, ਇਹਨਾਂ ਨੇ ਗੁਰੂ ਮਹਿਮਾ ਗਾਇਨ ਕੀਤੀ। ਉਹਦੇ ਵਿੱਚ 20 ਪੰਨੇ ਜਿਹੜੇ ਨੇ, 121 ਸਵਈਏ ਜਿਹੜੇ ਨੇ ਉਹ ਦਰਜ ਕਰ ਦਿੱਤੇ ਗਏ। ਪਰ ਉਹਨੂੰ ਇੰਜ ਪੇਸ਼ ਕਰਨਾ ਜਿਸ ਤਰ੍ਹਾਂ ਉਹ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਮੈਨੂੰ ਬੜਾ ਅਜੀਬ ਜਿਹਾ ਲੱਗਾ। ਇੱਕ ਮੈਂ ਇਹਨੂੰ ਐਵੇਂ ਵੀ ਦੇਖਦਾ, ਮਾਫ ਕਰਨਾ ਮੈਂ ਜੇ ਗਲਤ ਹੋਵਾਂ, ਕਿ ਜਿਹੜੇ ਭਗਤ ਸਾਹਿਬਾਨ ਸੀਗੇ, ਗੁਰੂ ਸਾਹਿਬਾਨ ਸੀਗੇ, ਜਿਹੜੇ ਭੱਟ ਸਾਹਿਬਾਨ ਸੀਗੇ, ਇਹ ਪਹਿਲਾਂ ਕਿਤੇ ਹੋਰ ਭਟਕੇ ਹੋਏ ਸੀਗੇ। ਉਸ ਤੋਂ ਬਾਅਦ ਇਹ ਗੁਰੂ ਦੀ ਸ਼ਰਨ 'ਚ ਆ ਕੇ ਇੰਨੀ ਉੱਚੀ ਅਵਸਥਾ ਤੇ ਹੋ ਗਏ ਕਿ ਗੁਰੂ ਸਾਹਿਬ ਨੇ ਇਹਨਾਂ ਨੂੰ ਆਪਣੇ ਬਰਾਬਰ ਦੇ ਸਥਾਨ ਦੇ ਵਿੱਚ ਬਾਣੀ ਦੀ ਜਗ੍ਹਾ ਦਿੱਤੀ। ਨਹੀਂ, ਇਹ ਗਲਤ ਵਾਲੀ ਤਾਂ ਕੁਝ ਗੱਲ ਨਹੀਂ ਇਹਦੇ ਵਿੱਚ, ਕਿਉਂਕਿ ਉਹ ਆਪ ਕਹਿ ਰਹੇ ਨਾ, ਹੁਣੇ ਤੁਸੀਂ ਆਪ ਮਤਲਬ ਗੁਰੂ ਇੱਕ ਮਤਲਬ ਗੁਰੂ ਐਦਾਂ ਦਾ ਪਾਰਸ ਹੈ ਜੋ ਇੱਕ ਆਮ ਨੂੰ ਵੀ ਜਿਹੜਾ ਭਟਕੇ ਹੋਇਆ ਨੂੰ ਉਹਨੂੰ ਵੀ ਆਪਣੇ ਸਤਰ ਤੇ ਲੈ ਕੇ ਆ ਸਕਦਾ। ਇਹ ਗੁਰੂ ਦੀ, ਇਹਨੂੰ ਤਾਂ ਮੈਂ ਕਰਾਮਾਤ ਕਵਾਂਗਾ। ਨਹੀਂ, ਇਹ ਤਾਂ ਤੁਸੀਂ ਦੇਖੋ, ਗੱਲ ਇਹ ਹੈ ਗੁਰਬਾਣੀ ਦੇ ਵਿੱਚ ਤਾਂ ਇਸੇ ਗੱਲ ਦੀ ਵਡਿਆਈ ਹੈ। ਮੈਂ ਤਾਂ ਮਿਰੇਕਲ ਕਵਾਂਗਾ। ਭਾਈ ਲਹਿਣਾ ਜੀ ਇੱਕ ਆਮ ਇਨਸਾਨ ਸੀਗੇ ਔਰ ਉਹ ਜਾਇਆ ਕਰਦੇ ਸੀ ਦੇਵੀਆਂ ਦੇ। ਇੱਕ ਵਾਰੀ ਗੁਰੂ ਨਾਨਕ ਸਾਹਿਬ ਦੀ ਸੰਗਤ ਪ੍ਰਾਪਤ ਹੋਈ ਤੇ ਸਭ ਕੁਝ ਛੱਡ ਕੇ ਗੁਰੂ ਨਾਨਕ ਦੇ ਹੋ ਕੇ ਰਹਿ ਗਏ। 7 ਸਾਲ ਗੁਰੂ ਨਾਨਕ ਸਾਹਿਬ ਕੋਲ ਹੀ ਰਹੇ, 6.5 ਤੋਂ ਪੌਣੇ 7 ਸਾਲ ਦੇ ਕਰੀਬ ਗੁਰੂ ਨਾਨਕ ਸਾਹਿਬ ਦੀ ਕੋਲ ਹੀ ਰਹੇ ਨੇ। ਫਿਰ ਉਹ ਗੁਰੂ ਨਾਨਕ ਦੀ ਜੋਤ ਆ ਗਈ ਤੇ ਦੂਜੇ ਗੁਰੂ ਨਾਨਕ ਬਣ ਗਏ। ਇੱਕ ਜਿਹੜੀ ਇਹ ਪਾਰਸ ਵਾਲੀ ਤੁਸੀਂ ਨਹੀਂ ਗੱਲ ਕੀਤੀ ਹੈ ਨਾ, ਇੱਕ ਸਮਝਿਆ ਜਾਂਦਾ ਹੈ ਕਿ ਇੱਕ ਪੱਥਰ ਹੈ ਕੋਈ ਪਾਰਸ, ਉਹਦੇ ਨਾਲ ਲੋਹਾ ਲੱਗ ਜਾਏ ਤੇ ਉਹ ਸੋਨਾ ਬਣ ਜਾਂਦਾ ਹੈ। ਹਾਂਜੀ। ਲੇਕਿਨ ਗੁਰਬਾਣੀ ਦੇ ਵਿੱਚ ਜਿਹੜੇ ਪਾਰਸ ਦੀ ਗੱਲ ਕੀਤੀ ਜਾਂਦੀ ਹੈ, ਉਹਨੂੰ ਗੁਰੂ ਦੀ ਹੈ। ਗੁਰੂ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ। ਗੁਰੂ ਨੇ ਕਰਕੇ ਦਿਖਾਇਆ। ਨਹੀਂ, ਮੈਂ ਉਸ ਤੋਂ ਉੱਤੇ ਦੀ ਗੱਲ ਕਰ ਰਿਹਾ। ਹਾਂਜੀ। ਜਿਹੜਾ ਉਹ ਮਨੋਕਲਪਿਤ ਪੱਥਰ ਹੈ ਪਾਰਸ, ਉਹ ਕਿਸੇ ਨੂੰ ਲੋਹੇ ਨੂੰ ਸੋਨਾ ਬਣਾ ਸਕਦਾ ਹੈ, ਬਿਲਕੁਲ ਪਾਰਸ ਨਹੀਂ ਬਣਾ ਸਕਦਾ। ਗੁਰੂ ਤਾਂ ਉਹ ਪਾਰਸ ਹੈ ਜਿਹੜਾ ਪਾਰਸ ਬਣਾ ਦਿੰਦਾ ਹੈ। ਗੁਰੂ ਨਾਨਕ ਪਾਰਸ ਨੇ, ਗੁਰੂ ਅੰਗਦ ਪਾਰਸ ਬਣਾਏ। ਗੁਰੂ ਅੰਗਦ ਪਾਰਸ ਨੇ ਗੁਰੂ ਅਮਰਦਾਸ ਪਾਤਸ਼ਾਹ ਪਾਰਸ ਬਣਾਏ। ਆ 10 ਪਾਤਸ਼ਾਹੀਆਂ ਦਾ ਸਾਰਾ ਜਿਹੜਾ ਖੇਲ ਚੱਲਦਾ ਹੈ, ਉਹਨਾਂ ਨੇ ਆਪਣੀ ਛੋਹ ਦੇ ਨਾਲ ਇੱਕ ਹੋਰ ਪਾਰਸ ਤਿਆਰ ਕਰ ਦਿੱਤਾ ਔਰ ਇਹ ਸਾਰੇ ਪਾਰਸ ਬਣ ਗਏ ਉੱਥੇ ਜਾ ਕੇ ਗੁਰੂ ਦੀ ਸ਼ਰਨ ਦੇ ਵਿੱਚ। ਜਿਹੜੇ ਭੱਟ ਵਿਚਾਰੇ ਭਟਕੇ ਹੋਏ ਸੀਗੇ ਉਹ ਪਾਰਸ ਬਣਾਤੇ ਗੁਰੂ ਨੇ। ਜੀ। ਇਹ ਜਿਹੜਾ ਅਸਲ ਦੇ ਵਿੱਚ ਭੱਟ ਵਾਲਾ ਕਨਸੈਪਟ ਹੈ ਨਾ, ਇਹ ਬਹੁਤੇ ਭੱਟ ਜਿਹੜੇ ਨੇ, ਇਹਨਾਂ ਦਾ ਕੰਮ ਹੁੰਦਾ ਸੀ ਲੋਕਾਂ ਦੇ ਜਨਮ ਦਾ ਹਿਸਾਬ ਕਿਤਾਬ ਰੱਖਣਾ। ਜਨਮ ਦਾ ਲੋਕਾਂ ਦਾ ਨਹੀਂ, ਪੁਸ਼ਤਾਂ ਦਾ। ਅੱਜ ਵੀ ਸ਼ਾਇਦ ਈਵਨ ਆਪਾਂ ਹੁਣ ਭਾਵੇਂ ਉਸ ਵਿਚਾਰਧਾਰਾ ਨੂੰ ਨਹੀਂ ਮੰਨਦੇ, ਤੁਸੀਂ ਕਿਤੇ ਹਰਿਦੁਆਰ ਜਾ ਕੇ ਪਤਾ ਕਰੋ, ਉੱਥੇ ਪਤਾ ਲੱਗ ਜਾਏਗਾ ਵੀ ਤੁਹਾਡੇ ਕੁੱਲ ਦਾ ਕੌਣ, ਕਿਹਦੇ ਕੋਲ ਹਿਸਾਬ ਕਿਤਾਬ ਹੈ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ। ਹਾਂਜੀ। ਉੱਥੋਂ ਤੁਹਾਨੂੰ ਇਹ ਮਿਲ ਜਾਏਗਾ ਵੀ ਪੁੱਛ ਲਿਆ ਤੁਹਾਡੀਆਂ ਪਿਛਲੀਆਂ 7 ਕੁੱਲਾਂ, 8 ਕੁੱਲਾਂ, 10 ਕੁੱਲਾਂ ਕੌਣ ਸੀ, ਉਹ ਇਹਨਾਂ ਹਿਸਾਬ ਕਿਤਾਬ ਰੱਖਣ ਵਾਲੇ ਸੀ। ਦੇਖੋ, ਜਿਹੜਾ ਇੱਕ ਕੰਮ ਹੈ ਇਹਦੀ ਤਾਂ ਮੈਂ ਤਾਰੀਫ ਕਰਦਾ, ਠੀਕ ਹੈ, ਬੜਾ ਕਮਾਲ ਦਾ ਕੰਮ ਸੀ। ਅੱਜ ਸ਼ਾਇਦ ਇਹਨਾਂ ਐਡਵਾਂਸ ਸਿਸਟਮ ਹੋਣ ਦੇ ਬਾਵਜੂਦ
ਉਹਨਾਂ ਰਿਕਾਰਡ ਨਹੀਂ ਅਵੇਲੇਬਲ ਹੋਣਾ ਹਾਂਜੀ, ਜਿੰਨਾ ਉਹਨਾਂ ਨੇ ਉਸ ਵੇਲੇ ਮੇਨਟੇਨ ਕੀਤਾ ਹੋਇਆ। ਜਿਹੜਾ ਇੱਕ ਕੰਮ ਕੀਤਾ ਬੜਾ ਵਧੀਆ ਕੰਮ ਸੀ। ਲੇਕਿਨ ਇੱਥੇ ਜਿਹੜੇ ਗੁਰੂ ਘਰ ਦੇ ਵਿੱਚ ਆਏ ਉਹ ਉਸ ਧੰਦੇ ਦੇ ਵਿੱਚੋਂ ਨਹੀਂ ਸਨ ਆਏ। ਠੀਕ, ਉਹ ਬ੍ਰਾਹਮਣਾਂ ਦੇ ਵਿੱਚੋਂ ਸਨ, ਬ੍ਰਾਹਮਣਾਂ ਦੇ ਇੱਕ ਸਿਸਟਮ ਦੇ ਵਿੱਚੋਂ ਸਨ, ਲੇਕਿਨ ਉਹ ਸੈਟਿਸਫਾਈਡ ਨਹੀਂ ਸਨ। ਉਹਨਾਂ ਨੇ ਆਪ ਕਹਿਤਾ ਤਾਂ ਹੀ ਉਹ ਡਿਫਰੈਂਟ ਜਗ੍ਹਾ ਗਏ, ਉਹਨਾਂ ਦੀ ਗੱਲ ਨਹੀਂ ਬਣੀ। ਅੱਛਾ ਸਿੰਘ ਸਾਹਿਬ, ਇੱਕ ਮੈਂ ਗੱਲ ਪੁੱਛਣਾ ਚਾਹੁੰਦਾ ਕਿ ਇੱਕ ਨਾ ਇਹ ਜਿਹੜਾ ਜੈਪੁਰ ਡਾਇਲੌਗ ਵਾਲੇ ਹੈਗੇ ਆ, ਇੱਕ ਇਹਨਾਂ ਦਾ ਇਹ ਬੜਾ ਜ਼ੋਰ ਲੱਗਿਆ ਹੁੰਦਾ, ਇਹਨਾਂ ਨੇ ਬੜੇ ਇਸ 'ਤੇ ਦਾਅਵੇ ਵੀ ਕੀਤੇ ਹੈ, 25 ਲੱਖ ਦਾ ਦਾਅਵਾ ਕੀਤਾ ਹੈ ਕਿ ਇਸ 'ਤੇ ਅਸੀਂ ਡਿਟੇਲ 'ਚ ਗੱਲ ਕਰਾਂਗੇ। ਜੋ ਛੋਟੀ ਜੀ ਇਸ 'ਤੇ ਬ੍ਰੇਕ ਲੈਂਦੇ ਹਾਂ। ਮੈਂ ਸਵਾਲ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਅੰਮ੍ਰਿਤ ਦੀ ਦਾਤ ਹੈ ਉਹ ਬ੍ਰਿਟਿਸ਼ਰਸ ਦੀ ਕ੍ਰੀਏਸ਼ਨ ਹੈ, 5 ਕਕਾਰਾਂ ਦੀ। ਇਹ ਗੁਰੂ ਸਾਹਿਬਾਨ ਦੇ ਪੌਣੇ 200 ਸਾਲ ਤੱਕ ਇਹ ਚੀਜ਼ਾਂ ਦੀ ਕੋਈ ਵੀ ਨਹੀਂ ਹੈਗਾ, ਤੇ ਜਿਹੜਾ ਪ੍ਰਮਾਣਿਤ ਸਰੋਤ ਉਸ ਸਮੇਂ ਦਾ ਕੰਟੈਂਪਰੇਰੀ ਦਿਖਾ ਦੇਗਾ ਉਹਨੂੰ 25 ਲੱਖ ਰੁਪਏ ਦੇਵਾਂਗੇ। ਅਸੀਂ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ, ਫਿਰ ਇਸ 'ਤੇ ਅਸੀਂ ਗੱਲ ਕਰਦੇ ਹਾਂ। ਬ੍ਰੇਕ ਤੋਂ ਬਾਅਦ ਆਪ ਸਭ ਦਾ ਇੱਕ ਫਿਰ ਤੋਂ ਸਵਾਗਤ ਹੈ। ਸਿੰਘ ਸਾਹਿਬ, ਇੱਕ ਆਪਣੀ ਹੈ ਜਿਹੜੀ ਕਨਵਰਸੇਸ਼ਨ ਦੇ ਵਿੱਚ ਇਹ ਵੀ ਜ਼ਿਆਦਾਤਰ ਗੱਲ ਕਰਦੇ ਨੇ ਕਿ ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਰੈਫਰੈਂਸਿਸ ਆਏ ਨੇ ਜਾਂ ਉਹਦੇ ਵਿੱਚ ਜਿਹੜੀ ਇਨਫੋਰਮੇਸ਼ਨ ਆਈ ਹੈ ਉਹਦੇ ਵਿੱਚੋਂ ਕਈ ਚੀਜ਼ਾਂ ਵੇਦਾਂ ਤੋਂ ਆਈਆਂ ਨੇ। ਮਤਲਬ ਵੇਦ ਇੱਕ ਪ੍ਰਾਈਮ ਸੋਰਸ ਆਫ ਨੌਲੇਜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ। ਇਹਦੇ ਵਿੱਚ ਕਿੰਨੀ ਕੀ ਸੱਚਾਈ ਹੈ? ਦੇਖੋ, ਦੋ ਚੀਜ਼ਾਂ ਨੇ। ਵੇਦਾਂ ਦੇ ਵਿੱਚ ਨੌਲੇਜ ਹੈ, ਇਹ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ। ਸਤਿਗੁਰੂ ਬਾਣੀ ਵਿੱਚ ਵੀ ਕਹਿੰਦੇ ਨੇ, ਵੇਦ ਪੁਰਾਣ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਇੱਥੇ ਉਹਨਾਂ ਗੱਲ ਸਿਰਫ ਵੇਦਾਂ ਦੀ ਨਹੀਂ ਕੀਤੀ, ਪੁਰਾਣਾਂ ਦੀ ਵੀ ਕੀਤੀ। ਪੁਰਾਣ ਵੇਦ ਜਿਸ ਵੇਲੇ ਆਉਂਦਾ ਤੇ ਸਾਰੇ ਹਿੰਦੂ ਗ੍ਰੰਥ ਉਹਦੇ ਵਿੱਚ ਆ ਜਾਂਦੇ ਨੇ। ਵੇਦ ਪੁਰਾਣ ਦੀ ਜਿਸ ਵੇਲੇ ਗੱਲ ਆਉਂਦੀ ਹੈ ਤੇ ਸਾਰੇ ਹਿੰਦੂ ਗ੍ਰੰਥਾਂ 'ਚ ਉਹਦੇ ਵਿੱਚ ਜਿਹੜੀ ਹੈ ਗੱਲ ਆ ਜਾਂਦੀ ਹੈ। ਲੇਕਿਨ ਇਹ ਕਹਿਣਾ ਕਿ ਗੁਰਬਾਣੀ ਉਹਦੇ ਉੱਤੇ ਆਧਾਰਿਤ ਹੈ, ਉਹ ਬਿਲਕੁਲ ਗੱਲ ਹੈ। ਕਿਉਂਕਿ ਮੇਰੇ ਸਤਿਗੁਰੂ ਨੇ ਇੱਕ ਫੈਸਲਾ ਕਰ ਦਿੱਤਾ ਹੈ ਕਿ ਹਮਰਾ ਝਗੜਾ ਰਹਾ ਨਾ ਕਹੂ, ਪੰਡਤ ਮੂਲਾ ਛਾੜੇ ਦੋ, ਪੰਡਤ ਮੁੱਲਾ ਜੋ ਲਿਖਦੀ ਆ ਛਾੜ ਚਲੇ ਹਮ ਕਛੂ ਨਾ ਲਿਆ। ਅਸੀਂ ਕੁਝ ਵੀ ਨਹੀਂ ਲਿਆ ਉੱਥੋਂ। ਇੱਕ ਨਿਰੋਈ ਨਵੀਂ ਵਿਚਾਰਧਾਰਾ ਜਿਹੜੀ ਗੁਰੂ ਨਾਨਕ ਸਾਹਿਬ ਨੇ ਸੰਸਾਰ ਦੇ ਉੱਤੇ ਪ੍ਰਗਟ ਕੀਤੀ। ਇਹ ਕਹਿਣਾ ਕੁਝ ਰੈਫਰੈਂਸਿਸ ਜਿਹੜੇ ਨੇ ਉਹ ਆਉਂਦੇ ਨੇ। ਹੁਣ ਜਿਵੇਂ ਰੈਫਰੈਂਸਿਸ ਕਿਵੇਂ ਆਉਂਦੇ ਨੇ, ਇੱਕ ਪੁਨੀਤ ਸਾਹਨੀ ਨੇ ਵੀ ਉੱਥੇ ਰੈਫਰੈਂਸ ਦਿੱਤਾ ਸੀ। ਗੁਰੂ ਤੇਗ ਬਹਾਦਰ ਸਾਹਿਬ ਦਾ ਦੋਹਰਾ ਹੈ ਉਹਨਾਂ ਦੇ ਸ਼ਲੋਕਾਂ ਦੇ ਵਿੱਚ। ਉਹ ਦੋਹਰਾ ਕੀ ਹੈ? ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋ ਤੋ ਪਾਏ, ਕਹੋ ਨਾਨਕ ਅਬ ਓਟ ਹਰ ਗੱਜਿਓ ਹੋ ਸਹਾਏ। ਪਹਿਲਾਂ ਇੱਕ ਬੰਦੇ ਹੈ 53ਵਾਂ, ਤੇ ਉਹਦੇ ਬਾਅਦ 54ਵਾਂ ਹੈਗਾ, ਬਲ ਹੋਆ ਬੰਧਨ ਛੁਟੇ, ਸਭ ਕੁਛ ਹੋ ਤੋ ਪਾਏ, ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮ ਹੀ ਹੋ ਸਹਾਏ। ਹੁਣ ਇਹਨੇ ਪੁਨੀਤ ਸਾਹਨੀ ਨੇ ਉੱਥੇ ਰੈਫਰੈਂਸ ਦਿੱਤਾ ਕਿ ਦੇਖੋ ਜੀ, ਗੱਜਿਓ ਹੋ ਸਹਾਏ, ਇਹ ਗੱਜ ਵਾਲਾ ਜਿਹੜਾ ਹੈ ਇਹ ਭਗਵਤ ਪੁਰਾਣ ਦੇ ਵਿੱਚੋਂ ਆਇਆ। ਬਹੁਤ ਸਾਰੇ ਰੈਫਰੈਂਸਿਸ ਨੇ ਜਿਹੜੇ ਆਉਂਦੇ ਨੇ, ਕਿਉਂਕਿ ਇਹ ਮੰਨਿਆ ਜਾਂਦਾ ਸੀ ਰੈਫਰੈਂਸ ਦੇ ਤੌਰ ਤੇ ਕਿ ਇਹਨਾਂ ਦੀ ਸਹਾਇਤਾ ਪਰਮੇਸ਼ਰ ਨੇ ਕੀਤੀ। ਸਤਿਗੁਰੂ ਨੇ ਉਹਨੂੰ ਰੱਦ ਨਹੀਂ ਕੀਤਾ, ਉਹਨੂੰ ਕਿਹਾ ਵੀ ਤੁਸੀਂ ਇਹ ਮੰਨਦੇ ਹੋ ਨਾ, ਫਿਰ ਤੁਸੀਂ ਉਹੀ ਕੰਮ ਕਰੋ। ਹੁਣ ਉਹ ਕਹਿੰਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੰਧਨ ਪੈ ਗਏ, ਉਹ ਇਸ ਕਰਕੇ ਕਹਿ ਰਹੇ ਨੇ। ਗੁਰੂ ਤੇਗ ਬਹਾਦਰ ਸਾਹਿਬ ਨੂੰ ਬੰਧਨ ਨਹੀਂ ਪੈ ਗਏ, ਉਹ ਇਸ ਕਰਕੇ ਨਹੀਂ ਕਹਿ ਰਹੇ, ਉਹ ਸਾਰੀ ਮਨੁੱਖਤਾ ਵਾਸਤੇ ਕਹਿ ਰਹੇ ਨੇ। ਉਹ ਸਾਰੇ ਸਾਨੂੰ ਸਮਝਾਉਣ ਲਈ ਕਹਿ ਰਹੇ ਨੇ ਵੀ ਜਦੋਂ ਤੁਹਾਡਾ ਬਲ ਕਮਜ਼ੋਰ ਹੋ ਜਾਂਦਾ ਹੈ, ਬਲ ਛੁੱਟ ਜਾਂਦਾ ਹੈ, ਬਲ ਛੁੱਟ ਕੇ ਉਹ ਬੰਧਨ ਪਰੇ, ਫਿਰ ਉਸ ਵੇਲੇ ਕੁਝ ਨਹੀਂ ਕਰ ਸਕਦਾ ਤੁਸੀਂ। ਫਿਰ ਤੁਸੀਂ ਕਹਿੰਦੇ ਹੋ ਕਿ ਹਾਥੀ ਜਿਹੜਾ ਉਹਨੂੰ ਤੰਦੂਏ ਨੇ ਪਕੜ ਲਿਆ ਤੇ ਉਹਨੇ ਪੁਕਾਰ ਕੀਤੀ ਪਰਮੇਸ਼ਰ ਨੂੰ ਕਿ ਮੈਨੂੰ ਬਚਾ, ਤੇ ਪਰਮੇਸ਼ਰ ਨੇ ਬਚਾ ਲਿਆ। ਤੁਸੀਂ ਵੀ ਉਸ ਅਕਾਲ ਪੁਰਖ ਦਾ ਆਸਰਾ ਲਓ, ਉਹਦਾ ਆਸਰਾ ਲਓ। ਔਰ ਅਗਲੇ ਬੰਦ ਦੇ ਵਿੱਚ ਸਤਿਗੁਰੂ ਨੇ ਅਗਲੇ ਸ਼ਲੋਕ ਦੇ ਵਿੱਚ ਸਪਸ਼ਟ ਕਰਤਾ ਹੈ ਕਿ ਬਲ ਹੋਆ ਬੰਧਨ ਛੁਟੇ, ਆਪਣੇ 'ਚ ਬਲ ਪੈਦਾ ਕਰੋ। ਔਰ ਬਲ ਦੋਨੋਂ ਤਰ੍ਹਾਂ ਦਾ ਚਾਹੀਦਾ, ਆਤਮਿਕ ਬਲ ਵੀ ਚਾਹੀਦਾ, ਸਰੀਰਕ ਬਲ ਵੀ ਚਾਹੀਦਾ, ਤਾਂ ਬੰਧਨ ਟੁੱਟਦੇ ਨੇ। ਗੁਲਾਮੀ ਦੇ ਬੰਧਨ ਟੁੱਟਦੇ ਨੇ ਜਿਸ ਵੇਲੇ ਸਰੀਰਕ ਬਲ ਦੀ ਵਰਤੋਂ ਕੀਤੀ ਜਾਂਦੀ ਹੈ। ਸਰੀਰਕ ਬਲ ਤਾਂ ਵਰਤੋਂ ਹੁੰਦਾ ਜਿਸ ਵੇਲੇ ਆਤਮਿਕ ਬਲ ਹੋਵੇ। ਤੇ ਬਲ ਹੋਆ ਬੰਧਨ ਛੁਟੇ, ਫਿਰ ਬੰਧਨ ਟੁੱਟ ਜਾਂਦੇ ਨੇ। ਨਾਨਕ ਸਭ ਕੁਛ ਤੁਮਰੇ ਹੱਥ ਮੈਂ। ਇੱਥੇ ਉਹ ਗੱਜ ਦੀ ਗੱਲ ਨਹੀਂ ਕੀਤੀ ਜਾ ਰਹੀ, ਹਾਥੀ ਦੀ ਗੱਲ ਨਹੀਂ ਕੀਤੀ ਜਾ ਰਹੀ, ਉਸ ਪਰਮੇਸ਼ਰ ਦੀ ਗੱਲ ਕੀਤੀ ਜਾ ਰਹੀ ਕਿ ਅਕਾਲ ਪੁਰਖ ਜੀ ਸਭ ਕੁਝ ਤੁਹਾਡੇ ਹੱਥ ਦੇ ਵਿੱਚ ਹੈ। ਹੁਣ ਇਸ ਤਰ੍ਹਾਂ ਰੈਫਰੈਂਸਿਸ ਜਿਹੜੇ ਆਉਂਦੇ ਨੇ, ਉਹਦੇ ਵਿੱਚ ਗਣਕਾ ਦਾ ਵੀ ਰੈਫਰੈਂਸ ਆਉਂਦਾ ਹੈ,
ਅਜਾਮਲ ਦਾ ਰੈਫਰੈਂਸ ਵੀ ਆਉਂਦਾ ਹੈ, ਗੱਜ ਦਾ ਰੈਫਰੈਂਸ ਵੀ ਆਉਂਦਾ ਹੈ। ਹੁਣ ਗਣਕਾ ਦਾ ਸੀਗਾ ਕਿ ਜੇ ਉਹਨੇ ਤੋਤਾ ਪਾਲ ਲਿਆ ਤੇ ਉਹਨੂੰ ਰਾਮ ਰਾਮ ਪੜ੍ਹਾਉਣ ਦੇ ਵਿੱਚ ਉਹਦਾ ਭਲਾ ਹੋ ਗਿਆ। ਅਜਾਮਲ ਜਿਹੜਾ ਸੀ ਉਹਦਾ ਪੁੱਤਰ ਸੀ, ਉਹਨੇ ਉਹਦਾ ਪੁੱਤਰ ਦਾ ਨਾਮ ਨਾਰਾਇਣ ਰੱਖ ਲਿਆ, ਉਹਨੂੰ ਨਾਰਾਇਣ ਨਾਰਾਇਣ ਬੁਲਾਣ ਕਰਕੇ ਹੋ ਗਿਆ। ਸਤਿਗੁਰੂ ਨੇ ਉਹਨਾਂ ਦਾ ਇਸਤੇਮਾਲ ਕੀਤਾ ਗੁਰਬਾਣੀ ਵਿੱਚ, ਇਸ ਵਾਸਤੇ ਕੀਤਾ ਵੀ ਤੁਸੀਂ ਮੰਨਦੇ ਹੋ ਨਾ ਕਿ ਉਸ ਪਰਮੇਸ਼ਰ ਦਾ ਨਾਮ ਰਟਨ ਕਰਕੇ ਉਹਨਾਂ ਦਾ ਜੀਵਨ ਸਕਾਰਤਾ ਹੋ ਗਿਆ। ਭਾਈ ਤੁਸੀਂ ਵੀ ਉਸ ਪਰਮੇਸ਼ਰ ਦੇ ਨਾਲ ਜੁੜ ਜਾਓ। ਠੀਕ ਹੈ। ਤੁਸੀਂ ਮੰਨਦੇ ਹੋ ਕਿ ਗਣਕਾ ਨੇ ਤੋਤਾ ਰੱਖ ਲਿਆ, ਉਹ ਰਾਮ ਰਾਮ ਪੜ੍ਹਾਉਣ ਕਰਕੇ ਉਹਦਾ ਜੀਵਨ ਸਫਲਾ ਹੋ ਗਿਆ, ਫਿਰ ਤੁਸੀਂ ਵੀ ਉਸ ਪਰਮੇਸ਼ਰ ਨਾਲ ਜੁੜ ਜਾਓ। ਉਹਨੂੰ ਪ੍ਰੇਰਨਾ ਦੇ ਸਰੋਤ ਦੇ ਉੱਤੇ ਇਸਤੇਮਾਲ ਕੀਤਾ। ਲੇਕਿਨ ਇਹਦਾ ਮਤਲਬ ਨਹੀਂ ਕਿ ਉਹ ਪੁਰਾਣਾ ਦਾ ਕੋਈ ਰੈਫਰੈਂਸ ਲੈ ਲਿਆ ਤੇ ਪੁਰਾਣ ਜਾਂ ਤੁਸੀਂ ਵੀ ਤੋਤਾ ਪਾਲ ਲਓ। ਮੇਨ ਮੁੱਖ ਦੀ ਗੱਲ ਇਹ ਹੈਗੀ ਹੈ ਕਿ ਤੁਸੀਂ ਜਿਹੜਾ ਸੈਂਟਰਲ ਆਈਡੀਆ ਆਫ ਦਾ ਉਹਨਾਂ ਦਾ ਉਹ ਹੈਗਾ ਕਿ ਤੁਸੀਂ ਅਕਾਲ ਪੁਰਖ ਨਾਲ ਜੁੜਨਾ, ਦੈਟ ਇਜ਼ ਅ ਸੈਂਟਰਲ ਆਈਡੀਆ। ਐਗਜ਼ੈਕਟਲੀ ਆਹ ਹੈ ਮੇਨਲੀ ਜਿਹੜੀ ਅਸਲੀ ਗੱਲ ਹੈ। ਹੁਣ ਇਹਨੂੰ ਜਿਸ ਰੂਪ ਦੇ ਵਿੱਚ ਮਰਜ਼ੀ ਪੇਸ਼ ਕਰ ਦਿੰਦੇ ਨੇ, ਨਾ ਕੋਈ, ਕਿਉਂਕਿ ਪ੍ਰੋਫੈਸਰ ਸਾਹਿਬ ਇਹਨਾਂ ਦੀ ਕਿਉਂਕਿ ਗੁਰਬਾਣੀ ਪੋਇਟਿਕ ਵੇ ਦੇ ਵਿੱਚ ਲਿਖੀ ਹੈ, ਉਹਦੀ ਨੌਲੇਜ ਚਾਹੀਦੀ ਹੈ, ਤੇ ਇਹਨਾਂ ਦੀ ਇੰਨੀ ਗੁਰਬਾਣੀ ਅੰਡਰ ਦੀ ਸਮਝ ਹੈ ਨਹੀਂ ਕਿ ਗੁਰਬਾਣੀ ਦਾ ਕੰਟੈਕਸਟ ਕੀ ਹੈ, ਮਾਤਰਾ ਵੀ ਕੀ ਹੈ, ਅਦਕ ਕਿੱਥੇ ਹੈ, ਦੁਲੰਕੜ ਕਿੱਥੇ ਹੈ, ਤੇ ਇਹ ਸਾਰੀਆਂ ਚੀਜ਼ਾਂ ਦੀ ਨਾ ਸਮਝ ਹੋਣ ਕਰਕੇ ਵੀ ਇਹ ਕਿਤੇ ਨਾ ਕਿਤੇ ਇਹ ਸਭ ਚੀਜ਼ਾਂ ਕਰਦੇ ਨੇ। ਇਹ ਜਾਣਬੁੱਝ ਕੇ ਕਰਦੇ ਨੇ? ਨਹੀਂ, ਇਹ ਜਾਣਬੁੱਝ ਕੇ ਕਰਦੇ ਨੇ, ਸਮਝਣਾ ਚਾਹੁੰਦੇ ਹੀ ਨਹੀਂ। ਅੱਛਾ, ਜੇ ਤੁਹਾਨੂੰ ਸਮਝ ਨਹੀਂ ਤਾਂ ਫਿਰ ਤੁਸੀਂ ਉਹਦੇ ਬਾਰੇ ਗੱਲ ਨਾ ਕਰੋ। ਤੁਸੀਂ ਗੱਲ ਕਿਉਂ ਕਰ ਰਹੇ ਹੋ? ਸਾਰੀ ਗੁਰਬਾਣੀ ਇੱਕ ਗ੍ਰਾਮਰ ਦੇ ਹਿਸਾਬ ਨਾਲ ਲਿਖੀ ਗਈ ਹੈ। ਬਿਲਕੁਲ। ਤੁਸੀਂ ਉਹ ਤਾਂ ਪੜ੍ਹੀ ਨਹੀਂ, ਉਹ ਤਾਂ ਸਮਝੀ ਨਹੀਂ। ਬਿਲਕੁਲ। ਆਪਣੇ ਹਿਸਾਬ ਨਾਲ ਅਰਥ ਕੱਢ ਰਹੇ ਹੋ ਕਿਉਂਕਿ ਤੁਸੀਂ ਉਹ ਕੱਢਣਾ ਚਾਹੁੰਦੇ ਹੋ ਅਰਥ। ਕਨਫਰਮੇਸ਼ਨ ਬਾਇਸ। ਹਾਂ, ਠੀਕ ਹੈ, ਠੀਕ ਹੈ, ਠੀਕ ਹੈ। ਤੇ ਪ੍ਰੋਫੈਸਰ ਸਾਹਿਬ ਸਿੰਘ ਸਾਹਿਬ, ਇਹ ਜਿਹੜੇ ਵੇਦਾਂ ਦੀ ਸੁਪਰਮੇਸੀ ਦੀ ਬੜੀ ਗੱਲ ਕਰਦੇ ਆ ਕਿ ਜੋ ਵੀ ਹੈ ਵੇਦ ਹੈ, ਇਹ ਵੇਦ ਦਾ ਤਾਂ ਕੀ ਹੈਗਾ ਇਤਿਹਾਸ? ਕਈ ਕਹਿੰਦੇ ਨੇ ਕਿ वेद ऊपर अपने आप ही लिखे गए हैं, कोई कहते हैं लिखने के 1 लाख साल बाद अपने ये वजूद में आए थे, बोलने के या जो भी है। की है तब जो ਲੱਖ ਸਾਲ ਬਾਅਦ ਨਹੀਂ, 1000 ਸਾਲ ਬਾਅਦ ਕਹਿੰਦੇ ਨੇ ਵੀ 1000 ਸਾਲ ਬਾਅਦ ਜਿਹੜਾ ਜਿੰਨੇ ਮੂੰਹ ਹੋਣੀਆਂ ਗੱਲਾਂ ਕੋਈ ਐਗਜ਼ੈਕਟ ਨਹੀਂ ਪਤਾ ਚੱਲਦੀ। ਹੁਣ ਪਹਿਲੀ ਗੱਲ ਤਾਂ ਇਹ ਕਿ 2 ਸੋਰਸ ਦੱਸਦੇ ਨੇ ਵੇਦਾਂ ਦੇ। ਓਕੇ। ਇੱਕ ਤੇ ਕਹਿੰਦੇ ਨੇ ਕਿ ਬ੍ਰਹਮਾ ਜੀ ਨੇ, ਠੀਕ ਹੈ, ਗੁਰਬਾਣੀ ਵੀ ਕਹਿੰਦੀ ਬ੍ਰਹਮੇ ਵੇਦ ਬਾਣੀ ਉਚਾਰੀ, ਇਹ ਤੁਸੀਂ ਮੰਨਦੇ ਹੋ। ਗੁਰਬਾਣੀ ਨਹੀਂ ਇਹਨੂੰ ਕਨਫਰਮ ਕਰ ਰਹੀ, ਕਹਿੰਦੇ ਤੁਸੀਂ ਮੰਨਦੇ ਹੋ ਕਿ ਬ੍ਰਹਮੇ ਨੇ ਵੇਦ ਬਾਣੀ ਉਚਾਰੀ। ਦੂਸਰਾ ਕਹਿੰਦੇ ਨੇ ਕਿ ਵਿਆਸ ਰਿਸ਼ੀ ਨੇ ਲਿਖੇ, ਵੇਦ ਵਿਆਸ ਰਿਸ਼ੀ ਨੇ। ਠੀਕ ਹੈ। ਔਰ ਜਿਹੜੀ ਮੇਨ ਗੱਲ ਇਹਦੇ ਬਾਰੇ ਕਹੀ ਜਾਂਦੀ ਹੈ ਕਿ ਇਹ ਨਾ ਲਿਖੇ ਤੇ ਨਾ ਬੋਲੇ। ਓਕੇ। 1000 ਸਾਲ ਬਾਅਦ ਲਿਖੇ ਗਏ, ਉਹ ਪ੍ਰਗਟ ਹੋਏ। ਓਕੇ। ਇਹ ਕਿਵੇਂ ਹੋ ਗਏ? ਨਾ ਲਿਖੇ ਗਏ ਨਾ ਬੋਲੇ ਗਏ, ਤੇ ਫਿਰ ਪ੍ਰਗਟ ਕਿਵੇਂ ਹੋ ਗਏ? ਹੁਣ ਇਹੀ ਜਿਹੜੀ ਮਜ਼ੇਦਾਰ ਗੱਲ ਹੈ ਨਾ ਕਿ 4 ਤਰ੍ਹਾਂ ਦੀ ਬਾਣੀ ਸਮਝੀ ਜਾਂਦੀ ਹੈ। ਹਾਂਜੀ। ਇੱਕ ਪਰਾ ਉਹ ਹੁੰਦੀ ਹੈ ਜਿਹੜੀ ਸਾਡੇ ਅੰਦਰ ਖਿਆਲ ਆਇਆ, ਅਸੀਂ ਕੁਝ ਗੱਲ ਕਰਨੀ ਆਪਸ ਦੇ ਵਿੱਚ ਨਾ, ਪਹਿਲਾਂ ਉਹਦਾ ਖਿਆਲ ਪੈਦਾ ਹੁੰਦਾ ਉਹਦੇ ਵਿੱਚ। ਦੂਸਰੀ ਹੁੰਦੀ ਹੈ ਪਸ਼ਯੰਤੀ, ਸੈਕਿੰਡ ਸਟੇਜ। ਉਹ ਹੈ ਜਿਸ ਵੇਲੇ ਸਾਡੇ ਅੰਦਰ ਵਿਚਾਰ ਬਣ ਗਿਆ ਕਿ ਇਹ ਗੱਲ ਮੈਂ ਇੰਝ ਕਹਿਣੀ ਹੈ, ਜਿਸ ਵੇਲੇ ਹਿਰਦੇ ਦੇ ਵਿੱਚ ਉਹ ਸ਼ਬਦ ਜਿਹੜਾ ਹੈ ਉਹਨੇ ਰੂਪ ਧਾਰਨ ਕਰ ਲਿਆ, ਉਹ ਪਸ਼ਯੰਤੀ ਹੈ। ਉਹਦੇ ਬਾਅਦ ਤੀਜੀ ਹੈਗੀ ਹੈ ਸਟੇਜ ਮੱਧਮਾ ਹੈਗੀ ਹੈ ਜਿਸ ਸਾਡੇ ਮੂੰਹ 'ਚ ਆ ਗਈ। ਚੌਥੀ ਸਟੇਜ ਜਿਹੜੀ ਹੈ ਨਾ ਉਹ ਹੈ ਆਖਰੀ ਵੈਖਰੀ ਹੈ, ਜਿਹੜੀ ਮੈਂ ਬੋਲ ਦਿੱਤੀ। ਲਿਖੀ ਸਿਰਫ ਉਹ ਜਾ ਸਕਦੀ ਜਿਹੜੀ ਵੈਖਰੀ ਹੋਈ ਹੈ। ਜਿਹੜਾ ਲਿਖਣ ਵਾਲਾ ਹੈ ਜੇ ਆਪ ਲਿਖੇ ਤਾਂ ਉਹ ਮੱਧਮਾ ਵੀ ਲਿਖ ਸਕਦਾ ਕਿਉਂਕਿ ਉਹਦੇ ਅੰਦਰ ਤਾਂ ਖਿਆਲ ਆ ਚੁੱਕਾ ਹੈ ਨਾ। ਈਵਨ ਉਹ ਪਸ਼ਯੰਤੀ ਵੀ ਲਿਖ ਸਕਦਾ, ਵਿਚਾਰ ਬਣ ਗਿਆ ਉਹਨੇ ਉਹਨਾਂ ਲਫ਼ਜ਼ੀ ਜਾਮਾ ਜਿਹੜਾ ਪੜ੍ਹਾਤਾ। ਜਿਹੜੀ ਚੀਜ਼ ਉਦੋਂ ਲਿਖੀ ਨਹੀਂ ਗਈ, 1000 ਸਾਲ ਬਾਅਦ ਲਿਖੀ ਗਈ, ਵੈਖਰੀ ਹੋਈ ਨਹੀਂ, ਉਹ ਕਿਵੇਂ ਲਿਖੀ ਜਾ ਸਕਦੀ ਹੈ? ਇਹਦਾ ਮਤਲਬ ਸਾਰਾ ਮਨੋਕਲਪਤ ਗੱਲਬਾਤ ਹੈ। ਠੀਕ ਹੈ, ਇੱਕ ਗੱਲ। ਦੂਜੀ ਗੱਲ, ਚਲੋ ਜੇ ਮੈਂ ਇਹ ਕਹਾਂ ਕਿ ਉਸ ਵੇਲੇ ਉਹ ਬੋਲੀ ਗਈ, ਜਿਹੜੀ ਚੀਜ਼ ਅੱਜ ਬੋਲੀ ਜਾਏ ਉਹ 1000 ਸਾਲ ਬਾਅਦ ਉਹਦਾ ਓਰੀਜਨਲ ਰੂਪ ਰਹਿ ਜਾਏਗਾ? ਰਹਿ ਨਹੀਂ ਸਕਦਾ ਕਦੀ। ਤੇ ਉਸ ਸਮੇਂ ਕਿਹੜਾ ਆਈਪੌਡ ਸੀਗਾ ਜਿਹੜੀ ਰਿਕਾਰਡ ਕਰਦੀ ਹੋਏਗੀ? ਅਸੀਂ ਤਾਂ ਆਮ ਵੇਖੀਏ, ਜਿਹੜੀ ਗੱਲ ਮੇਰੇ ਤੋਂ ਤੁਰ ਕੇ 10 ਬੰਦਿਆਂ ਤੱਕ ਪਹੁੰਚੇ, 10ਵੇਂ ਬੰਦੇ ਤੱਕ ਉਹਦਾ ਕੁਝ ਰੂਪ ਬਦਲ ਜਾਂਦਾ। ਜੋ 1000 ਸਾਲ ਆਖਰ ਚਲਦੀ ਰਹੀ ਨਾ, ਕੁਝ ਬੰਦਿਆਂ ਨੇ ਆਪਸ ਅੱਗੋਂ ਤੋਂ ਅੱਗੋਂ ਪਾਸ ਆਨ ਹੁੰਦੀ ਰਹੀ ਨਾ, ਤੇ ਫਿਰ ਉਹਦਾ ਕੀ ਓਰੀਜਨਲ ਰੂਪ ਹੈ, ਕਿਸ ਚੀਜ਼ ਦਾ ਦਾਅਵਾ ਕੀਤਾ ਜਾ ਸਕਦਾ? ਇਸ ਕਰਕੇ ਗੁਰਬਾਣੀ ਉਹਨੂੰ ਕੋਈ ਬਹੁਤ ਜ਼ਿਆਦਾ ਮਹੱਤਤਾ ਨਹੀਂ ਦਿੰਦੀ। ਸਿੰਘ ਸਾਹਿਬ, ਜਿਹੜੀ ਹੈ ਗਿਆਨੀ ਦਿੱਤ ਸਿੰਘ ਉਹਨਾਂ ਦੀ ਡਿਬੇਟ ਹੋਈ ਸੀ
ਦਇਆਨੰਦ ਰਿਸ਼ੀ ਨਾਲ, ਉਹ ਵੀ ਇਸੇ ਵਿਸ਼ੇ ਉੱਤੇ ਹੋਈ ਸੀ ਕੋਈ ਗੱਲ, ਜਿਹੜੀ ਵੇਦਾਂ ਉੱਤੇ ਗੱਲ ਹੋਈ ਸੀ? ਤੁਸੀਂ ਬੜੀ ਇੰਟਰਸਟਿੰਗ ਗੱਲ ਕੀਤੀ ਹੈ। ਹਾਂਜੀ ਅਸਲ ਦੇ ਵਿੱਚ ਜਿਹੜਾ ਸਵਾਮੀ ਦਇਆਨੰਦ ਸਰਸਵਤੀ ਨੇ ਕਿਹਾ ਸੀ ਨਾ ਕਿ ਮੈਂ ਹਾਰ ਗਿਆ, ਹਾਂਜੀ ਉਹਨਾਂ ਆਪ ਮੰਨਿਆ, ਹਾਂਜੀ ਇਹ ਉਹਨਾਂ ਦੀ ਗ੍ਰੇਟਨੈਸ ਸੀ। ਓਕੇ ਮੈਂ ਕਹਾਂਗਾ ਕਿ ਉਹਨਾਂ ਮੰਨਿਆ ਕਿ ਹਾਂ ਠੀਕ ਹੈ, ਮੇਰੇ ਕੋਲ ਜਵਾਬ ਨਹੀਂ ਹੈ, ਮੈਂ ਹਾਰ ਗਿਆ। ਉਹ ਇਸੇ ਗੱਲ ਤੇ ਹੋਈ ਸੀ, ਵੇਦਾਂ ਤੇ ਹੀ ਹੋਈ ਸੀ। ਤੇ ਇਹੀ ਦਲੀਲ ਜਿਹੜੀ ਹੈ ਨਾ, ਤੁਸੀਂ ਇੰਝ ਕਹਿ ਲਓ ਕਿ ਮੈਂ ਜਿਹੜੀ ਗਿਆਨੀ ਦੇ ਸਿੰਘ ਜੀ ਨੇ ਦਲੀਲ ਦਿੱਤੀ ਸੀ ਸਵਾਮੀ ਦਇਆਨੰਦ ਜੀ ਨੂੰ, ਮੈਂ ਉਹੀ ਦਲੀਲ ਤੁਹਾਨੂੰ ਮੈਂ ਦਿੱਤੀ ਹੈ ਕਿ ਜਿਹੜੀ ਵਿਆਖਰੀ ਨਹੀਂ ਹੋਈ, ਮੂੰਹ ਚੋਂ ਨਿਕਲੀ ਨਹੀਂ, ਉਹ ਕਿਵੇਂ ਲਿਖ ਦਿੱਤੀ ਗਈ। ਠੀਕ ਹੈ ਸੈਕਿੰਡ ਪਰਸਨ ਜਿਹੜਾ ਉਹਨੂੰ ਕਿਵੇਂ ਲਿਖ ਸਕਦਾ ਜਿੰਨਾ ਚਿਰ ਉਹ ਮੂੰਹ ਚੋਂ ਨਿਕਲੀ ਨਹੀਂ, ਵਿਆਖਰੀ ਨਹੀਂ। ਇਹ ਦਲੀਲ ਸੀ। ਠੀਕ ਹੈ। ਹੋਰ ਕੀ ਗੱਲ ਹੋਈ ਸੀ ਜਿਹੜੀ ਉਹਨਾਂ ਦੀ ਡਿਬੇਟ ਹੋਈ ਸੀ? ਇੱਕ ਤੇ ਤੱਤਾਂ ਉੱਤੇ ਵੀ ਡਿਬੇਟ ਹੋਈ ਸੀ। ਉਹ ਬਹੁਤ ਵੱਡਾ ਇਸ਼ੂ ਹੈ, ਫਿਰ ਹੋਰ ਪਾਸੇ ਚਲੇ ਜਾਵਾਂਗੇ ਆਪਾਂ, ਜੇ ਇਸ ਟੌਪਿਕ ਤੋਂ ਬਾਹਰ ਜਾਣਾ ਚਾਹੁੰਦੇ ਹਾਂ ਤਾਂ ਫਿਰ ਅਲੱਗ ਗੱਲ ਹੈ। ਠੀਕ ਹੈ। ਤੇ ਦੂਜਾ ਪ੍ਰੋਫੈਸਰ ਸਿੰਘ ਸਾਹਿਬ ਇਹ ਕਹਿੰਦੇ ਨੇ ਕਿ ਜਿਹੜੇ ਜਿਵੇਂ ਵੇਦਾਂ ਦੀ ਸੁਪਰੀਮੇਸੀ ਦੀ ਗੱਲ ਕਰਦੇ ਆ, ਇਹ ਕਹਿਣਾ ਕਿ ਵੇਦ ਤੇ ਜਿਵੇਂ ਦਾ ਕੋਈ ਪਤਾ ਨਹੀਂ ਚੱਲਦਾ ਕਿ ਕਿਵੇਂ ਲਿਖੇ ਗਏ ਆ। ਹੁਣ ਜਦੋਂ ਅਸੀਂ ਦੁਨੀਆ ਦੇ ਬਾਕੀ ਧਰਮਾਂ ਦੇ ਜੇ ਗ੍ਰੰਥਾਂ ਦੀ ਜੇ ਗੱਲ ਕਰ ਲਈਏ, ਉਹਨਾਂ ਵਿੱਚੋਂ ਜਿਹੜੀ ਵੇਦਾਂ ਦਾ ਪਤਾ ਨਹੀਂ ਕਦੋਂ ਕੀ ਲਿਖੇ ਗਏ ਨੇ। ਹੁਣ ਜਿਹੜੇ ਦੂਜੇ ਧਰਮ ਹੈਗੇ ਨੇ, ਕੁਰਾਨ, ਉਹ 40 ਤੋਂ 50 ਸਾਲ ਬਾਅਦ ਮੁਹੰਮਦ ਸਾਹਿਬ ਦੇ ਬਾਅਦ ਵਜੂਦ ਦੇ ਵਿੱਚ ਆਈ। ਵਧੇਰੇ ਸਾਲਾਂ ਬਾਅਦ। ਹਾਂਜੀ ਵਧੇਰੇ ਸਾਲਾਂ ਬਾਅਦ। ਹਾਂਜੀ 40 ਤੋਂ 50 ਸਾਲਾਂ ਬਾਅਦ, ਨਹੀਂ ਜ਼ਿਆਦਾ ਸਾਲਾਂ ਬਾਅਦ। ਚਲੋ ਮਿਨੀਮਮ ਇੰਨਾ 50 ਸਾਲ ਮੰਨਦੇ ਆ। ਜਿਹੜੀ ਕੁਰਾਨ, ਜਿਹੜੀ ਬਾਈਬਲ ਹੈ, ਉਹ 300 ਸਾਲ ਬਾਅਦ ਵੱਖਰੀ ਜਗ੍ਹਾ ਤੋਂ ਕਿੰਨੇ ਲੋਕਾਂ ਤੋਂ ਕਰਕੇ ਉਹ ਕੀਤੀ ਗਈ ਹੈ। ਤੇ ਜਿਹੜੇ ਗੀਤਾ ਉਹਦੇ ਕਈ ਵਰਜਨ ਹੈਗੇ ਨੇ, ਇਸਕੌਨ ਵਾਲਿਆਂ ਦੀ ਅਲੱਗ ਹੈ, ਬਾਕੀ ਉਹਨਾਂ ਦੀ ਅਲੱਗ ਹੈ। ਤੇ ਫਿਰ ਦੁਨੀਆ ਦਾ ਸਿਰਫ ਇੱਕ ਮੇਰੇ ਖਿਆਲ ਵਾਹਿਦ ਇੱਕ ਗੁਰੂ ਗ੍ਰੰਥ ਸਾਹਿਬ ਹੈ ਜਿਨ੍ਹਾਂ ਦੇ ਜਿਹੜੇ ਮੋਹ ਹੋਏ ਨੇ, ਗੁਰੂ ਹੋਏ ਨੇ, ਜਾਂ ਜਿਹੜੇ ਪ੍ਰੋਫਿਟ ਨੇ, ਉਹਨਾਂ ਨੇ ਖੁਦ ਕਲਮਬੰਦ ਕਰਕੇ, ਖੁਦ ਉਹਨੂੰ ਸਾਈਨ ਕਰਕੇ ਉਸ ਨੂੰ। ਤੁਹਾਡੀ ਗੱਲ ਮੈਂ ਬਿਲਕੁਲ ਸਮਝ ਗਿਆ। ਹਾਂਜੀ ਦੁਨੀਆ ਦੇ ਵਿੱਚ ਸਭ ਤੋਂ ਆਥੈਂਟਿਕੇਟਿਡ ਗ੍ਰੰਥ, ਧਰਮ ਦਾ ਕੋਈ ਗ੍ਰੰਥ, ਧਰਮ ਦਾ ਗ੍ਰੰਥ ਉਹ ਗੁਰੂ ਗ੍ਰੰਥ ਸਾਹਿਬ ਹੈ। ਕਿਉਂਕਿ ਆਪ ਗੁਰੂ ਅਰਜਨ ਸਾਹਿਬ ਨੇ ਸੰਪਾਦਨ ਕੀਤਾ ਉਹਦਾ, ਬਿਲਕੁਲ, ਔਰ ਆਪ ਸੰਪਾਦਨ ਕਰਕੇ ਜੋ ਗੁਰੂ ਸਾਹਿਬਾਨ ਦੀਆਂ ਪਹਿਲੇ 5 ਗੁਰੂ ਸਾਹਿਬਾਨ ਦੀਆਂ ਬਾਣੀਆਂ ਸੀ, 4 ਪਹਿਲਿਆਂ ਦੀ ਤੇ ਆਪਣੀ ਗੁਰੂ ਦੀ, ਉਹਨਾਂ ਸਾਰਿਆਂ ਨੂੰ ਦਰਜ ਕੀਤਾ। 15 ਭਗਤ ਸਾਹਿਬਾਨ ਦੀ ਬਾਣੀ ਜਿਹੜੀ ਕਲੈਕਟ ਕੀਤੀ ਹੋਈ ਸੀ ਉਹਨੂੰ ਦਰਜ ਕੀਤਾ। 11 ਭੱਟਾਂ ਦੀ, 3 ਗੁਰਸਿੱਖਾਂ ਦੀ ਦਰਜ ਕੀਤੀ ਹੈ। ਉਸ ਤੋਂ ਬਾਅਦ 11 ਭੱਟ ਸਾਹਿਬਾਨ ਦੀ ਕੀਤੀ ਹੈ। ਠੀਕ ਹੈ। ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਜਿਹੜੀ ਹੈ ਉਸ ਵੇਲੇ ਨਹੀਂ ਸੀ। ਠੀਕ ਹੈ। ਕਿਉਂਕਿ 6ਵੇਂ 7ਵੇਂ 8ਵੇਂ ਸਤਿਗੁਰੂ ਨੇ ਗੁਰਬਾਣੀ ਉਚਾਰਨ ਨਹੀਂ ਕੀਤੀ। ਠੀਕ ਹੈ। ਫਿਰ 9ਵੇਂ ਪਾਤਸ਼ਾਹ ਨੇ ਕੀਤੀ। ਉਹਨਾਂ ਦੇ 115 ਸ਼ਬਦ ਨੇ। ਠੀਕ ਹੈ। ਉਹ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਵਿੱਚ ਦਰਜ ਕਰਾਏ, ਜਿੱਥੇ ਜਿੱਥੇ ਉਹਨਾਂ ਦਾ ਯੋਗ ਸਥਾਨ ਸੀ, ਦੁਬਾਰਾ ਸੰਪਾਦਨ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦਾ। ਲੇਕਿਨ ਸੰਪਾਦਨ ਵਿਧੀ ਦੇ ਵਿੱਚ ਕੋਈ ਫਰਕ ਨਹੀਂ ਪਿਆ। ਇੱਕ ਤੁਸੀਂ ਇਹ ਜਿਹੜੀ ਹੁਣ ਗੱਲ ਕੀਤੀ ਨਾ, ਕਿਉਂਕਿ ਕੁਰਾਨ ਜਿਹੜੀ ਹੈ ਉਸ ਵੇਲੇ ਨਹੀਂ ਲਿਖੀ ਗਈ। ਠੀਕ ਹੈ। ਉਸ ਵੇਲੇ ਆਇਤਾਂ ਚੱਲਦੀਆਂ ਰਹੀਆਂ। ਹਾਂਜੀ। ਉਹ ਕਈ ਕੁਝ ਬਦਲ ਗਿਆ, ਕਈ ਕੁਰਾਨ ਹੋਂਦ ਵਿੱਚ ਆ ਗਏ। ਕਿਸੇ ਨੇ ਆਪਣੇ ਤੌਰ ਤੇ ਲਿਖਤਾ, ਕਿਸੇ ਨੇ ਆਪਣੇ ਤੌਰ ਤੇ ਲਿਖਤਾ, ਕਈ ਕੁਰਾਨ ਹੋਂਦ 'ਚ ਆ ਗਏ। ਮੁਸਲਮਾਨ ਕੌਮ ਦੇ ਵਿੱਚ ਬੜਾ ਵੱਡਾ ਇੱਕ ਕਨਫਿਊਜ਼ਨ ਜਿਹੜਾ ਹੈ ਉਹ ਸ਼ੁਰੂ ਹੋ ਗਿਆ। ਠੀਕ ਹੈ। ਮੈਨੂੰ ਨਾਂ ਨਹੀਂ ਖਿਆਲ ਆ ਰਿਹਾ ਕਿਹੜੇ ਦੇਸ਼ ਦਾ ਸੀਗਾ ਆਪਣਾ ਖਲੀਫਾ। ਉਹਨੇ ਜਿੰਨੇ ਕੁਰਾਨ ਸਨ ਤੇ ਜਿੰਨੇ ਕਾਜ਼ੀ ਸਨ ਜਿਨ੍ਹਾਂ ਦੇ ਕਬਜ਼ੇ ਦੇ ਵਿੱਚ ਸਨ, ਉਹਨਾਂ ਸਾਰਿਆਂ ਨੂੰ ਉੱਥੇ ਬੁਲਾਇਆ। ਉਹਨੇ ਬੁਲਾ ਕੇ ਕਿਹਾ, ਇੱਕ ਹਾਲ ਦੇ ਵਿੱਚ ਉਹਨਾਂ ਨੂੰ ਬਿਠਾਤਾ। ਉਹਨਾਂ ਨੇ ਕਿਹਾ ਵੀ ਸਾਰੇ ਇੱਕ ਕੁਰਾਨ ਬਣਾਓ। ਤੁਸੀਂ ਉਹਨਾਂ ਚਿਰ ਇਸ ਹਾਲ 'ਚੋਂ ਬਾਹਰ ਨਹੀਂ ਆ ਸਕਦੇ ਜਿੰਨਾ ਚਿਰ ਇੱਕ ਕੁਰਾਨ ਨਹੀਂ ਹੋ ਜਾਂਦਾ। ਉਹਨਾਂ ਚਿਰ ਤੁਹਾਨੂੰ ਇੱਥੇ ਖਾਣਾ ਪੀਣਾ ਸਭ ਕੁਝ ਅੰਦਰ ਮਿਲੇਗਾ, ਲੇਕਿਨ ਬਾਹਰ ਨਹੀਂ ਤੁਸੀਂ ਆ ਸਕਦੇ ਜਿੰਨਾ ਚਿਰ ਇੱਕ ਨਹੀਂ ਹੋ ਜਾਂਦਾ। ਉਹ ਕਈ ਦਿਨਾਂ ਦੀ ਵਿਚਾਰ ਤੋਂ ਬਾਅਦ ਅਲਟੀਮੇਟਲੀ ਉਹਨਾਂ ਨੇ ਫਿਰ ਮੈਸੇਜ ਦਿੱਤਾ ਕਿ ਅਸੀਂ ਇੱਕ ਕੁਰਾਨ ਬਣਾ ਲਿਆ। ਉਸ ਤਰ੍ਹਾਂ ਇੱਕ ਕੁਰਾਨ ਜਿਹੜਾ ਹੋਂਦ ਵਿੱਚ ਆਇਆ। ਜਿਸ ਵੇਲੇ ਇਹ ਗੱਲ ਨਾਲ ਨਾ ਲਿਖੀ ਗਈ ਹੋਵੇ, ਜਾਂ ਉਹਦੇ ਓਰੀਜਨਲ ਆਥਰ ਦੇ ਹੱਥੋਂ ਜਾਂ ਮੁਖਾਰਬੰਦ ਤੋਂ ਨਾ ਹੀ ਹੋਵੇ, ਉਹਨਾਂ ਚਿਰ ਜਿਹੜਾ ਉਹਦੇ ਵਿੱਚ ਮਿਲਾਵਟ ਹੋਣ ਦੇ, ਗੜਬੜੀ ਹੋਣ ਦੇ ਚਾਂਸਿਸ ਜਿਹੜੇ ਨੇ ਰਹਿੰਦੇ ਨੇ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਇਹਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਮਿਲਾਵਟ ਜਿਹੜੀ ਹੈ, ਹੁਣ ਜਿਹਨੇ ਕੁਝ ਕੋਸ਼ਿਸ਼ ਕੀਤੀ ਵੀ ਨਾ, ਉਹਦੀ ਸੰਪਾਦਨ ਵਿਧੀ ਐਡੀ ਵਧੀਆ ਕਿ ਉਹਦੇ ਵਿੱਚ ਮਿਲਾਵਟ ਨਹੀਂ ਕੀਤੀ। ਲੌਕਿੰਗ ਬੜੀ ਅੱਛੀ ਕੀਤੀ, ਲੌਕਿੰਗ ਕੀਤੀ ਹੋਈ ਹੈ ਸਾਰੀ। ਇੱਕ ਤੇ ਰਾਗਾਂ ਵਿੱਚ ਹੈ, ਉਤੋਂ ਲੌਕਿੰਗ ਬੜੀ ਅੱਛੀ ਹੈ। ਫਿਰ ਅਖੀਰ ਦੇ ਉੱਤੇ ਸ਼ਬਦ ਆ ਗਿਆ ਮੁੰਦਾਮਣੀ ਦਾ, ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ। ਇਹਦਾ ਸਿਰਲੇਖ ਮੁੰਦਾਮਣੀ ਲਿਖਿਆ। ਮੁੰਦਾਮਣੀ ਦਾ ਮਤਲਬ ਹੁੰਦਾ ਸੀਲ ਕਰਨਾ। ਇੱਥੇ ਗੁਰੂ ਗ੍ਰੰਥ ਸਾਹਿਬ ਨੂੰ ਮੁੰਦ ਦਿੱਤਾ, ਸੀਲ ਕਰ ਦਿੱਤਾ। ਠੀਕ ਹੈ।
ਤੇ ਉਹਦੇ ਬਾਅਦ ਰਾਗਮਾਲਾ ਉਹਦਾ ਫਿਰ ਕੌਮ ਚ ਦੁਬਦਾ। ਠੀਕ ਹੈ। ਤੇ ਮੁੰਦਾਵਨੀ ਤੋਂ ਬਾਅਦ ਗੁਰੂ ਸਾਹਿਬ ਨੇ ਉਸ ਨੂੰ ਸੀਲ ਕਰਤਾ। ਮਤਲਬ ਅਸਲ 'ਚ ਮੁੰਦਾਵਣੀ ਮੁੰਦਨ ਲਫ਼ਜ਼ ਜਿਹੜਾ ਨਾ ਬਹੁਤ ਜ਼ਿਆਦਾ ਚੱਲਦਾ ਸੀ ਪੁਰਾਣੇ ਰਜਵਾੜਿਆਂ 'ਚ। ਅੱਛਾ। ਅੱਛਾ, ਛੋਟੇ ਛੋਟੇ ਰਿਆਸਤਾਂ ਹੁੰਦੀਆਂ ਸੀ, ਉਹਨਾਂ ਦੇ ਰਾਜੇ ਹੁੰਦੇ ਸੀ, ਉਹਨਾਂ ਨੂੰ ਹਰ ਵੇਲੇ ਡਰ ਹੁੰਦਾ ਸੀ ਵੀ ਕਿਸੇ ਨੇ ਮਾਰ ਦੇਣਾ। ਠੀਕ ਹੈ। ਜ਼ਿਆਦਾ ਹੁੰਦਾ ਸੀ ਵੀ ਕੋਈ ਖਾਣੇ ਦੇ ਵਿੱਚ ਜ਼ਹਿਰ ਨਾ ਪਾ ਦੇਵੇ। ਠੀਕ ਹੈ। ਹਰ ਰਾਜੇ ਨੇ ਇੱਕ ਸਿਸਟਮ ਰੱਖਿਆ ਹੁੰਦਾ ਸੀ, ਤਕਰੀਬਨ ਹਰ ਰਾਜੇ ਨੇ, ਕਿ 2-3 ਬੰਦੇ ਰੱਖੇ ਹੁੰਦੇ ਸੀ ਬੜੇ ਆਪਣੇ ਖਾਸ ਵਿਸ਼ਵਾਸਦਾਇਕ, ਜਿਹੜਾ ਰਾਜੇ ਲਈ ਭੋਜਨ ਬਣਦਾ ਸੀ ਪਹਿਲਾਂ ਉਹ ਚੱਖਦੇ ਸੀ। ਹਾਂਜੀ। ਉਹ ਚੱਖ ਕੇ ਉਹਨੂੰ ਸੀਲ ਕਰ ਦਿੰਦੇ ਸੀ। ਹਾਂਜੀ। ਮਿੱਟੀ ਦੇ ਭਾਂਡੇ ਦੇ ਵਿੱਚ। ਉਹ ਫਿਰ ਸੀਲ ਜਿਹੜੀ ਹੈ ਉਹ ਰਾਜੇ ਦੇ ਸਾਹਮਣੇ ਤੋੜੀ ਜਾਂਦੀ ਸੀ, ਉਹਨੂੰ ਕਹਿੰਦਾ ਸੀ ਮੁੰਦਣਾ, ਵੀ ਖਾਣਾ ਮੁੰਦ ਦਿੱਤਾ ਰਾਜਾ ਸਾਹਿਬ ਦਾ। ਠੀਕ ਹੈ। ਮੈਂ ਕੁਰਾਨ ਤੇ ਸਿੰਘ ਸਾਹਿਬ ਦੁਬਾਰਾ ਆਉਣਾ ਚਾਹਾਂਗਾ। ਕਈ ਕਹਿੰਦੇ ਜਦ ਕਿਉਂਕਿ ਜਿਹੜੇ ਜਿਹੜੇ ਪ੍ਰੋਫਿਟ ਮੁਹੰਮਦ ਸੀਗੇ ਉਹ ਅਨਪੜ੍ਹ ਸੀਗੇ, ਉਹਨਾਂ ਨੂੰ ਜੋ ਵੀ ਜ਼ੈਬਰਲ ਦੀ ਜਿਹੜੀ ਵੀ ਉਹਨਾਂ ਨੂੰ ਆਮਦ ਹੁੰਦੀ ਸੀ ਆਇਤ ਉਹ ਯਾਦ ਕਰ ਲੈ, ਉਹ ਉਹਨਾਂ ਨੂੰ ਦੱਸ ਦਿੰਦੇ ਸੀਗੇ। ਹਜ਼ਰਤ ਆਪਣੀ ਜਿਹੜੀ ਉਹਨਾਂ ਦੀ ਵਾਈਫ ਸੀਗੀ ਆਇਸ਼ਾ ਨੂੰ ਉਹਨਾਂ ਨੂੰ ਦੱਸ, ਪਰ ਕਹਿੰਦੇ ਜਦੋਂ ਉਹ ਦੁਨੀਆ ਤੋਂ ਗਏ ਕਈ ਹਾਫਿਜ਼ ਜਿਹੜੇ ਸੀਗੇ ਲੋਕੀ ਉਹਨਾਂ ਨੂੰ ਯਾਦ ਹੋ ਗਈ ਸੀ, ਕਈ ਜਿਹੜੇ ਕਾਜ਼ੀ ਸੀਗੇ ਉਹਨਾਂ ਨੂੰ ਯਾਦ ਹੋ ਗਈ ਸੀ, ਤੇ ਉਸ ਤੋਂ ਬਾਅਦ ਉਹ ਫਿਰ ਬਾਅਦ ਦੇ ਵਿੱਚ ਵਜੂਦ 'ਚ ਆਈ। ਤੇ ਜੇ ਉਹ ਯਾਦ ਹੋ ਗਈ ਸੀ ਫਿਰ ਉਹ ਖਲੀਫਾ ਨੂੰ ਕੀ ਲੋੜ ਪਈ ਸੀ ਸਾਰਿਆਂ ਨੂੰ ਇਕੱਠਾ ਕਰਨ ਦੀ? ਫਿਰ ਤੇ ਉਹ ਇੱਕੋ ਹੀ ਵਾਰੀ ਪੈਡ ਡਾਊਨ ਹੋ ਸਕਦੀ ਸੀ। ਨਹੀਂ, ਯਾਦ ਹੋ ਗਈ ਸੀ। ਹੁਣ ਇਹ ਗੱਲ ਕਈ ਲੋਕਾਂ ਨੂੰ ਯਾਦ ਹੋ ਗਈ ਸੀ, ਕਹਿੰਦੇ ਕਈ ਲੋਕਾਂ ਨੂੰ ਯਾਦ ਹੋ ਗਈ ਸੀ। ਹਾਂਜੀ। ਪਰ ਉਹਨਾਂ ਦੇ ਵਿੱਚ ਕੁਝ ਨਾ ਕੁਝ ਚੇਂਜਸ ਹੁੰਦੇ ਰਹੇ ਨਾ। ਇਹੀ ਗੱਲ ਨਾ, ਜਿਸ ਵੇਲੇ ਗੱਲ ਜਿਹੜੀ ਇੱਕ ਤੋਂ ਦੂਜੇ ਕੋਲ ਜਾਂਦੀ ਹੈ ਨਾ, ਉਹਦੇ ਵਿੱਚ ਚੇਂਜਸ ਆ ਜਾਂਦੇ ਨੇ। ਮੈਂ ਤੁਹਾਡਾ ਕਹਿੰਦਾ ਮਤਲਬ ਹੈ ਕਿ ਇੰਨੇ ਲੋਕਾਂ ਨੂੰ ਯਾਦ ਹੋਈ ਤੇ ਜ਼ਰੂਰੀ ਨਹੀਂ ਹੈ ਸਭ ਨੂੰ ਬਰਾਬਰ ਤੇ ਇੱਕੋ ਤਰੀਕੇ ਨਾਲ ਯਾਦ ਹੋਈ ਹੋਏਗੀ। ਐਗਜ਼ੈਕਟਲੀ। ਠੀਕ। ਓਰੀਜਨੈਲਿਟੀ ਲੂਜ਼ ਹੋ ਜਾਂਦੀ ਉਹਦੀ। ਮਤਲਬ ਜੇ 100 ਬੰਦਿਆਂ ਨੇ ਯਾਦ ਕੀਤੀ ਤੇ 100 ਬੰਦਿਆਂ ਦਾ ਆਪਣਾ ਹੀ ਵਰਜਨ ਹੋਏਗਾ, ਕਿਉਂਕਿ ਪੈਨ ਡਰਾਈਵ ਤੇ ਹੈ ਨਹੀਂ, ਦਿਮਾਗ ਹੈ। ਐਗਜ਼ੈਕਟ। ਠੀਕ ਹੈ। ਤੋ ਸਿੱਖ ਮਤਲਬ ਬੜੇ ਬਲੈਸਡ ਨੇ ਇਸ ਚੀਜ਼ ਨੂੰ ਲੈ ਕੇ ਕਿ ਉਹਨਾਂ ਦੇ ਜਿਹੜੇ ਗੁਰੂ ਨੇ, ਅਸੀਂ ਤਾਂ ਬਹੁਤ ਭਾਗਾਂ ਵਾਲੇ, ਬੜੇ ਭਾਗਾਂ ਵਾਲੇ। ਸਾਡੇ ਕੋਲ ਤਾਂ ਗੁਰੂ ਦਾ ਓਰੀਜਨਲ ਸ਼ਬਦ ਮੂੰਹ ਨਿਕਲਿਆ ਹੋਇਆ ਜਿਹੜਾ ਜਾਂ ਲਿਖਿਆ ਹੋਇਆ ਉਹ ਸਾਡੇ ਕੋਲ, ਤੇ ਉਹਦੀ ਪੂਰੀ ਹਿਸਟਰੀ ਵੀ ਹੈਗੀ ਹੈ, ਕਦੋਂ ਕਿੱਥੇ ਲਿਖੀ। ਠੀਕ ਹੈ। ਸਿੰਘ ਸਾਹਿਬ, ਉਹ ਇੱਕ ਜਿਹੜਾ ਹੁਣ ਪੁਨੀਤ ਸਾਹਨੀ ਤੇ ਮੈਂ ਦੁਬਾਰਾ ਆਉਣਾ ਚਾਹਾਂਗਾ, ਉਹ ਇੱਕ ਅਕਸਰ ਇਹ ਗੱਲ ਕਹਿੰਦੇ ਨੇ, ਮੇਬੀ ਉਹ ਖੱਤਰੀ ਹੈ ਤਾਂ ਕਰਕੇ ਇਹ ਗੱਲ ਕਹਿੰਦੇ 18ਵੀਂ ਸਦੀ ਦੇ ਵਿੱਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਟਾਈਮ ਦੇ ਬਾਅਦ ਦੇ ਵਿੱਚ ਕੋਈ ਵੀ ਪੰਜਾਬ ਦੇ ਵਿੱਚ ਕੋਈ ਲਿਟਰੇਟ ਸਮਾਜ ਨਹੀਂ ਸੀਗਾ। ਸਿਰਫ ਜਿਹੜੇ 6% ਪੜ੍ਹੇ ਲਿਖੇ ਸੀਗੇ ਉਹ ਖੱਤਰੀ ਸਮਾਜ ਸੀਗੇ ਸਭ ਤੋਂ ਜ਼ਿਆਦਾ, ਜਿਹੜੇ ਅਰੋੜੇ ਖੱਤਰੀ ਸੀਗੇ, ਬਾਕੀ ਤੇ ਕੋਈ ਪੜ੍ਹਿਆ ਲਿਖਿਆ ਨਹੀਂ ਸੀਗਾ। ਉਹਨਾਂ ਦੇ ਕੰਟੈਕਸਟ 'ਚ ਕਹਿੰਦਾ ਹੈ, ਪਤਾ ਨਹੀਂ ਜਿਹੜੇ ਭਾਈ ਜੀਵਨ ਸਿੰਘ ਉਹਨਾਂ ਦੇ ਕਨਸੈਪਟ, ਜਿਹੜੇ ਭਾਈ ਜੇਤਾ ਜੀ ਸੀਗੇ, ਉਹ ਕਿਉਂਕਿ ਮਜਬੀ ਪਰਿਵਾਰ ਤੋਂ ਸੀਗੇ ਤੇ ਉਹਨਾਂ ਦੀ ਕੋਈ ਸਰੋਤ ਨੂੰ ਰਿਜੈਕਟ ਕਰਦਾ ਤੇ ਤਾਂ ਇਹ ਗੱਲ ਕਹਿੰਦਾ। ਇਹਦੇ ਵਿੱਚ ਕਿੰਨੀ ਕੀ ਸੱਚਾਈ ਹੈ? ਦੇਖੋ, ਗੱਲ ਇਹ ਹੈ, ਇੱਕ ਤੇ ਗੁਰੂ ਘਰ ਦੇ ਵਿੱਚ ਸਿੱਖ ਜਿਹੜੇ ਨੇ ਪਹਿਲੇ ਦਿਨ ਤੋਂ ਗੁਰਬਾਣੀ ਨਾਲ ਜੁੜੇ ਹੋਏ ਨੇ ਔਰ ਪੜ੍ਹਾਈ ਕਰਕੇ ਜੁੜੇ ਹੋਏ ਨੇ, ਗਿਆਨ ਹੈ ਸਾਰਾ। ਇਹ ਗੱਲ ਕਹਿਣੀ ਜਿਹੜੀ ਹੈ ਵੱਡੀ ਮੂਰਖਤਾ ਹੈ। ਠੀਕ ਹੈ। ਇੱਕ ਬੜਾ ਵੱਡਾ ਭੁਲੇਖਾ ਪਾਇਆ ਜਾਂਦਾ ਹੈ ਜਿਹਦੇ ਵਿੱਚੋਂ ਇਹ ਨਿਰਮਲਾ ਸੰਪਰਦਾ ਨਿਕਲੀ ਹੈ ਕਿ ਜੀ ਗੁਰੂ ਸਾਹਿਬ ਨੇ ਸੰਸਕ੍ਰਿਤ ਪੜ੍ਹਨ ਵਾਸਤੇ ਉੱਥੇ ਭੇਜੇ। ਹਾਂਜੀ। ਕਾਸ਼ੀ, ਉੱਥੋਂ ਸੰਸਕ੍ਰਿਤ ਪੜ੍ਹ ਕੇ ਆਏ, ਔਰ ਉਹਦੀ ਜਿਹੜੀ ਸਟੋਰੀ ਬਣਾਈ ਜਾਂਦੀ ਹੈ ਉਹ ਬੜੀ ਹੀ ਘਟੀਆ ਸਟੋਰੀ ਹੈ ਕਿ ਅੱਛਾ, ਇੱਥੇ ਇੱਕ ਹੋਰ ਬੜੀ ਮਜ਼ੇਦਾਰ ਗੱਲ ਹੈ, ਉਹ ਇਹ ਵੀ ਕਹਿੰਦਾ ਕਿ ਸਾਰੇ ਗੁਰੂ ਸਾਹਿਬਾਨ ਦੇ ਸਮੇਂ ਦੇ ਵਿੱਚ ਬ੍ਰਾਹਮਣ ਜਿਹੜਾ ਹਰ ਗੁਰੂ ਘਰ ਦੇ ਵਿੱਚ ਹੁੰਦੇ ਸੀ। ਹਾਂਜੀ। ਸਭ ਤੋਂ ਵੱਡਾ ਝੂਠ ਹੈ। ਜਿਸ ਬ੍ਰਾਹਮਣ ਨੂੰ ਸਤਿਗੁਰੂ ਕੋਈ ਮਾਨਤਾ ਹੀ ਨਹੀਂ ਦਿੰਦੇ, ਉਹ ਗੁਰੂ ਘਰ 'ਚ ਹੋਣ ਦਾ ਮਤਲਬ ਹੀ ਕੋਈ ਨਹੀਂ ਬਣਦਾ। ਮਤਲਬ ਜਾਤ ਕਰਕੇ ਨਹੀਂ, ਕੋਈ ਵੈਸੇ ਕੋਈ ਹੋਵੇ ਜਿਹੜਾ ਪਿਛੋਕੜ ਹੋਵੇ ਇੱਕ ਅਲੱਗ ਗੱਲ ਹੈ, ਪਰ ਜਾਤ ਕਰਕੇ ਕਿਸੇ ਸਪੈਸੀਫਿਕਲੀ ਬ੍ਰਾਹਮਣ ਨੂੰ ਆਪਣੇ ਕੋਲ ਰੱਖਿਆ ਹੋਇਆ ਕਿਉਂਕਿ ਇਹ ਬ੍ਰਾਹਮਣ ਹੈ, ਉਹ ਵੇ ਦਾ ਨਹੀਂ ਹੋਵੇਗਾ। ਕੈਨ ਯੂ ਸੇ ਦਿਸ? ਗੁਰੂ ਸਾਹਿਬ ਤੋਂ ਵੱਧ ਕੋਈ ਵਿਦਵਾਨ ਹੈ ਸੀ ਵੀ ਜਿਹੜਾ ਉੱਥੇ ਵਿਦਵਾਨ ਹੋਰ ਰੱਖਿਆ ਹੋਇਆ? ਨਹੀਂ, ਮੈਂ ਵਿਦਵਾਨ ਕਰਕੇ ਕਿਸੇ ਬ੍ਰਾਹਮਣ ਨੂੰ ਰੱਖਣਾ ਹੈ ਪੋਸੀਬਲ ਨਹੀਂ ਹੈ ਜੋ ਤੁਸੀਂ ਕਹਿ ਰਹੇ ਹੋ। ਹੁਣ ਜਿਹੜੇ ਉਹਨਾਂ ਨੇ ਸਟੋਰੀ ਬਣਾਈ ਹੋਈ ਹੈ ਕਿ ਉਹਨੇ ਕਿਹਾ ਕਿ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਾਓ। ਹਾਂਜੀ। ਤੇ ਉਹ ਕਹਿਣ ਲੱਗਾ ਜੀ ਵੀ ਇਹ ਛੋਟੀ ਜ਼ਾਤ ਦੇ ਨੇ, ਇਹਨਾਂ ਨੂੰ ਮੈਂ ਸੰਸਕ੍ਰਿਤ ਨਹੀਂ ਪੜ੍ਹਾ ਸਕਦਾ। ਪਹਿਲੀ ਗੱਲ ਤੇ ਗੁਰੂ ਘਰ ਦੇ ਵਿੱਚ ਬ੍ਰਾਹਮਣ ਹੋਏਗਾ ਕਿਉਂ? ਠੀਕ ਹੈ। ਦੂਜੀ ਗੱਲ, ਜੇ ਹੋਵੇ ਮੰਨ ਲਓ, ਉਹਦੀ ਇੰਨੀ ਜੁਰਤ ਹੋ ਸਕਦੀ ਹੈ ਵੀ ਉਹ ਕਹੇ ਤੁਹਾਡੇ ਸਿੱਖ ਜਿਹੜੇ ਨੇ ਛੋਟੀ ਜ਼ਾਤ ਦੇ ਨੇ, ਮੈਂ ਇਹਨਾਂ ਨੂੰ ਸੰਸਕ੍ਰਿਤ ਨਹੀਂ ਪੜ੍ਹਾ ਸਕਦਾ। ਠੀਕ ਹੈ। ਇੱਕ ਬ੍ਰਾਹਮਣ ਦੀ ਇੰਨੀ ਜੁਰਤ ਹੋ ਸਕਦੀ ਜਿਹੜਾ ਉਹਨਾਂ ਦੀ ਉੱਥੇ ਜੇ ਹੋਏਗਾ ਤਨਖਾਹਦਾਰੀ ਹੋਏਗਾ ਨਾ, ਨੌਕਰੀ ਹੋਏਗਾ ਨਾ, ਮੁਲਾਜ਼ਮ ਹੀ ਹੋਏਗਾ ਨਾ, ਉਹਦੀ ਜ਼ਰੂਰਤ ਹੋ ਸਕਦੀ ਵੀ ਗੁਰੂ ਸਾਹਿਬ ਨੂੰ ਕਵੇ ਵੀ ਤੁਹਾਡੀ ਸਿੱਖ ਜਿਹੜੇ ਛੋਟੀ ਜ਼ਾਤ ਦੇ ਨੇ, ਉਹਨਾਂ ਦੇ ਨਾਲ ਤਾਂ ਰਹਿੰਦਾ ਪਿਆ ਉਹ, ਫਿਰ ਉਹ ਤਾਂ ਪਿਟਿਆ ਨਹੀਂ ਨਾਲ ਰਹਿ ਕੇ। ਇਹ ਸਾਰੀ ਕਹਾਣੀ ਬਣਾਈ ਹੋਈ ਹੈ ਝੂਠੀ ਉਹਦੀ। ਲੇਕਿਨ ਜਿਹੜੀ ਗੱਲ ਹੈ ਵਿਦਵਤਾ ਵਾਲੀ, ਇੱਕ ਸਾਖੀ ਬਣੀ ਹੋਈ ਹੈ ਕਿ ਅੰਬਾਲੇ ਦੇ ਨਾਲ ਹੈ ਨਾ ਅੱਗੇ ਗੁਰਦੁਆਰਾ ਕੈਥਲ ਮੰਜੋਖੜਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਉੱਥੇ ਗਏ। ਠੀਕ ਹੈ।
ਪੰਡਤ ਨੇ ਉਹਨਾਂ ਨੂੰ ਚੈਲੰਜ ਕਰਤਾ ਕਿ ਤੁਸੀਂ ਮੇਰੇ ਨਾਲ ਗੀਤਾ ਦਾ ਵਿਚਾਰ ਕਰੋ। ਹੁਣ ਉਹਦੇ ਵਿੱਚ ਅਸੀਂ ਉਹਨੂੰ ਨਾ ਇੱਕ ਜਾਦੂ ਦਾ ਰੂਪ ਦੇ ਦਿੱਤਾ। ਝੱਜੂ ਝੀਰ ਵਾਲੀ ਗੱਲ ਹੋਈ ਹੈ, ਉਹ ਜਿਹੜੀ ਇਹ ਕਹਾਣੀ ਬਣੀ ਹੋਈ ਹੈ। ਹਾਂਜੀ ਹਾਂਜੀ। ਹੁਣ ਅਸਲੀਅਤ ਕੀ ਹੈ? ਹਾਂਜੀ, ਗੁਰੂ ਸਾਹਿਬ ਨੇ ਕਿਹਾ ਭਾਈ ਤੂੰ ਇਹਦੇ ਵਾਸਤੇ ਸਾਡੇ ਨਾਲ ਕਿਉਂ ਵਿਚਾਰ ਕਰਨਾ ਚਾਹੁੰਦਾ? ਇਹ ਤਾਂ ਤੂੰ ਸਾਡੇ ਕਿਸੇ ਸਿੱਖ ਨਾਲ ਗੱਲ ਕਰ ਰਿਹਾ, ਉਹਦੇ ਨੂੰ ਸਮਝਾ ਦੇਗਾ। ਗੀਤਾ ਦਾ ਸਾਰਾਂਸ਼ ਜਿਹੜਾ ਹੈ, ਉਹਦਾ ਤੱਤ ਜਿਹੜਾ ਹੈ, ਸਾਡਾ ਕੋਈ ਵੀ ਸਿੱਖ ਦੱਸ ਦੇਗਾ ਤੈਨੂੰ, ਸਾਡੇ ਸਾਰੇ ਸਿੱਖਾਂ ਨੂੰ ਪਤਾ ਹੈ। ਹੁਣ ਉਹਨੇ ਸੋਚਿਆ ਕਿ ਉਹ ਬੰਦਾ ਲੱਭਾ ਜਿਹੜਾ ਬਿਲਕੁਲ ਪੜ੍ਹਿਆ ਲਿਖਿਆ ਨਾ ਹੋਵੇ, ਉਹ ਗੁਰੂ ਘਰ ਦਾ ਪਾਣੀ ਢੋਣ ਵਾਲਾ ਸੀ। ਉਹਨੇ ਸੋਚਿਆ ਵੀ ਇਹ ਤਾਂ ਸੇਵਾਦਾਰ ਹੈ, ਇਹਨੂੰ ਕਿਤੇ ਪੜ੍ਹਾਈ ਹੋਣੀ ਹੈ। ਜਿਸ ਵੇਲੇ ਉਹਨੇ ਉਹਨੂੰ ਪੁੱਛਿਆ ਤੇ ਉਹਨੇ ਅਰਥ ਦੱਸਦੇ, ਉਹ ਹੈਰਾਨ ਰਹਿ ਗਿਆ। ਅਸੀਂ ਉਹਨੂੰ ਜਾਦੂ ਬਣਾਤਾ ਕਿ ਗੁਰੂ ਸਾਹਿਬ ਨੇ ਚੜੀ ਰੱਖਤੀ। ਤੇ ਉਹ ਅਸਲ ਦੇ ਵਿੱਚ ਕੀ ਸੀ ਕਿ ਹਰ ਸਿੱਖ ਪੜ੍ਹਿਆ ਲਿਖਿਆ ਸੀ। ਸਿੱਖ ਕੌਮ ਦੇ ਵਿੱਚ ਪੜ੍ਹਾਈ ਸਦਾ ਸੁਪਰੀਮ ਰਹੀ ਹੈ। ਜਿਹੜਾ ਸਮੇਂ ਦੀ ਉਹ ਗੱਲ ਕਰ ਰਿਹਾ, ਉਹਦੇ ਸਾਡੇ ਕੋਲ ਕੋਈ ਡਾਟਾਜ਼ ਨਹੀਂ ਹੈ ਕਿ ਉਸ ਵੇਲੇ ਕਿੰਨੇ ਕੁ ਪੜ੍ਹੇ ਲਿਖੇ ਸੀ, ਕਿੰਨੇ ਨਹੀਂ ਪੜ੍ਹੇ ਲਿਖੇ ਸੀ। ਜੇ ਮੈਂ ਕਹਾਂ ਕਿ ਸਾਰੇ ਪੜ੍ਹੇ ਲਿਖੇ ਸੀ ਤਾਂ ਵੀ ਝੂਠ ਹੈ। ਜੇ ਉਹ ਕਹਿ ਰਿਹਾ ਕਿ ਸਾਡੇ ਉਹ ਸਿਰਫ ਖੱਤਰੀ ਇੰਨੇ ਪੜ੍ਹੇ ਲਿਖੇ ਸੀ, ਉਹ ਵੀ ਝੂਠ ਹੈ। ਲੇਕਿਨ ਜਿਸ ਵੇਲੇ ਅੰਗਰੇਜ਼ ਇੱਥੇ ਆਏ ਨੇ ਪੰਜਾਬ ਦੇ ਵਿੱਚ, ਉਸ ਵੇਲੇ ਦਾ ਇੱਕ ਅੰਗਰੇਜ਼ ਰਾਈਟਰ ਹੈ, ਉਹ ਲਿਖਦਾ ਹੈ ਲਿਟਰੇਰੀ ਰੇਟ ਇਨ ਖਾਲਸਾ ਰਾਜ ਵਾਜ਼ ਬੈਟਰ ਦੈਨ UK। ਡਾਕਟਰ ਲਾਈਟਨਰ ਹੈ, ਡਾਕਟਰ ਲਾਈਟਨਰ ਇਹ ਲਿਖਦਾ ਹੈ ਲਿਟਰੇਰੀ ਰੇਟ ਇਨ ਖਾਲਸਾ ਰਾਜ ਵਾਜ਼ ਬੈਟਰ ਦੈਨ UK। Every mosque, gurdwara and temple had a school attached to it. Not more than 50 students in a class. District Lahore had 576 schools. Sialkot topped Punjab, 4th place in 1950. ਔਰ ਜਿਸ ਵੇਲੇ 1951 ਦੇ ਵਿੱਚ ਆ ਸਾਰੀ ਜਨਗਣਨਾ ਹੋਈ ਹੈ ਨਾ, ਉਸ ਵੇਲੇ ਪੰਜਾਬ ਦਾ ਨੰਬਰ ਸਾਰੇ ਇੰਡੀਆ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਚੌਥਾ ਨੰਬਰ ਸੀ। ਹੁਣ ਇਹੋ ਜਿਹੇ ਮੂਰਖ ਨੂੰ ਕੌਣ ਸਮਝਾਵੇ ਜਿਹੜਾ ਕਹਿ ਰਿਹਾ ਜੀ ਕਿ ਉਹ ਪੜ੍ਹੇ ਲਿਖੇ ਹੀ ਨਹੀਂ ਸਨ, ਸਿਰਫ ਖੱਤਰੀ ਸੀਗੇ, ਸਿਰਫ ਖੱਤਰੀ ਸੀਗੇ। ਉਹ ਕਹਿੰਦਾ ਪੰਜਾਬ ਜਿਹੜਾ ਹੈ ਟੌਪ ਕਰਦਾ ਸੀ ਐਜੂਕੇਸ਼ਨ ਦੇ ਵਿੱਚ, UK ਨਾਲੋਂ ਬੈਟਰ ਐਜੂਕੇਸ਼ਨ ਸੀ। ਔਰ ਉਹ ਇਸ ਡਾਕਟਰ ਲੈਟਨਰ ਨੇ ਜਿਹੜਾ ਨਾ ਬਾਅਦ ਦੇ ਵਿੱਚ UK ਜਾ ਕੇ ਇਹ ਹਾਲ ਦਵਾਈ ਪਾਈ ਕਿ ਤੁਹਾਡੇ ਨਾਲੋਂ ਕਿਤੇ ਪੜ੍ਹੇ ਲਿਖੇ ਨੇ, ਇਸੇ ਕਰਕੇ ਸਾਰਾ ਇੰਡੀਆ ਅਸੀਂ ਜਿੱਤ ਲਿਆ। ਉਹਨੂੰ ਸਭ ਤੋਂ ਅਖੀਰ ਤੇ ਸਾਡੇ ਕੋਲ ਕਾਬੂ ਆਏ ਨੇ, ਉਹ ਵੀ ਛਲ ਦੇ ਨਾਲ ਆਏ ਨੇ। ਉਹਨੇ ਫਿਰ ਆਪਣਾ ਉੱਥੇ ਐਜੂਕੇਸ਼ਨ ਸਿਸਟਮ ਬੈਟਰ ਕਰਨ ਦੇ ਵਾਸਤੇ ਉੱਥੇ ਦੀ ਸਰਕਾਰ ਨੂੰ ਜਿਹੜੀ ਹੈ ਪ੍ਰੇਰਨਾ ਦਿੱਤੀ, ਉੱਥੇ ਦਾ ਬੈਟਰ ਕਰਨ ਲਈ ਤੇ ਸਾਡਾ ਬਰਬਾਦ ਕਰਨ ਲਈ। ਅੰਗਰੇਜ਼ਾਂ ਦੇ ਬਰਬਾਦ ਕਰਨ ਦੇ ਬਾਅਦ ਵੀ 1951 ਦੀ ਜਿਹੜੀ ਜਨਗਣਨਾ ਹੋਈ, ਉਹਦੇ ਵਿੱਚ ਪੰਜਾਬ ਦਾ ਚੌਥਾ ਨੰਬਰ ਸੀ ਐਜੂਕੇਸ਼ਨ ਦੇ ਵਿੱਚ। ਹੁਣ ਉਹ ਜੋ ਮਰਜ਼ੀ ਕਹੀ ਜਾਂਦਾ ਹੈ। ਤੁਹਾਨੂੰ ਨਹੀਂ ਲੱਗਦਾ ਹੈ ਉਹਦੀ ਆਪਣੀ ਕਾਸਟ ਨੂੰ ਲੈ ਕੇ ਜਿਹੜੀ ਬਾਇਸਨੈਸ ਹੈ ਉਹਦੀ ਬੂ ਆ ਰਹੀ ਹੈ ਇਹਦੇ ਵਿੱਚੋਂ? ਕਿਉਂਕਿ ਉਹ ਖੱਤੀ ਸਮਾਜ ਤੋਂ ਬਿਲੋਂਗ ਕਰਦਾ ਤਾਂ ਕਰਕੇ ਉਸ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਤਾਂ ਉਹਦੀ ਬਾਰ-ਬਾਰ ਗੱਲ ਆਂਦੀ ਪਈ ਹੈ। ਹਾਂਜੀ, ਮੈਂ ਫਰੈਂਕਲੀ ਮੈਨੂੰ ਪੁੱਛੋ, ਆਈ ਡੋਂਟ ਵਾਂਟ ਟੂ ਡਿਸਕਸ ਅਬਾਊਟ ਦੈਟ ਮੈਨ। ਉਹਦਾ ਇਹ ਪੱਧਰ ਨਹੀਂ ਕਿ ਉਹਦੇ ਬਾਰੇ ਗੱਲ ਕੀਤੀ ਜਾਏ। ਠੀਕ ਹੈ, ਠੀਕ ਹੈ। ਸੋ ਸਿੰਘ ਸਾਹਿਬ, ਤੁਸੀਂ ਸਾਡਾ ਟਾਈਮ ਕੱਢਿਆ, ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਦੇ ਲਈ ਬਸ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।